ਹਾਲੇਲੂਇਆ ਪ੍ਰੇਜ਼ ਦਾ ਲਾਰਡ। ਪ੍ਰਭੂ ਯਿਸੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ, ਆਪ ਜੀ ਨੂੰ ਸਭ ਨੂੰ ਜੈ ਮਸੀਹ ਦੀ। ਖੁਦਾਵੰਦ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ। ਪ੍ਰਭੂ ਦਾ ਪ੍ਰੇਮ, ਪ੍ਰਭੂ ਦੀ ਦਇਆ ਤੁਹਾਡੇ ਉੱਤੇ ਬਣੀ ਰਹੇ। ਹਾਲੇਲੂਇਆ। ਪ੍ਰਭੂ ਯਿਸੂ ਜੀ ਸਾਡੇ ਦਰਮਿਆਨ ਹਨ, ਪ੍ਰਭੂ ਯਿਸੂ ਜੀ ਸਾਡੇ ਨਾਲ ਹਨ। ਖੁਦਾਵੰਦ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਕਦੀ ਵੀ ਲੱਜਿਤ ਨਹੀਂ ਹੁੰਦੇ। ਹਾਲੇਲੂਇਆ। ਪ੍ਰਭੂ ਦਾ ਨਾਮ ਇੰਨਾ ਉੱਚਾ ਹੈ ਕਿ ਜਦੋਂ ਅਸੀਂ ਪੁਕਾਰਦੇ ਹਾਂ ਉਸ ਨਾਮ ਦੇ ਵਿੱਚ ਇੰਨੀ ਤਾਕਤ ਹੈ, ਉਹਦੇ ਨਾਮ ਦੇ ਵਿੱਚ ਇੰਨੀ ਸਾਮਰਥ ਹੈ ਕਿ ਜਦੋਂ ਵੀ ਅਸੀਂ ਪੁਕਾਰਦੇ ਹਾਂ ਪ੍ਰਭੂ ਸਾਡੇ ਉੱਤੇ ਕਿਰਪਾ ਕਰਦਾ ਹੈ। ਹਾਲੇਲੂਇਆ। ਪ੍ਰਭੂ ਯਿਸੂ ਦਾ ਨਾਮ ਹੀ ਇੰਨਾ ਮਹਾਨ ਹੈ। ਜਦੋਂ ਵੀ ਤੁਸੀਂ ਕਿਤੇ ਇਕੱਲੇ ਹੋ, ਜਦੋਂ ਵੀ ਤੁਸੀਂ ਕਿਤੇ ਪਰਮੇਸ਼ਵਰ ਤੋਂ ਆਪਣੇ ਆਪ ਨੂੰ ਉਹਦੇ ਨਜ਼ਦੀਕ ਲੈ ਕੇ ਆਉਣਾ ਚਾਹੁੰਦੇ ਹੋ, ਉਹਦੇ ਨਾਮ ਨੂੰ ਪੁਕਾਰੋ। ਹਾਲੇਲੂਇਆ। ਉਹਦਾ ਨਾਮ ਸਦਾ ਲਈ ਉੱਚਾ ਹੈ, ਉਹਦਾ ਨਾਮ ਸਦਾ ਲਈ ਮਹਾਨ ਹੈ। ਹਾਲੇਲੂਇਆ। ਮੈਂ ਤੁਹਾਡੇ ਨਾਲ ਜ਼ਬੂਰਾਂ ਦੀ ਪੋਥੀ 72 ਅਧਿਆਏ ਦਾ 17 ਵਚਨ ਪੜਾਂਗਾ। ਜ਼ਬੂਰਾਂ ਦੀ ਪੋਥੀ 72 ਅਧਿਆਏ ਦਾ 17 ਵਚਨ। ਉਹਦਾ ਨਾਮ ਸਦਾ ਰਹੇ, ਜਿੰਨਾ ਚਿਰ ਸੂਰਜ ਹੈ ਉਹਦਾ ਨਾਮ ਵਧੇ ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਸ ਨੂੰ ਧੰਨ ਆਖਣ। ਹਾਲੇਲੂਇਆ। ਕਿਉਂਕਿ ਉਹਦਾ ਨਾਮ ਹੀ, ਉਹਦੇ ਨਾਮ ਦੇ ਵਿੱਚ ਹੀ ਸਾਡੀ ਬਰਕਤ ਹੈ, ਉਹਦੇ ਨਾਮ ਦੇ ਵਿੱਚ ਹੀ ਤੁਹਾਡੀ ਆਸ਼ੀਸ਼ ਹੈ। ਹਾਲੇਲੂਇਆ। ਜਦੋਂ ਉਹਦਾ ਨਾਮ ਤੁਸੀਂ ਉੱਚੇ ਸ਼ਬਦਾਂ 'ਚ ਪੁਕਾਰਦੇ ਹੋ, ਜਦੋਂ ਉਹਦਾ ਨਾਮ ਤੁਸੀਂ ਉੱਚੇ ਸ਼ਬਦਾਂ ਦੇ ਵਿੱਚ ਲੈਂਦੇ ਹੋ ਤਾਂ ਆਸ਼ੀਸ਼ਾਂ, ਬਰਕਤਾਂ ਔਰ ਉਹਦੀ ਮੌਜੂਦਗੀ ਤੁਹਾਡੇ ਜੀਵਨ ਦੇ ਵਿੱਚ ਆਉਂਦੀ ਹੈ। ਹਾਲੇਲੂਇਆ। ਆਓ ਮਿਲ ਕੇ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹਾ ਜੀ ਦੇ ਪਵਿੱਤਰ ਹੱਥਾਂ 'ਚ ਸੌਂਪਦੇ ਹਾਂ ਔਰ ਆਪਣੇ ਮੂੰਹ ਨੂੰ ਖੋਲਦੇ ਹੋਏ ਧੰਨਵਾਦ ਕਰੇ, ਉਹਦਾ ਧੰਨਵਾਦ ਕਰੇ। ਹਾਲੇਲੂਇਆ। ਉੱਚੇ ਸ਼ਬਦਾਂ ਦੇ ਨਾਲ, ਚਾਹੇ ਤੁਸੀਂ ਆਪਣੇ ਘਰ ਵਿੱਚ ਹੋ, ਚਾਹੇ ਕੰਮ ਦੀ ਜਗ੍ਹਾ ਤੇ ਹੋ, ਚਾਹੇ ਤੁਸੀਂ ਰਸੋਈ ਘਰ ਵਿੱਚ ਹੋ, ਚਾਹੇ ਤੁਸੀਂ ਆਪਣੇ ਬੈੱਡ ਤੇ ਹੋ, ਜਿੱਥੇ ਵੀ ਹੋ, ਆਪਣੇ ਹੱਥ ਆਪਣੀ ਛਾਤੀ ਤੇ ਦਿਲ ਤੇ ਰੱਖ ਕੇ ਕਹੋ, ਥੈਂਕ ਯੂ ਲਾਰਡ ਯਿਸੂ। ਧੰਨਵਾਦ ਹੋ ਪ੍ਰਭੂ ਯਿਸੂ ਅੱਜ ਦਾ ਦਿਨ ਦੇਣ ਦੇ ਲਈ, ਅੱਜ ਦਾ ਦਿਨ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਦੇਣ ਦੇ ਲਈ। ਪ੍ਰਭੂ ਜੀ, ਜੋ ਤੁਸੀਂ ਮੌਕਾ ਦਿੱਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਤੁਸੀਂ ਹੀ ਸਾਨੂੰ ਇਸ ਯੋਗ ਬਣਾਇਆ ਕਿ ਅੱਜ ਅਸੀਂ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਪ੍ਰਭੂ ਜੀ ਤੁਹਾਡੇ ਨਾਮ ਦੀ ਮਹਿਮਾ ਕਰ ਸਕੀਏ, ਤੁਹਾਡੇ ਨਾਮ ਨੂੰ ਪੁਕਾਰ ਸਕੀਏ ਔਰ ਤੁਹਾਡੇ ਨਾਮ ਦੀ ਸਤੁਤੀ ਕਰ ਸਕੀਏ। ਹਾਲੇਲੂਇਆ। ਦਿਲ ਦੇ ਨਾਲ ਉਹਦਾ ਧੰਨਵਾਦ ਕਰੇ, ਉਹ ਦਿਲ ਦੇ ਨਾਲ ਉਹਦਾ ਧੰਨਵਾਦ ਕਰੇ। ਥੈਂਕ ਯੂ ਲਾਰਡ, ਥੈਂਕ ਯੂ ਲਾਰਡ ਯਿਸੂ। ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ, ਜੋ ਕੋਈ ਪਿਆਸਾ ਹੈ ਮੇਰੇ ਕੋਲ ਆਵੇ, ਮੈਨੂੰ ਅੰਮ੍ਰਿਤ ਜਲ ਦੀਆਂ, ਅੰਮ੍ਰਿਤ ਜਲ ਮੈਂ ਉਹਨੂੰ ਪਿਲਾਵਾਂਗਾ ਔਰ ਉਹਦੇ ਅੰਦਰੋਂ ਅੰਮ੍ਰਿਤ ਜਲ ਦੀਆਂ ਨਦੀਆਂ ਵਹਿਣਗੀਆਂ। ਹਾਲੇਲੂਇਆ। ਸਾਡਾ ਪ੍ਰਭੂ ਸਾਡੀ ਪਿਆਸ ਹੀ ਨਹੀਂ ਬੁਝਾਉਂਦਾ, ਬਲਕਿ ਇਸ ਤੋਂ ਵੀ ਉੱਪਰ ਉਹ ਸਾਨੂੰ ਇਸ ਕਾਬਿਲ ਬਣਾ ਦਿੰਦਾ ਹੈ ਕਿ ਸਾਡੇ ਨਾਲ ਰਹਿਣ ਵਾਲਿਆਂ ਦੀ ਆਸ਼ੀਸ਼ਾਂ ਦੇ ਲਈ, ਸਾਡੇ ਨਾਲ ਰਹਿਣ ਵਾਲਿਆਂ ਦੇ ਲਈ ਅਸੀਂ ਬਰਕਤਾਂ ਦੇ ਕਾਰਨ ਬਣਦੇ ਹਾਂ। ਹਾਲੇਲੂਇਆ। ਪ੍ਰਭੂ ਯਿਸੂ ਤੇ ਭਰੋਸਾ ਕਰੋ, ਪ੍ਰਭੂ ਯਿਸੂ ਤੇ ਭਰੋਸਾ ਕਰੋ, ਪ੍ਰਭੂ ਯਿਸੂ ਮਸੀਹਾ ਤੇ ਭਰੋਸਾ ਕਰੋ। ਉਹ ਇਸ ਯੋਗ ਹੈ ਕਿ ਤੁਹਾਨੂੰ ਬਰਕਤ ਦੇ ਸਕੇ। ਹਾਲੇਲੂਇਆ। ਪ੍ਰਭੂ ਜੀ, ਜੋ ਵੀ ਸਾਨੂੰ ਇਸ ਵਕਤ ਆਨਲਾਈਨ ਵੇਖ ਰਹੇ ਹਨ, ਪ੍ਰਭੂ ਯਿਸੂ ਮਸੀਹਾ ਦੇ ਪਵਿੱਤਰ ਨਾਮ 'ਚ ਅਸੀਂ ਬਲੈਸ ਕਰਦੇ ਹਾਂ। ਅਸੀਂ ਉਹਨਾਂ ਨੂੰ ਪ੍ਰਭੂ ਯਿਸੂ ਜੀ ਬਿਮਾਰਾਂ ਨੂੰ ਚੰਗੇ ਕਰਦੇ ਹਾਂ, ਜਿਨ੍ਹਾਂ ਦੇ ਬੰਧਨ ਹਨ ਉਹ ਬੰਧਨਾਂ ਨੂੰ ਤੋੜ ਦਿੰਦੇ ਹਾਂ। ਪ੍ਰਭੂ ਯਿਸੂ, ਅੱਜ ਤੇਰੇ ਲੋਕ ਤੁਹਾਡੇ ਪਵਿੱਤਰ ਹਜ਼ੂਰੀ ਦੇ ਵਿੱਚੋਂ ਆਜ਼ਾਦ ਹੋ ਕੇ ਜਾਣ। ਪ੍ਰਭੂ ਜੀ, ਕਿਰਪਾ ਦੇ ਨਾਲ, ਦਇਆ ਦੇ ਨਾਲ ਪ੍ਰਭੂ ਯਿਸੂ ਉਹਨਾਂ ਨੂੰ ਭਰਪੂਰ ਕਰੋ। ਪ੍ਰਭੂ ਜੀ, ਤੁਹਾਡਾ ਆਦਰ, ਤੁਹਾਡੀ ਮਹਿਮਾ ਉਹਨਾਂ ਦੇ ਜੀਵਨ ਦੇ ਵਿੱਚ ਹੋਵੇ। ਪ੍ਰਭੂ ਜੀ, ਜੋ ਵੀ ਸਾਨੂੰ ਆਨਲਾਈਨ ਦੇਖ ਰਹੇ ਹਨ, ਸੁਣ ਰਹੇ ਹਨ, ਪ੍ਰਭੂ ਜੀ ਉਹਨਾਂ ਨੂੰ ਬਲੈਸ ਕਰੋ, ਉਹਨਾਂ ਤੇ ਆਪਣੀ ਕਿਰਪਾ ਕਰੋ। ਪ੍ਰਭੂ ਜੀ, ਖੁਦਾਵੰਦ ਯਿਸੂ ਜੀ, ਅਸੀਂ ਸਾਰੀਆਂ ਆਪਣੀਆਂ ਇਹਨਾਂ ਚੀਜ਼ਾਂ ਨੂੰ ਜੋ ਪ੍ਰਭੂ ਜੀ ਅਸੀਂ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਕਰ ਰਹੇ ਹਾਂ, ਪ੍ਰਭੂ ਜੀ ਇੰਟਰਨੈਟ ਨੂੰ, ਕੀਬੋਰਡ ਨੂੰ, ਸਾਰੀਆਂ ਇਹ ਮਾਈਕ ਔਰ ਇਹ ਸਾਰੀਆਂ ਇਲੈਕਟ੍ਰੋਨਿਕਸ ਚੀਜ਼ਾਂ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਅਸੀਂ ਤੁਹਾਡੇ ਕੋਲੋਂ ਆਸ਼ੀਸ਼ ਮੰਗਦੇ ਹਾਂ ਤਾਂ ਕਿ ਇਹ ਵਸਤੂਆਂ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਹੋ ਸਕਣ ਪ੍ਰਭੂ ਜੀ, ਔਰ ਤੁਹਾਡੀ ਕਿਰਪਾ ਦੇ ਨਾਲ ਪ੍ਰਭੂ ਜੀ ਇਹ ਬਕਾਇਆ ਸਮਾਂ ਵੀ ਪ੍ਰਭੂ ਜੀ ਹੋਰ ਵੀ ਬਰਕਤ ਵਾਲਾ ਗੁਜ਼ਰੇ। ਪ੍ਰਭੂ ਜੀ, ਤੁਹਾਡੇ ਦਾਸ ਪਾਸਟਰ ਡੈਨੀਅਲ ਜੀ ਨੂੰ ਜੋ ਅੱਜ ਦਾ ਪਵਿੱਤਰ ਵਚਨ ਲੈ ਕੇ ਆਉਣਗੇ, ਪ੍ਰਭੂ ਜੀ ਉਹਨਾਂ ਨੂੰ ਵੀ ਬਲੈਸ ਕਰਨਾ ਪਿਤਾ ਪਰਮੇਸ਼ਵਰ ਜੀ। ਉਹ ਵਚਨ ਸਾਡੇ ਜੀਵਨ ਦੇ ਵਿੱਚ ਕਰ ਜਾਵੇ ਪ੍ਰਭੂ ਜੀ, ਔਰ ਅਸੀਂ ਖੁਦਾਵੰਦ ਜੀ 100 ਗੁਣਾ ਫਲ ਲੈ ਕੇ ਆਉਣ ਵਾਲੇ ਬਣੀਏ ਪ੍ਰਭੂ ਜੀ।
ਤੁਹਾਡੀ ਮਹਿਮਾ ਹੋ, ਤੁਹਾਡੀ ਸਤੁਤੀ ਹੋ। ਪ੍ਰਭੂ ਯਿਸੂਆ ਹਾਂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਪ੍ਰਭੂ ਦਾ ਨਾਮ ਸਦਾ ਦੇ ਲਈ ਉੱਚਾ ਹੈ, ਹਾਲੇਲੂਇਆ। ਸੱਚਮੁੱਚ ਉਹਦੇ ਨਾਮ ਦੇ ਵਿੱਚ ਤੁਹਾਡੀ ਬਰਕਤ ਹੈ, ਉਹਨਾਂ ਦੇ ਨਾਮ ਦੇ ਵਿੱਚ ਤੁਹਾਡੀ ਚੰਗਿਆਈ ਹੈ, ਉਹਨਾਂ ਦੇ ਨਾਮ ਦੇ ਵਿੱਚ ਤੁਹਾਡਾ ਛੁਟਕਾਰਾ ਹੈ, ਉਹਨਾਂ ਦੇ ਨਾਮ ਦੇ ਵਿੱਚ ਹੀ ਤੁਹਾਡਾ ਉਦਾਰ ਹੈ। ਮੇਰੇ ਭੈਣੋ ਤੇ ਭਰਾਵੋ, ਆਓ ਮਿਲ ਕੇ ਪ੍ਰਭੂ ਯਿਸੂਆ ਮਸੀਹਾ ਦੇ ਨਾਮ ਨੂੰ ਅਸੀਂ ਮਹਿਮਾ ਦਿੰਦੇ ਹਾਂ, ਸਤੁਤੀ ਦਿੰਦੇ ਹਾਂ, ਉੱਚਾ ਕਰਦੇ ਹਾਂ, ਕਿਉਂਕਿ ਯਿਸੂਆ ਮਸੀਹਾ ਦਾ ਨਾਮ ਸਭ ਤੋਂ ਉੱਚਾ ਹੈ। ਹਾਲੇਲੂਇਆ। ਰੀਖਾ ਪਾਪਾ ਬਸ਼ਖਾ ਪਾਪਾ। यीशु मसीह मसाया मेरा, तू ही सहारा है मेरा। मुश्किल समय में मेरी दिलासा, साथ रहेगा तू सदा। यीशु मसीह भरोसा मेरा, तू ही सहारा है मेरा। मुश्किल समय में तू ही दिलासा, साथ रहेगा तू सदा। करुणा भलाई तेरी सदा रहेगी मुझ पर, तेरी विश्वास योग्यता देखूंगा मैं उम्र पर। मैं हाथ उठाकर गाऊंगा, यीशु तेरा नाम रहे ऊंचा। मिलके हालेलुया। हाथ उठाकर गाऊंगा, यीशु तेरा नाम रहे ऊंचा। मैं हाथ उठाकर, मैं हाथ उठाकर गाऊंगा, यीशु तेरा नाम रहे ऊंचा। मैं हाथ उठाकर गाऊंगा, यीशु तेरा नाम रहे ऊंचा। यीशु मसीह भरोसा मेरा, तू ही सहारा है मेरा। मिलके यस लॉर्ड। मुश्किल समय में तू ही दिलासा, साथ रहेगा तू सदा। करुणा बदाई तेरी सदा रहेगी मुझ पर, तेरी विश्वास योग्यता देखूंगा मैं उम्र भर। मैं हाथ उठाकर गाऊंगा, यीशु तेरा नाम रहे ऊंचा। हम हाथ उठाकर गाएंगे, यीशु तेरा नाम रहे ऊंचा। हालेलुया। मौत से बचाया तूने, जीवन नया है दे दिया। यस लॉर्ड हालेलुया। नाम लेकर पुकारा मुझे, महिमा से मुझको भर दिया। मौत से बचाया तूने, जीवन नया है दे दिया। नाम लेकर पुकारा मुझे, महिमा से मुझको भर दिया।
करुणा भलाई तेरी सदा रहेगी मुझ पर, तेरी विश्वास योग्यता देखूंगा मैं उम्र भर। मैं हाथ उठाकर गाऊंगा, यीशु तेरा नाम रहे ऊंचा। हम हाथ उठाकर गाएंगे, यीशु तेरा नाम रहे ऊंचा। यीशु मसीह भरोसा मेरा, तू ही सहारा है मेरा। मुश्किल समय में तू ही दिलासा, साथ रहेगा तू सदा। मरना भी आई तेरी सदा रहेगी मुझ पर, तेरी विश्वास योग्यता देखूंगा मैं उम्र भर। हाथ उठाकर गाऊंगा, यीशु तेरा नाम रहे ऊंचा। मैं हाथ उठाकर गाऊंगा, यीशु तेरा नाम रहे ऊंचा। आदर और महिमा तेरी, यस हालेलुया। तू ही हमारा खुदा, पूरी हो तेरी ही मर्जी। आए तेरा राजा, आदर और महिमा हो तेरी। तू ही हमारा खुदा, पूरी हो तेरी ही मर्जी। आए तेरा राजा। हम हाथ उठाकर मिलके सारे जने, यीशु तेरा नाम रहे ऊंचा। हम सब मिलकर हम हाथ उठाकर गाएंगे, यीशु तेरा नाम रहे ऊंचा। जिंदगी स्तुति करूं, बेशुमार तेरे दानों के लिए। अब तक तूने संभाला मुझे, अपनी बाहों में लिए हुए। अब तक तूने संभाला मुझे, अपनी बाहों में लिए हुए। गिन गिन के स्तुति करूं, बेशुमार तेरे दानों के लिए। अब तक तूने संभाला मुझे, अपने बाहों में लिए हुए। थैंक यू यीशुआ। अब तक तूने संभाला मुझे, अपनी बाहों में लिए हुए। तेरे शत्रु का निशाना तुझ पर होगा ना सफल। तेरे शत्रु का निशाना तुझ पर होगा ना सफल।
रखेगा तुझे हर पल। आँखों की पुतली जैसे वो रखेगा तुझे हर पल। किन किन के स्तुति करूं, बेशुमार तेरे दानों के लिए। अब तक तूने संभाला मुझे, अपनी बाहों में लिए हुए। अब तक तूने संभाला मुझे, अपनी बाहों में लिए हुए। आंधियां बन के आए जिंदगी के सफर। आंधियां बन के आए जिंदगी के फिकर। कौन है तेरा रचने वाला, है भरोसा तेरा किधर। कौन है तेरा रचने वाला, है भरोसा तेरा किधर। किन किन के स्तुति करूं, बेशुमार तेरे दानों के लिए। अब तक तूने संभाला मुझे, अपनी बाहों में लिए हुए। अब तक तूने संभाला मुझे, अपनी बाहों में लिए हुए। आए तुझे जो मिटाने, वो शस्त्र होंगे बेअसर। आए तुझे जो मिटाने, वो शस्त्र होंगे बेअसर। तेरा रचने वाला तुझ पर रखता है अपनी नजर। तेरा रचने वाला तुझ पर रखता है अपनी नजर। किन किन के स्तुति करूं, बेशुमार तेरे दानों के लिए। अब तक तूने संभाला मुझे, अपनी बाहों में लिए हुए। अब तक तूने संभाला मुझे, अपनी बाहों में लिए हुए। अब तक तूने संभाला मुझे, अपनी बाहों में लिए हुए। अपने आप को प्रभु यीशु की बाहों में दे दें। अपने जीवन को प्रभु यीशु की बाहों में दे दो। अपने हालातां ਨੂੰ प्रभु यीशु ਦੇ ਬਾਹਾਂ ਦੇ ਵਿੱਚ ਦੇ ਦਿਓ। ਆਪਣੇ ਕੰਮਾਂ ਨੂੰ प्रभु यीशु ਦੇ ਹੱਥਾਂ ਦੇ ਵਿੱਚ ਦੇ ਦਿਓ। ਜੋ ਵੀ ਕੁਝ ਤੁਹਾਡੇ ਕੋਲ ਹੈ ਉਸ ਦੇ ਲਈ ਆਪਣੇ ਆਪ ਨੂੰ प्रभु यीशु ਦੇ ਬਾਹਾਂ ਦੇ ਵਿੱਚ ਦੇ ਦਿਓ। ਹਾਲੇਲੂਇਆ। ਉਹ ਸੰਭਾਲੇਗਾ, ਉਹ ਤੁਹਾਡੇ ਹਾਲਾਤਾਂ ਨੂੰ ਸੰਭਾਲੇਗਾ, ਉਹ ਤੁਹਾਡੇ ਕੰਮ ਨੂੰ ਸੰਭਾਲੇਗਾ, ਉਹ ਤੁਹਾਡੀ ਸਿਹਤ ਨੂੰ ਸੰਭਾਲੇਗਾ, ਉਹ ਤੁਹਾਡੇ ਘਰ ਦੇ ਪਰਿਵਾਰ ਦੇ ਸਾਰੇ ਹਾਲਾਤਾਂ ਨੂੰ ਸੰਭਾਲੇਗਾ, ਕਿਉਂਕਿ ਉਹਦਾ ਹੱਥ ਤੁਹਾਡੇ ਨਾਲ ਹੈ। या खमंदोर शिखा पातोरा शिखा मंदोर शिखा रिखंदोरा खप्पा तोरा शिखा पापा। हम हाथ उठाकर गाएंगे
यीशु तेरा नाम रहे ऊंचा। आदर और महिमा हो तेरी, तू है हमारा खुदा। तेरी हो तेरी ही मर्जी, आए तेरा राज हम हाथ उठाकर गाएंगे, यीशु तेरा नाम रहे ऊंचा। अपने हाथों को उठाएं, हम हाथ उठाकर गाएंगे, यीशु तेरा नाम रहे ऊंचा। यस लॉर्ड यीशु जी, आप जी का नाम ही उच्चा होवे। चाहे असी बीमारी गरीबी किसी भी हालात च होइए प्रभु जी, सानू पता है तुसी सानू संभालोगे और असी अपने आप नूं तुहाडे अगे समर्पण कर दिंदे हां प्रभु यीशु जी। और असी विश्वास करते हां प्रभु यीशु जी, तुसी साडे नाल हो और सानू प्रभु यीशु जी तुसी अपने पवित्र 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 चरनां दे विच संभालिया है प्रभु जी। असी तुहानू महिमा दिंदे हां। ओह प्रभु यीशु, प्रभु यीशु, प्रभु यीशु, ओ लारा बाखोरी अंदुरी शिखा पापा पापा पा। अज जो भी प्रभु जी साडे हालात हन, तुसी उन्हां नूं प्रभु जी अपने हत्थां दे नाल बदल दोगे प्रभु जी। साडे रचना करने वाले परमेश्वर, असी तुहाडे हत्थां दी बनाई हुई रचना हाँ प्रभु जी, और तुसी साडे उत्ते अपनी कृपा करो प्रभु जी। साडी बीमारियां दे विच सानू चंगियाई दो प्रभु यीशु जी। सारे बंधन टुट जाण पिता परमेश्वर। अज प्रभु यीशु हालात बदल जाण, अज हालात बदल जाण। साडे वैरी शर्मिंदा होण, शैतान शर्मिंदा होवे, ओ दुष्ट दियां शक्तियां शर्मिंदा होण। साडे खिलाफ उठन वाले सारे हथियार असफल हो जाण प्रभु यीशु। यस लॉर्ड यीशु, कृपा हो प्रभु जी, तुहाडा अनुग्रह हो प्रभु जी। तुहाडे नाम दी महिमा हो, तुहाडे नाम दी स्तुति हो, तुहाडे नाम दी वडियाई हो, तुहाडे नाम दी कृपा हो प्रभु यीशु। तुहाडा धन्नवाद हो प्रभु जी। प्रभु जी, असी तुहाडे पवित्र हत्थां दे विच इस बंदगी नूं रखदे हां प्रभु जी। तुहाडे दास पास्टर डैनियल जी नूं तुहाडे पवित्र हत्थां 'च सौंपदे हां प्रभु जी, जो अज दा पवित्र वचन साडे लई लैके आए हन प्रभु यीशु जी। तुसी उन्हां नूं ब्लैस करो और प्रभु जी उन्हां दे उत्ते अपना कृपा भरिया हत्थ रखो प्रभु यीशु जी। उन्हां दे प्रभु जी मूँह नूं तुसी ब्लैस करो, ताकि जो भी अज दा पवित्र वचन उह सुनाउण साडे जीवन दे विच, जो भी सुन रहे हैं उन्हां दे जीवन नूं बदल देवे प्रभु यीशु जी। उन्हां दे घर दे विच, उन्हां दे पूरे खानदान दे विच प्रभु जी अज बदलाव आ जाए। तुहाडा अनुग्रह हो, तुहाडी कृपा हो, सारा आदर महिमा तुहानू ही दिंदे हां प्रभु यीशु हम मसीहा जी दे पवित्र नाम च मंगते हां। आमीन आमीन हालेलुया। आओ पवित्र वचन दी वल चलदे हां पास्टर डैनियल जी दे नाल। Praise God, hallelujah. प्रभु दी महिमा हो, हालेलुया। How many of you are happy? किन्ने जने तुसी सारे खुश हो? I hope all of you enjoyed the worship. मैनू विश्वास है कि तुसी सारे ने While बहुत worship, अज आराधना का आनंद माणिया है। while worship, we are entering into the presence of God. और आराधना दे वेले ही असी प्रभु दी हजूरी दे विच दाखल होंदे हां। And as we worship, the presence of God coming into our spirit. और जदों असी प्रभु दी मौजूदगी च होंदे हां तां परमेश्वर दा आत्मा साडे नाल हुंदा है। Allow the manifestation of the presence of God. प्रभु दी मौजूदगी दे लई प्रभु नूं मौका दिओ कि तुहाडे जीवन दे विच ओ काम करन। We are going to listen from the word of God. आज असी परमेश्वर दे पवित्र वचन चों सुन जा रहे हां। How many of you are ready? किन्ने जने तुहाडे जो तैयार हन? Let us make our heart ready to receive the word of God. अपने दिलां नूं तैयार करो परमेश्वर दे वचन नूं सुणन दे लई। The word which we are going to listen is spoken by God. जो भी असी अज वचन सुन जा रहे हां ओ परमेश्वर दी वल्लों है। Through Holy Spirit, today also the Lord is going to speak to each and every one of us. वचन दे द्वारा पवित्र वचन दे द्वारा ही परमेश्वर आज तुहाडे नाल गल करनगे। So with prayer, let us receive the word. और प्रार्थना दे नाल ही आज दा पवित्र वचन नूं ग्रहण करो। In this word of God, there is your deliverance.
ਇਸ ਵਚਨ ਦੇ ਵਿੱਚ ਹੀ ਤੁਹਾਡਾ ਛੁਟਕਾਰਾ ਹੈ। In this word of God, there is your healing. ਪਰਮੇਸ਼ਵਰ ਦੇ ਵਚਨ ਦੇ ਵਿੱਚ ਹੀ ਚੰਗਿਆਈ ਹੈ। In this word, there is blessings for you. ਇਸ ਪਰਮੇਸ਼ਵਰ ਦੇ ਵਚਨ ਦੇ ਵਿੱਚ ਹੀ ਆਸ਼ੀਸ਼ਾਂ ਹਨ। Through this word, God can give you the directions. ਇਸ ਵਚਨ ਦੇ ਦੁਆਰਾ ਹੀ ਪਰਮੇਸ਼ਵਰ ਤੁਹਾਨੂੰ ਦਿਸ਼ਾ ਦੇ ਸਕਦੇ ਹਨ। Through this word, God will speak to your inner hearts. ਇਸ ਵਚਨ ਦੇ ਦੁਆਰਾ ਹੀ ਪ੍ਰਭੂ ਤੁਹਾਡੇ ਦਿਲਾਂ ਦੇ ਵਿੱਚ ਗੱਲ ਕਰ ਸਕਦੇ ਹਨ। So let us unite our hearts. Wherever you are, let us close our eyes and open our hearts to the Lord and pray. ਆਓ ਆਪਣੇ ਦਿਲਾਂ ਨੂੰ ਅਸੀਂ ਇਕੱਠੇ ਕਰਕੇ ਪ੍ਰਭੂ ਯਿਸੂ ਜੀ ਦੇ ਮੌਜੂਦਗੀ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ। We will dedicate all these services to the Lord. ਇਹ ਸਾਰੀ ਬੰਦਗੀ ਨੂੰ ਪ੍ਰਭੂ ਜੀ ਦੇ ਅਧੀਨ ਕਰ ਦਿੰਦੇ ਹਾਂ। Father in heaven, we are in thy presence, Father. हे ਪਿਤਾ ਜੋ ਸਵਰਗ ਵਿੱਚ ਹੈ, ਅਸੀਂ ਪ੍ਰਭੂ ਜੀ ਤੁਹਾਡੀ ਮੌਜੂਦਗੀ ਚਾਹੁੰਦੇ ਹਾਂ। Through the name of the Lord Jesus Christ, we are entering into the holy courts. ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਤੁਹਾਡੇ ਪਵਿੱਤਰ ਚਰਨਾਂ ਚਾਹੁੰਦੇ ਹਾਂ। Father, we invite your presence here. ਪ੍ਰਭੂ ਜੀ ਅਸੀਂ ਤੁਹਾਡੀ ਮੌਜੂਦਗੀ ਨੂੰ As ਇੱਥੇ our ਵਿਸ਼ਵਾਸ Lord, ਕਰਦੇ ਹਾਂ। as our Lord Jesus Christ promised us, 2 or 3 as gathered in his name, he will be in the midst of us. We are here in the mighty name of Jesus Christ. ਜਿਵੇਂ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਹੈ, ਜੋ 2 ਜਾਂ 3 ਜਦੋਂ ਉਹਨਾਂ ਦੇ ਨਾਮ ਦੇ ਵਿੱਚ ਇਕੱਠੇ ਹੋਣਗੇ, ਉਹ ਉਹਨਾਂ ਦੇ ਦਰਮਿਆਨ ਹੋਣਗੇ। ਔਰ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਉਹਨਾਂ ਦੇ ਨਾਮ ਦੇ ਵਿੱਚ ਆਉਂਦੇ ਹਾਂ। Father, we allow your Holy Spirit to come and minister and manifest through us. ਪ੍ਰਭੂ ਜੀ ਅਸੀਂ ਤੁਹਾਡੀ ਆਤਮਾ ਨੂੰ ਪ੍ਰਭੂ ਜੀ ਮੰਗਦੇ ਹਾਂ ਕਿ ਸਾਡੇ ਜੀਵਨਾਂ ਦੇ ਵਿੱਚ ਉਹ ਪ੍ਰਭੂ ਜੀ ਕੰਮ ਕਰੇ। We dedicate all this service to in the name of Lord Jesus Christ. ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਸੀਂ ਪੂਰੀ ਬੰਦਗੀ ਨੂੰ ਤੁਹਾਡੇ ਅਧੀਨ ਕਰਦੇ ਹਾਂ। I submit myself and my wife, my children, and everything belongs to me into your hand, O Lord. ਪ੍ਰਭੂ ਜੀ ਮੈਂ ਆਪਣੇ ਆਪ ਨੂੰ, ਆਪਣੇ ਪੂਰੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪ ਦਿੰਦਾ ਹਾਂ। Protect and preserve all of us in the grace of your Lord Jesus. ਪ੍ਰਭੂ ਜੀ ਸਾਨੂੰ ਸੁਰੱਖਿਆ ਦਿਓ, ਸਾਨੂੰ ਸਭ ਨੂੰ ਸੰਭਾਲੋ ਆਪਣੇ ਪਵਿੱਤਰ ਨਾਮ ਦੇ ਵਿੱਚ। Father, we pray for Brother Charanjit and his family. ਪ੍ਰਭੂ ਜੀ ਅਸੀਂ ਭਾਈ ਚਰਨਜੀਤ ਦੇ ਲਈ, ਉਹਦੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਦੇ ਹਾਂ। Cover them with the precious blood of Jesus Christ. ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਉਹਨਾਂ ਨੂੰ ਸੰਭਾਲੋ ਪ੍ਰਭੂ I ਜੀ। pray for Brother Tinu and all everything belongs to him. ਔਰ ਅਸੀਂ ਭਾਈ ਟੀਨੂ ਨੂੰ ਔਰ ਉਹਦੇ ਨਾਲ ਦੇ ਹਰ ਇੱਕ ਭਾਈ ਨੂੰ ਅਸੀਂ ਤੁਹਾਡੇ ਹੱਥਾਂ 'ਚ ਸੌਂਪ ਦਿੰਦੇ ਹਾਂ। We dedicate all these electrical equipments and the internet instruments to in the name of Lord Jesus Christ. ਔਰ ਅਸੀਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸਾਰੀ ਇਲੈਕਟ੍ਰੋਨਿਕਸ ਚੀਜ਼ਾਂ ਨੂੰ, ਇੰਟਰਨੈਟ ਨੂੰ ਪ੍ਰਭੂ ਜੀ ਅਸੀਂ ਤੁਹਾਡੇ ਅਧੀਨ ਕਰ ਦਿੰਦੇ ਹਾਂ। As we are preaching here, we dedicate all these services in the matchless name of Lord Jesus. ਪ੍ਰਭੂ ਜੀ ਜਿਵੇਂ ਅਸੀਂ ਇੱਥੇ ਪ੍ਰਚਾਰ ਕਰ ਰਹੇ ਹਾਂ ਪ੍ਰਭੂ ਜੀ, ਅਸੀਂ ਸਾਰਿਆਂ ਨੂੰ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪ ਦਿੰਦੇ ਹਾਂ। As everyone listen from their home through their social media, let it be a blessing for each and everyone. ਪ੍ਰਭੂ ਜੀ ਜੋ ਵੀ ਸਾਨੂੰ ਆਪਣੇ ਘਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਦੁਆਰਾ ਸੁਣ ਰਹੇ ਹਨ ਪ੍ਰਭੂ ਜੀ, ਉਹਨਾਂ ਨੂੰ ਪ੍ਰਭੂ ਯਿਸੂ ਜੀ ਉਹਨਾਂ ਨੂੰ ਬਲੈਸ ਕਰੋ ਪ੍ਰਭੂ ਜੀ। Abba Father, through this service, let many be healed in the mighty name of Jesus Christ. ਅੱਪਾ ਪਿਤਾ ਜੀ ਇਸ ਵਚਨ ਦੇ ਦੁਆਰਾ ਪ੍ਰਭੂ ਜੀ ਬਹੁਤ ਸਾਰੇ ਚੰਗਿਆਈ ਪਾਲਣ ਪ੍ਰਭੂ We ਜੀ। are praying for the sick people right now. ਪ੍ਰਭੂ ਜੀ ਹੁਣੇ ਇਸੇ ਵਕਤ ਅਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਦੇ In ਹਾਂ। Jesus' name we command, be healed. ਪ੍ਰਭੂ ਯਿਸੂ ਦੇ ਨਾਮ 'ਚ ਅਸੀਂ ਹੁਕਮ ਕਰਦੇ ਹਾਂ, ਚੰਗੇ ਹੋ ਜਾਣ। Through the Holy Spirit we command in the name of Jesus Christ, there will be deliverance. ਪਵਿੱਤਰ ਆਤਮਾ ਦੇ ਵਿੱਚ ਅਸੀਂ ਹੋ ਕੇ ਪ੍ਰਾਰਥਨਾ ਕਰਦੇ ਹਾਂ ਕਿ ਇਹ ਬਿਮਾਰ ਚੰਗੇ ਹੋ ਜਾਣ, ਛੁਟਕਾਰਾ ਪਾ ਲੈਣ। Let all the evil powers leave the people right now. ਸਾਰੀਆਂ ਦੁਸ਼ਟ ਦੀਆਂ ਸ਼ਕਤੀਆਂ ਪ੍ਰਭੂ ਦੇ ਲੋਕਾਂ ਨੂੰ ਛੱਡ ਕੇ ਚਲੀਆਂ ਜਾਣ। We bind each and every influence of the evil spirit in the name of Jesus Christ. ਸਾਰੀਆਂ ਦੁਸ਼ਟ ਦੇ ਕੰਮਾਂ ਨੂੰ ਅਸੀਂ ਇਸੇ ਵਕਤ ਬੰਦ ਨੇ ਪ੍ਰਭੂ ਯਿਸੂ ਦੇ ਨਾਮ 'ਚ। We open the spiritual realm for all the people who is watching right now to receive this word of God in their spirits. ਅਸੀਂ ਉਹ ਸਾਰਿਆਂ ਨੂੰ ਜੋ ਇਸ ਵਕਤ ਸਾਨੂੰ ਸੁਣਦੇ ਹਨ ਪ੍ਰਭੂ ਜੀ, ਅਸੀਂ ਸਾਰੇ ਉਹ ਰਸਤੇ ਖੋਲ ਦਿੰਨੇ ਹਾਂ ਤਾਂ ਕਿ ਅੱਜ ਦਾ ਵਚਨ ਉਹ ਸੁਣ ਸਕਣ। Father, speak to us. ਪ੍ਰਭੂ ਜੀ ਸਾਡੇ ਨਾਲ ਗੱਲ ਕਰੋ। We are here in your presence. ਪ੍ਰਭੂ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਹਾਂ। Guide us and lead us. ਪ੍ਰਭੂ ਜੀ ਸਾਨੂੰ ਅਗਵਾਈ ਦਿਓ। All glory and honor belongs to you, Father. ਪ੍ਰਭੂ ਜੀ ਸਾਰਾ ਆਦਰ ਮਹਿਮਾ ਤੁਹਾਨੂੰ ਹੀ ਹੈ। In Jesus' name we pray. ਪ੍ਰਭੂ ਯਿਸੂ ਦੇ ਨਾਮ 'ਚ ਅਸੀਂ ਪ੍ਰਾਰਥਨਾ ਮੰਗਦੇ ਹਾਂ। Amen. ਆਮੀਨ। Hallelujah. ਹਾਲੇਲੂਇਆ। Thank you, Jesus.
ਧੰਨਵਾਦ ਹੋ ਪ੍ਰਭੂ ਯੀਸ਼ੂ Thank ਜੀ you ਦਾ। for each and everyone who is watching us. ਹਰ ਇੱਕ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਦੇਖ ਰਹੇ ਹਨ। Let us turn to the word of God. ਆਓ ਪਰਮੇਸ਼ਵਰ ਦੇ ਵਚਨ ਦੇ ਵੱਲ ਚਲੀਏ। In Psalms chapter 118 verse 5 says, out of my distress I called on the Lord answered me and set me free. ਜ਼ਬੂਰਾਂ ਦੀ ਪੋਥੀ 118 ਅਧਿਆਇ ਦਾ 5 ਵਚਨ ਆਪਾਂ ਪੜ੍ਹਦੇ ਹਾਂ। ਮੈਂ ਦੁੱਖ ਵਿੱਚ ਯਹੋਵਾ ਨੂੰ ਪੁਕਾਰਿਆ, ਯਹੋਵਾ ਨੇ ਉੱਤਰ ਦੇ ਕੇ ਮੈਨੂੰ ਖੁੱਲੇ ਥਾਂ ਵਿੱਚ ਰੱਖਿਆ। ਹਾਲੇਲੂਇਆ, Hallelujah. ਹਾਲੇਲੂਇਆ। The psalmist says, out of my distress I called on the Lord. ਔਰ ਇੱਥੇ ਯਬੂਰ ਲਿਖਣ ਵਾਲਾ ਕਹਿੰਦਾ ਹੈ ਕਿ ਮੈਂ ਦੁੱਖ ਵਿੱਚ ਯਹੋਵਾ ਨੂੰ ਪੁਕਾਰਿਆ। The man of God says in his life he was going through some distress. ਔਰ ਪਰਮੇਸ਼ਵਰ ਦਾ ਬੰਦਾ ਇੱਥੇ ਕਹਿ ਰਿਹਾ ਹੈ ਕਿ ਕੁਝ ਦੁੱਖਾਂ ਦੇ ਵਿੱਚ ਤੇ ਉਹ ਲੰਘ ਰਿਹਾ ਹੈ। The distress is everywhere. ਦੁੱਖ ਜਿਹੜੇ ਆ ਉਹ ਹਰ ਜਗ੍ਹਾ ਤੇ ਹਨ। Sorrows, pain, that is a part of the life. ਦੁੱਖ ਹੈ, ਦਰਦ ਹੈ, ਉਹ ਜੀਵਨ ਦਾ ਹਿੱਸਾ ਹਨ। While we all are living in this world, we have to go through the happiness situation, happy situations and the blessings. Even sometime we have to go through distress, sorrows, painful situations. ਜਦੋਂ ਅਸੀਂ ਇਸ ਸੰਸਾਰ ਦੇ ਵਿੱਚੋਂ ਦੀ ਲੰਘਦੇ ਹਾਂ, ਕਈ ਵਾਰੀ ਅਸੀਂ ਖੁਸ਼ੀ ਦੇ ਵਿੱਚ, ਆਸ਼ੀਸ਼ ਦੇ ਵਿੱਚ, ਚੰਗੇ ਸਮੇਂ ਦੇ ਵਿੱਚ ਦੀ ਗੁਜ਼ਰਦੇ ਹਾਂ, ਪਰ ਉਸੇ ਤਰ੍ਹਾਂ ਹੀ ਕਈ ਵਾਰੀ ਸਾਨੂੰ ਦੁੱਖਾਂ ਦੇ ਵਿੱਚ, ਦਰਦ ਦੇ ਵਿੱਚ ਦੀ ਲੰਘਣਾ ਪੈਂਦਾ ਹੈ। I think some of you all have experienced the same situation. ਸ਼ਾਇਦ ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਵੀ ਕਈ ਹਨ ਜਿਹੜੇ ਇਸ ਵਕਤ ਉਹੀ ਹਾਲਾਤਾਂ ਚੋਂ ਲੰਘ ਰਹੇ ਹਨ। From the day one when we born in this world, we are going through different situations. ਜਿਸ ਦਿਨ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਧਰਤੀ ਤੇ ਜਨਮ ਲਿਆ ਸੀ, ਅਸੀਂ ਇਦਾਂ ਦੇ ਹਾਲਾਤਾਂ ਚੋਂ ਦੇਖਦੇ ਆ ਰਹੇ ਹਾਂ। Sometimes we experience the blessed situations. ਕਈ ਵਾਰੀ ਅਸੀਂ ਆਸ਼ੀਸ਼ ਭਰੇ ਦਿਨ ਦੇਖਦੇ ਹਾਂ, Sometimes we experience sorrows. ਕਈ ਵਾਰੀ ਫਿਰ ਸਾਨੂੰ ਦੁੱਖ ਦੇਖਣੇ ਪੈਂਦੇ ਹਨ। The graph is up and down. ਇਹ ਜਿਹੜਾ ਗ੍ਰਾਫ ਹੁੰਦਾ ਹੈ ਉੱਪਰ ਥੱਲੇ ਜਾਂਦਾ ਹੀ This ਰਹਿੰਦਾ is ਹੈ। the part of the life in this world. ਇਹ ਸਾਡੇ ਜੀਵਨ ਦਾ, ਇਸ ਸੰਸਾਰੀ ਜੀਵਨ ਦਾ ਹਿੱਸਾ ਹੁੰਦਾ ਹੈ। It is the worldly people or the godly people has to go through this all. ਇਹ ਚਾਹੇ ਪਰਮੇਸ਼ਵਰ ਦੇ ਲੋਕ ਹੋਣ, ਚਾਹੇ ਇਸ ਸੰਸਾਰ ਦੇ ਲੋਕ ਹਨ, ਸਾਰੇ ਹੀ ਇਸ ਦੇ ਵਿੱਚੋਂ ਦੀ ਗੁਜ਼ਰਦੇ ਹਨ। But there is a difference in experiencing the distress in the worldly people and the godly people. ਜਿਹੜਾ ਇਹ ਦੁੱਖਾਂ ਦੇ ਵਿੱਚੋਂ ਦੀ ਲੰਘਣਾ, ਇਹ ਸੰਸਾਰੀ ਲੋਕਾਂ ਦਾ ਇੱਕ ਅਲੱਗ ਹੁੰਦਾ ਹੈ, ਪਰ ਪਰਮੇਸ਼ਵਰ ਦੇ ਲੋਕਾਂ ਦਾ ਅਲੱਗ ਹੁੰਦਾ ਹੈ। Some worldly people, when they go through the distress, they will close their life in this earth. ਸੰਸਾਰੀ ਲੋਕਾਂ ਨੂੰ ਜਦੋਂ ਇਹ ਦੁੱਖਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ, ਕਈ ਵਾਰੀ ਉਹ ਆਪਣੀ ਜੀਵਨ ਦੀ ਲੀਲਾ ਨੂੰ ਖਤਮ ਕਰ ਦਿੰਦੇ ਹਨ। They think that suicide is the solution of the distress. ਉਹ ਸੋਚਦੇ ਹਨ ਆਤਮ ਹੱਤਿਆ ਹੀ ਇਹਨਾਂ ਦੁੱਖਾਂ ਦਾ ਹੱਲ ਹੈ। But as a child of God, ਪਰ ਪਰਮੇਸ਼ਵਰ ਦੇ ਬੱਚੇ, distress or sorrows are not the end. ਇਹ ਦੁੱਖਾਂ ਦੇ ਵਿੱਚੋਂ ਦੀ ਲੰਘਣਾ ਹੀ ਅੰਤ ਨਹੀਂ ਹੁੰਦਾ ਹੈ। That is the step to the victory. ਇਹ ਹੁੰਦਾ ਹੈ ਜਿੱਤ ਦੀ ਨਿਸ਼ਾਨੀ ਦਾ ਨਿਸ਼ਾਨ। Hallelujah. ਹਾਲੇਲੂਇਆ। How many of you experienced that? ਕਿੰਨੇ ਜਣਿਆਂ ਨੂੰ ਇਹ ਤਜਰਬਾ ਹੈ? In my life, I experienced. ਮੈਂ ਆਪਣੇ ਜੀਵਨ ਦੇ ਵਿੱਚ ਇਹ ਦੇਖਿਆ ਹੈ। I went through the sorrows. ਮੈਂ ਦੁੱਖਾਂ ਦੇ ਵਿੱਚ ਦੀ ਲੰਘਿਆ ਹਾਂ। I went through distresses. ਮੈਂ ਬਹੁਤ ਹੀ ਦੁੱਖਾਂ ਦੇ ਵਿੱਚੋਂ ਦੀ ਲੰਘਿਆ ਹਾਂ। But my God has brought into me a blessed place. ਮੈਨੂੰ ਪਰ ਪਰਮੇਸ਼ਵਰ ਨੇ ਇੱਕ ਆਸ਼ੀਸ਼ ਵਾਲੀ ਜਗ੍ਹਾ ਤੇ ਲੈ ਕੇ ਆਂਦਾ। Maybe some of you who are listening us is going through some distress situations. ਸ਼ਾਇਦ ਅੱਜ ਵੀ ਜੋ ਤੁਸੀਂ ਅੱਜ ਸੁਣ ਰਹੇ ਹੋ, ਸ਼ਾਇਦ ਤੁਸੀਂ ਵੀ ਇਦਾਂ ਦੇ ਹਾਲਾਤ ਵਿੱਚ ਹੋਵੋ। Maybe you are going through some difficult situations. ਸ਼ਾਇਦ ਤੁਸੀਂ ਬਹੁਤ ਸਾਰੀ ਮੁਸ਼ਕਿਲ ਤੰਗੀ ਵਾਲੇ ਹਾਲਾਤ ਚੋਂ ਲੰਘ Maybe ਰਹੇ it ਹੋ। is in your financial life. ਸ਼ਾਇਦ ਹੋ ਸਕਦਾ ਹੈ ਕਿ ਤੁਹਾਡਾ ਇਹ ਆਰਥਿਕ ਹਾਲਾਤ ਵਿਗੜੇ ਹੋਏ ਹੋਣ। Maybe in your workplace. ਸ਼ਾਇਦ ਤੁਹਾਡੇ ਕੰਮ ਵਾਲੀ ਜਗ੍ਹਾ ਤੇ, Maybe because of your children. ਸ਼ਾਇਦ ਤੁਹਾਡੇ ਬੱਚਿਆਂ ਦੀ ਵਜ੍ਹਾ ਦੇ Or ਨਾਲ, maybe you are sick. ਸ਼ਾਇਦ ਤੁਸੀਂ ਬਿਮਾਰ ਹੋ। Whatever your distress situation, ਜੋ ਵੀ ਦੁੱਖਾਂ ਦੇ ਤੁਹਾਡੇ ਹਾਲਾਤ ਹੋਣ, God has allowed it into our life. ਇਹ ਪਰਮੇਸ਼ਵਰ ਨੂੰ ਮੌਕਾ ਦਿਓ ਤੁਹਾਡੇ ਜੀਵਨ ਦੇ ਵਿੱਚ। It is not to close our life. ਇਹ ਨਹੀਂ ਹੈ ਕਿ ਆਪਣੇ ਜੀਵਨ ਨੂੰ ਹੀ ਖਤਮ ਕਰਨਾ ਹੈ। It is not to destroy you. ਇਹ ਆਪਣੇ ਆਪ ਨੂੰ ਖਤਮ ਕਰਨਾ ਨਹੀਂ ਹੈ। This distress has allowed by God to in our life to give you another step of blessing. ਪਰਮੇਸ਼ਵਰ ਕਈ ਵਾਰੀ ਇਦਾਂ
ਦੁੱਖਾਂ ਨੂੰ ਆਉਣ ਦਿੰਦਾ ਹੈ ਸਾਡੇ ਜੀਵਨ ਦੇ ਵਿੱਚ ਤਾਂ ਕਿ ਪਰਮੇਸ਼ਵਰ ਸਾਨੂੰ ਆਸ਼ੀਸ਼ਾਂ ਦੇ ਲਈ ਹੋਰ ਵੀ ਉੱਚਾ ਕਰੇ। The distress which came into our life is God allowed because He want to give you some promotion. ਕਿਉਂ ਪਰਮੇਸ਼ਵਰ ਉਹ ਦੁੱਖਾਂ ਨੂੰ ਕਈ ਵਾਰੀ ਸਾਡੇ ਜੀਵਨ 'ਚ ਲੈ ਕੇ ਆਉਂਦੇ ਹਨ ਤਾਂ ਕਿ ਉਹ ਤੁਹਾਡੇ ਜੀਵਨ ਨੂੰ ਆਸ਼ੀਸ਼ ਨੂੰ ਹੋਰ ਵੀ ਤਰੱਕੀ ਦੇਣ। The man of God who knew it, ਉਹ ਜੋ ਮਨੁੱਖ ਦਾ ਪਰਮੇਸ਼ਵਰ ਦਾ ਮਨੁੱਖ ਸੀ ਉਹ ਜਾਣਦਾ ਸੀ। that what we read in Psalms 118. ਇਹੀ ਹੈ ਜੋ ਅਸੀਂ ਜ਼ਬੂਰਾਂ ਦੀ ਪੋਥੀ 118 ਅਧਿਆਇ ਦੇ ਵਿੱਚ ਪੜ੍ਹਿਆ ਹੈ। What he says, ਕੀ ਉਹਨੇ ਕਿਹਾ? through that distress, ਉਹਨੇ ਕਿਹਾ ਦੁੱਖਾਂ ਦੇ ਵਿੱਚ he's saying, I called on my Lord. ਉਹਨੇ ਕਿਹਾ ਕਿ ਮੈਂ ਆਪਣੇ ਪਰਮੇਸ਼ਵਰ ਨੂੰ ਯਹੋਵਾ ਨੂੰ ਪੁਕਾਰਿਆ। For me and you, ਔਰ ਮੈਂ ਔਰ ਤੁਸੀਂ whenever the distress comes, ਜਦੋਂ ਵੀ ਦੁੱਖ ਤਕਲੀਫ ਹੁੰਦੀ ਹੈ first we call our relatives, ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹਾਂ। the people who is close to us, we will inform them. ਜੋ ਸਾਡੇ ਨਜ਼ਦੀਕ ਹੁੰਦੇ ਹਨ ਅਸੀਂ ਉਹਨਾਂ ਨੂੰ ਪੁਕਾਰਦੇ ਹਾਂ। Then we will try to make some solution. ਅਸੀਂ ਫਿਰ ਕੋਸ਼ਿਸ਼ ਕਰਦੇ ਹਾਂ ਕੁਝ ਹੱਲ ਕੱਢਣ ਦੇ ਲਈ। If it can be solved by our money, we will try. ਅਗਰ ਸਾਡੇ ਪੈਸੇ ਦੇ ਨਾਲ ਇਹ ਖਤਮ ਹੋ ਜਾਵੇ ਤਾਂ ਉਹਦੀ ਕੋਸ਼ਿਸ਼ ਅਸੀਂ ਕਰਦੇ ਹਾਂ। If that can be solved by the medical science, we are trying. ਅਗਰ ਇਹ ਮੈਡੀਕਲ ਤਰੀਕੇ ਦੇ ਦੁਆਰਾ ਠੀਕ ਹੁੰਦਾ ਹੋਵੇ ਤਾਂ ਅਸੀਂ ਉਹਦੀ ਵੀ ਕੋਸ਼ਿਸ਼ ਕਰਦੇ ਹਾਂ। If that problem can be solved by the high authorities, we are trying for some recommendations and we are reaching there. ਅਗਰ ਕੁਝ ਉੱਚ ਅਧਿਕਾਰੀਆਂ ਦੀ ਵਜ੍ਹਾ ਦੇ ਨਾਲ ਉਹ ਹੱਲ ਹੁੰਦਾ ਹੋਵੇ ਤਾਂ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਔਰ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। However, we are trying with our abilities. ਜੋ ਵੀ ਆਪਣੀ ਯੋਗਤਾ ਦੇ ਨਾਲ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। But when everything is closed, we will come to the Lord. ਜਦੋਂ ਸਭ ਕੁਝ ਬੰਦ ਹੋ ਜਾਂਦਾ ਹੈ ਤਾਂ ਫਿਰ ਅਸੀਂ ਪਰਮੇਸ਼ਵਰ ਦੇ ਕੋਲ ਆਉਂਦੇ ਹਾਂ। Whenever we try our maximum level and it is not solved, then we are going to the Lord. ਜਦੋਂ ਅਸੀਂ ਆਪਣੇ ਵੱਧ ਤੋਂ ਵੱਧ ਲੈਵਲ ਦੇ ਨਾਲ ਗੁਜ਼ਰਦੇ ਹਾਂ ਫਿਰ ਅਗਰ ਕੁਝ ਵੀ ਨਹੀਂ ਹੁੰਦਾ ਤਾਂ ਅਸੀਂ ਪ੍ਰਭੂ ਯਿਸੂ ਕੋਲ ਆਉਂਦੇ ਹਾਂ। But the man of God who wrote this psalm was not like that. ਪਰ ਜੋ ਪਰਮੇਸ਼ਵਰ ਦੇ ਬੰਦੇ ਨੇ ਇਸ ਭਜਨ ਸੰਗੀਤ ਨੂੰ ਲਿਖਿਆ ਉਹ ਇਸ ਤਰ੍ਹਾਂ ਨਹੀਂ ਸੀਗਾ। When the distress came into his life, he called the Lord first. ਜਦੋਂ ਉਹਦੇ ਜੀਵਨ ਦੇ ਵਿੱਚ ਦੁੱਖ ਤਕਲੀਫ ਆਈ ਤਾਂ ਉਹਨੇ ਪਰਮੇਸ਼ਵਰ ਨੂੰ ਪੁਕਾਰਿਆ। As you are a child of God, ਜਦੋਂ ਤੁਸੀਂ ਪਰਮੇਸ਼ਵਰ ਦੇ ਬੱਚੇ ਹੋ, whenever a distress coming, ਜਦੋਂ ਤੁਹਾਡੇ ਜੀਵਨ 'ਚ ਦੁੱਖ ਆਉਣ, let me tell you, according to this word, call first the Lord. ਇਸ ਵਚਨ ਦੇ ਦੁਆਰਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਪਹਿਲਾਂ ਪ੍ਰਭੂ ਯਿਸੂ ਨੂੰ ਪੁਕਾਰੋ। That the call to the Lord must be our emergency number. ਉਹ ਜਿਹੜਾ ਪ੍ਰਭੂ ਨੂੰ ਪੁਕਾਰਨਾ ਹੀ ਸਾਡਾ ਇੱਕ ਐਮਰਜੈਂਸੀ ਨੰਬਰ ਹੈ। Hallelujah. ਹਾਲੇਲੂਇਆ। If even you are not a child of God, ਭਾਵੇਂ ਤੁਸੀਂ ਪਰਮੇਸ਼ਵਰ ਦੇ ਬੱਚੇ ਅਭੀ ਤੱਕ ਨਹੀਂ ਹੋਏ, if your life is in distress, ਅਗਰ ਤੁਹਾਡਾ ਜੀਵਨ ਦੁੱਖਾਂ ਦੇ ਵਿੱਚ ਦੀ ਹੈ, let me tell you, call upon this Lord. ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਨੂੰ ਪੁਕਾਰੋ। Our God Jesus is a merciful God. ਸਾਡਾ ਪ੍ਰਭੂ ਯਿਸੂ ਦਇਆ ਦਾ ਭਰਿਆ ਪਰਮੇਸ਼ਵਰ ਹੈ। He is a loving God. ਉਹ ਪਿਆਰ ਕਰਨ ਵਾਲਾ ਪਰਮੇਸ਼ਵਰ His ਹੈ। grace is sufficient for you to deliver you from there. ਉਹਦੀ ਕਿਰਪਾ ਹੀ ਤੁਹਾਡੇ ਲਈ ਕਾਫੀ ਹੈ ਛੁਟਕਾਰਾ ਦੇਣ ਦੇ ਲਈ। Hallelujah. ਹਾਲੇਲੂਇਆ। See, the psalmist says, ਦੇਖੋ ਇੱਥੇ ਭਜਨ ਸੰਗੀਤਾ ਲਿਖਣ ਵਾਲਾ he ਕਹਿੰਦਾ was ਹੈ in distress. ਉਹ ਦੁੱਖਾਂ ਦੇ ਵਿੱਚ ਸੀ। And what he's done, ਉਹਨੇ ਕੀ ਕੀਤਾ? he said he called on the Lord. ਉਹਨੇ ਕੀ ਕੀਤਾ? ਉਹਨੇ ਪ੍ਰਭੂ ਨੂੰ ਪੁਕਾਰਿਆ। That means he prayed to the Lord. ਉਹਦਾ ਮਤਲਬ ਹੈ ਉਹਨੇ ਪਰਮੇਸ਼ਵਰ ਦੇ ਅੱਗੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ। When he was going through some trouble, ਜਦੋਂ ਉਹ ਤੰਗੀ ਦੇ ਵਿੱਚ ਦੀ ਲੰਘ ਰਿਹਾ ਸੀ, when he was in pain, ਉਹ ਜਦੋਂ ਦਰਦ ਦੇ ਵਿੱਚ ਸੀ, when he was in distress, ਉਹ ਜਦੋਂ ਦੁੱਖ ਦੇ ਵਿੱਚ ਸੀ, he was praying. ਉਹ ਪ੍ਰਾਰਥਨਾ ਕਰ ਰਿਹਾ ਸੀ। How many of you can do this? ਕਿੰਨੇ ਜਣੇ ਤੁਹਾਡੇ ਚ ਏਦਾਂ ਕਰਦੇ ਹਨ? Many of us cannot do this. ਕਈ ਤੁਹਾਡੇ ਵਿੱਚ ਏਦਾਂ ਨਹੀਂ When ਕਰਦੇ। we are in good situation, ਜਦੋਂ ਅਸੀਂ ਚੰਗੇ ਹਾਲਾਤ 'ਚ ਹੁੰਦੇ ਹਾਂ we will pray. ਅਸੀਂ ਪ੍ਰਾਰਥਨਾ ਕਰਦੇ ਹਾਂ। When our mind is free, ਜਦੋਂ ਸਾਡਾ ਮਨ ਜਿਹੜਾ ਮੁਕਤ ਹੁੰਦਾ ਹੈ we will get time for prayer. ਸਾਨੂੰ ਫਿਰ ਸਮੇਂ ਮਿਲਦਾ ਹੈ ਪ੍ਰਾਰਥਨਾ ਕਰਨ ਦੇ When ਲਈ। when we feel the peace, we will get time for prayer. ਔਰ ਜਦੋਂ ਅਸੀਂ ਸ਼ਾਂਤੀ ਮਹਿਸੂਸ ਕਰਦੇ ਹਾਂ ਤਾਂ ਸਾਨੂੰ ਪ੍ਰਾਰਥਨਾ ਦਾ ਸਮੇਂ ਲੱਭਦਾ ਹੈ। When we have money, we will try to pray. ਉਹ ਜਦੋਂ ਸਾਡੇ ਕੋਲ ਪੈਸਾ ਹੁੰਦਾ ਹੈ ਤੇ ਅਸੀਂ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦੇ But ਹਾਂ। this man of God is not like that.
ਇਹ ਮਨੁੱਖ ਜਿਹੜਾ ਸੀਗਾ ਪਰਮੇਸ਼ਵਰ ਦਾ ਬੰਦਾ ਸੀ, ਇਦਾਂ ਨਹੀਂ ਸੀਗਾ। He is saying when he was distressed, he called upon the Lord. ਜਦੋਂ ਉਹ ਕਹਿੰਦਾ ਕਿ ਉਹ ਦੁੱਖ ਦੇ ਵਿੱਚ ਸੀ, ਉਹਨੇ ਉਸ ਵਕਤ ਪਰਮੇਸ਼ਵਰ ਨੂੰ ਪੁਕਾਰਿਆ। Let us tell you, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, this Lord is a God. When you are in distress, you can call. ਇਹ ਪ੍ਰਭੂ ਸਾਡਾ ਪਰਮੇਸ਼ਵਰ ਇਸ ਤਰ੍ਹਾਂ ਦਾ ਹੈ, ਯਹੋਵਾ ਯਿਸੂਆ, ਜਦੋਂ ਵੀ ਤੁਸੀਂ ਉਹਨੂੰ ਦੁੱਖਾਂ 'ਚ ਪੁਕਾਰਦੇ ਹੋ ਤੁਹਾਨੂੰ ਸੁਣਦਾ ਹੈ। He is not only the Lord who hears your voice when you are in good situation. ਇਹ ਪਰਮੇਸ਼ਵਰ ਇਦਾਂ ਨਹੀਂ ਹੈ ਕਿ ਜਦੋਂ ਤੁਸੀਂ ਚੰਗੇ ਸਮੇਂ 'ਚੋਂ ਲੰਘਦੇ ਹੋ ਉਦੋਂ ਹੀ ਤੁਹਾਡੀ ਸੁਣਦਾ ਹੈ। He is a God when he hears you when you are in distress also. ਇਹ ਪਰਮੇਸ਼ਵਰ ਇਦਾਂ ਹੈ ਜਦੋਂ ਤੁਸੀਂ ਦੁੱਖਾਂ ਦੇ ਵਿੱਚੋਂ ਦੀ ਵੀ ਹੋ ਤਾਂ ਤੁਹਾਨੂੰ ਸੁਣਦਾ ਹੈ। So prayer is a must in our life. ਪ੍ਰਾਰਥਨਾ ਸਾਡੇ ਜੀਵਨ 'ਚ ਜ਼ਰੂਰੀ ਹੋਣੀ ਚਾਹੀਦੀ ਹੈ, Not only in our good situation. ਚੰਗੇ ਸਮੇਂ ਦੇ ਵੇਲੇ ਹੀ ਨਹੀਂ, When you are in distress, ਜਦੋਂ ਦੁੱਖ ਦੇ ਵਿੱਚ ਹੁੰਦੇ if you ਹੋ, are going through some trouble, ਜਦੋਂ ਤੰਗੀ ਦੇ ਵਿੱਚ ਦੀ ਹੋ, if you are going through a painful situation, ਜੇਕਰ ਤੁਸੀਂ ਦਰਦਨਾਕ ਹਾਲਾਤ ਵਿੱਚ ਹੋ, prayer is the best solution. ਜਿਹੜੀ ਪ੍ਰਾਰਥਨਾ ਹੀ ਉੱਤਮ ਉਹਦਾ ਹੱਲ ਹੈ। It is not only in the Old Testament says. ਇਸੇ ਤਰ੍ਹਾਂ ਪੁਰਾਣੇ ਸਮੇਂ 'ਚ ਪੁਰਾਣੇ ਨਿਯਮ 'ਚ ਹੀ ਨਹੀਂ ਕਿਹਾ ਗਿਆ, When you come into the New Testament also the same we can see there. ਜਦੋਂ ਅਸੀਂ ਨਵੇਂ ਨਿਯਮ 'ਚ ਆਉਂਦੇ ਹਾਂ ਤਾਂ ਇਦਾਂ ਹੀ ਨਵੇਂ ਨਿਯਮ 'ਚ ਵੀ ਕਿਹਾ ਗਿਆ ਹੈ। In James chapter 5 verse 13 we can read. ਯਾਕੂਬ ਦੀ ਕਿਤਾਬ 5 ਅਧਿਆਇ ਦਾ 13 ਵਚਨ ਅਸੀਂ ਪੜ੍ਹ ਸਕਦੇ There the ਹਾਂ। Bible says, is anyone among you suffering? Let him pray. ਉਹਦੇ ਵਿੱਚ ਲਿਖਿਆ ਹੈ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਦੁਖੀ ਹੈ ਤਾਂ ਉਹਦੇ ਲਈ ਪ੍ਰਾਰਥਨਾ ਕਰੋ। So the James says, if you are suffering, your duty is to pray. ਯਾਕੂਬ ਕਹਿ ਰਿਹਾ ਹੈ ਕਿ ਅਗਰ ਤੁਸੀਂ ਤੰਗੀ ਵਿੱਚ ਹੋ ਤਾਂ ਤੁਹਾਡਾ ਕੰਮ ਹੈ ਪ੍ਰਾਰਥਨਾ ਕਰਨਾ। So what is the prayer? ਇਹ ਪ੍ਰਾਰਥਨਾ ਕੀ ਹੈ? So prayer is speaking with God. ਇਹ ਪ੍ਰਾਰਥਨਾ ਹੈ ਤਾਂ ਕਿ ਅਸੀਂ ਪਰਮੇਸ਼ਵਰ ਨਾਲ ਗੱਲ ਕਰਦੇ ਹਾਂ। Prayer is a communication with God. ਜੋ ਪਰਮੇਸ਼ਵਰ ਦੇ ਨਾਲ ਸਾਡਾ ਸੰਬੰਧ ਜੋੜਦੀ ਹੈ। Prayer is pouring your heart to the Lord. ਜੋ ਪ੍ਰਾਰਥਨਾ ਹੈ ਉਹ ਤੁਹਾਡਾ ਦਿਲ ਪਰਮੇਸ਼ਵਰ ਦੀ ਵੱਲ ਲੈ ਕੇ ਜਾਂਦਾ ਹੈ। Praying is not only one way, it is two way. ਪਰ ਜੋ ਪ੍ਰਾਰਥਨਾ ਹੈ ਉਹ ਇੱਕ ਰਸਤਾ ਹੀ ਨਹੀਂ ਹੈ ਬਲਕਿ ਆਉਣ ਜਾਣ ਦਾ ਦੂਸਰਾ ਰਸਤਾ ਵੀ ਹੈ। Prayer is the one way that you are speaking with Lord and you are hearing from the Lord. ਪ੍ਰਾਰਥਨਾ ਇਹ ਹੈ ਕਿ ਇੱਕ ਰਾਹ ਤੁਸੀਂ ਪਰਮੇਸ਼ਵਰ ਨਾਲ ਗੱਲ ਕਰਦੇ ਹੋ ਤੇ ਦੂਸਰੇ ਰਾਹ ਪਰਮੇਸ਼ਵਰ ਦੀ ਗੱਲ ਸੁਣਦੇ ਵੀ ਹੋ। Biblical prayer is speaking us like two persons are speaking together. ਬਾਈਬਲ ਦੀ ਪ੍ਰਾਰਥਨਾ ਇਸ ਤਰ੍ਹਾਂ ਹੈ ਕਿ ਦੋ ਜਨ ਇੱਕ ਦੂਜੇ ਨਾਲ ਗੱਲ ਕਰਦੇ The ਹਨ। biblical prayer is the communication between two friends. ਬਾਈਬਲ ਦੀ ਪ੍ਰਾਰਥਨਾ ਇਸ ਤਰ੍ਹਾਂ ਦੀ ਪ੍ਰਾਰਥਨਾ ਹੈ ਕਿ ਦੋ ਦੋਸਤਾਂ ਦੇ ਵਿੱਚ ਗੱਲਬਾਤ The ਹੁੰਦੀ ਹੈ। biblical prayer is friendly talk. ਉਹ ਜਿਹੜੀ ਬਾਈਬਲ ਦੀ ਪ੍ਰਾਰਥਨਾ ਹੈ ਉਹ ਇੱਕ ਦੋਸਤੀ ਗੱਲਬਾਤ ਹੈ। Have you got any time speaking only one person? ਇਹ ਕਿਵੇਂ ਹਰ ਵੇਲੇ ਤੁਸੀਂ ਇੱਕ ਪਾਸੇ ਹੀ ਗੱਲ ਸੁਣ ਸਕਦੇ ਹੋ? If you speak with your friend, you both will start to speak. ਜਦੋਂ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਦੋਨੇ ਪਾਸਿਓਂ ਗੱਲਬਾਤ ਹੁੰਦੀ ਹੈ। So the same way when you go to the presence of God for prayer, make sure you are listening from the Lord also. ਅਗਰ ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲ ਪ੍ਰਭੂ ਦੇ ਕੋਲ ਪ੍ਰਾਰਥਨਾ ਲਈ ਜਾਂਦੇ ਹੋ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪ੍ਰਭੂ ਦੀ ਵੱਲੋਂ ਤੁਹਾਨੂੰ ਕੁਝ ਸੁਣਦਾ ਵੀ ਹੈ। Because our Lord is a living God. ਸਾਡਾ ਪ੍ਰਭੂ ਜਿੰਦਾ ਪਰਮੇਸ਼ਵਰ He ਹੈ। listens and He speaks. ਉਹ ਸੁਣਦਾ ਵੀ ਹੈ ਤੇ ਉਹ ਬੋਲਦਾ ਵੀ ਹੈ। Our God is not a busiest God. ਸਾਡਾ ਪ੍ਰਭੂ ਜਿਹੜਾ ਉਹ ਕੋਈ ਬਿਜ਼ੀ ਰਹਿਣ ਵਾਲਾ ਨਹੀਂ ਹੈ। Don't think that whatever you pray that God will write or record in His record book and after whenever He is free He will answer you. ਇਹ ਨਾ ਸੋਚੋ ਕਿ ਜੋ ਕੁਝ ਤੁਸੀਂ ਪ੍ਰਭੂ ਦੇ ਅੱਗੇ ਬੋਲਦੇ ਹੋ ਪ੍ਰਭੂ ਆਪਣੀ ਨੋਟਬੁੱਕ ਉੱਤੇ ਲਿਖੇਗਾ ਔਰ ਕੁਝ ਸਮੇਂ ਬਾਅਦ ਉਹਦਾ ਜਵਾਬ ਦੇਵੇਗਾ। He is a God will answer you whenever you call. ਉਹ ਪ੍ਰਭੂ ਇਸ ਤਰ੍ਹਾਂ ਦਾ ਪਰਮੇਸ਼ਵਰ ਹੈ ਕਿ ਜਦੋਂ ਤੁਸੀਂ ਚਾਹੋਗੇ ਉਹ ਤੁਹਾਨੂੰ ਜਵਾਬ ਦੇਵੇਗਾ। In Bible He says that call me I will answer to you. ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਪ੍ਰਭੂ ਨੇ ਕਿਹਾ ਕਿ ਤੂੰ ਮੈਨੂੰ ਪੁਕਾਰ ਔਰ ਮੈਂ ਤੈਨੂੰ ਜਵਾਬ ਦੇਵਾਂਗਾ। When you ring Him, the first ring He will take the mobile. ਜਦੋਂ ਤੁਸੀਂ ਪਹਿਲੀ ਹੀ ਬੈਲ ਵਿੱਚ ਜਦੋਂ ਤੁਸੀਂ ਲਗਾਓਗੇ ਤਾਂ ਪਹਿਲੀ ਬੈਲ ਦੇ ਵਿੱਚ ਹੀ ਤੁਹਾਡਾ ਫੋਨ ਉਠਾਏਗਾ। That is how our God. ਇਸੇ ਤਰ੍ਹਾਂ ਦਾ ਹੀ ਸਾਡਾ So ਪ੍ਰਭੂ ਹੈ। prayer in your distress, the prayer is the solution. ਤੁਹਾਡੇ ਦੁੱਖ ਦੇ ਵਿੱਚ
ਪ੍ਰਭੂ ਦੇ ਅੱਗੇ ਪ੍ਰਾਰਥਨਾ ਹੀ ਤੁਹਾਡਾ ਹੱਲ ਹੈ। Pray to the God in the name of our Lord Jesus Christ. ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਤਾਂ ਪ੍ਰਭੂ ਯਿਸੂ ਮਸੀਹਾ ਦੇ ਨਾਮ ਦੇ ਵਿੱਚ ਕਰੋ। In your distress or in your sorrows or in your painful situation, if you want to pray to the Almighty God, you need our Lord Jesus Christ as our Lord. ਜਦੋਂ ਵੀ ਤੁਸੀਂ ਆਪਣੇ ਤੰਗੀ ਦੇ ਵਿੱਚ, ਦੁੱਖਾਂ ਦੇ ਵਿੱਚ, ਤਕਲੀਫਾਂ ਦੇ ਵਿੱਚ ਪ੍ਰਾਰਥਨਾ ਕਰਨੀ ਚਾਹੁੰਦੇ ਹੋ ਉਸ ਪ੍ਰਭੂ ਦੇ ਅੱਗੇ, ਤਾਂ ਇੱਕ ਗੱਲ ਯਾਦ ਰੱਖੋ, ਪ੍ਰਭੂ ਯਿਸੂ ਮਸੀਹਾ ਤੁਹਾਡਾ ਉਦਾਰਕਰਤਾ ਪਰਮੇਸ਼ਵਰ ਹੋਵੇ। If Jesus Christ is your personal Lord and Savior, then your door is open to the Father in heaven. ਔਰ ਅਗਰ ਪ੍ਰਭੂ ਯਿਸੂ ਮਸੀਹਾ ਤੁਹਾਡੇ ਪ੍ਰਭੂ ਹੈ, ਤੁਹਾਡੇ ਉਦਾਰਕਰਤਾ ਹੈ, ਤਾਂ ਤੁਹਾਡੇ ਲਈ ਦਰਵਾਜ਼ਾ ਖੁੱਲਾ ਹੈ ਉਸ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੇ ਕੋਲ ਜਾਣ ਦੇ The ਲਈ। door to the heaven is open or not only for few hours. ਔਰ ਜਿਹੜਾ ਸਵਰਗ ਦਾ ਦਰਵਾਜ਼ਾ ਕੁਝ ਘੰਟੇ ਲਈ ਹੀ ਤੁਹਾਡੇ ਲਈ ਨਹੀਂ ਖੁੱਲਾ ਫਿਰ। Through the name of Lord Jesus Christ, the door to heaven is open 24 hours, 7 days in a week, 365 days in a year. ਪ੍ਰਭੂ ਯਿਸੂ ਮਸੀਹਾ ਦੇ ਨਾਮ ਦੇ ਵਿੱਚ ਉਹ ਸਵਰਗ ਦਾ ਦਰਵਾਜ਼ਾ ਤੁਹਾਡੇ ਲਈ 24 ਘੰਟੇ 7 ਦਿਨ ਔਰ 365 ਦਿਨ ਸਾਲ ਦੇ ਤੁਹਾਡੇ ਲਈ ਖੁੱਲਾ ਰਹੇਗਾ। If you want to go to a church and pray, the church will open in few hours. ਅਗਰ ਤੁਸੀਂ ਕਿਸੇ ਕਲੀਸਿਆ ਦੇ ਵਿੱਚ ਪ੍ਰਾਰਥਨਾ ਕਰਨ ਲਈ ਜਾਓਗੇ ਤਾਂ ਉਹ ਚਰਚ ਤੁਹਾਡੇ ਲਈ ਥੋੜੇ ਸਮੇਂ ਲਈ ਖੁੱਲੇਗਾ। But our heavenly Father's door is open for you and me 24 hours. ਪਰ ਸਾਡੇ ਸਵਰਗੀ ਪ੍ਰਭੂ ਦਾ ਦਰਵਾਜ਼ਾ ਤੁਹਾਡੇ ਲਈ 24 ਘੰਟੇ ਖੁੱਲਾ ਹੈ। So if you search in the Bible, you can see lot of people who went through the distress and they called upon to the Lord. ਜਦੋਂ ਤੁਸੀਂ ਬਾਈਬਲ ਦੇ ਵਿੱਚ ਦੇਖੋਗੇ, ਜੋ ਲੋਕ ਵੀ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘੇ, ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ। Moses, ਮੂਸਾ whenever he was in distress, he called upon the Lord. ਜਦੋਂ ਵੀ ਮੂਸਾ ਦੁੱਖਾਂ ਦੇ ਵਿੱਚ ਹੁੰਦਾ ਸੀ, ਉਹਨੇ ਪ੍ਰਭੂ ਨੂੰ ਪੁਕਾਰਿਆ। Even though through his hand God was doing mighty miracles. ਭਾਵੇਂ ਕਿ ਪ੍ਰਭੂ ਉਹਦੇ ਹੱਥਾਂ ਦੇ ਦੁਆਰਾ ਬਹੁਤ ਸਾਰੇ ਕੰਮ ਕਰਦਾ ਸੀ। He done lot of miracles in Egypt. ਉਹਨੇ ਮਿਸਰ ਦੇ ਵਿੱਚ ਬਹੁਤ ਸਾਰੇ ਚਮਤਕਾਰ ਕੀਤੇ। When he came into the Red Sea, through his hand God separated the water. ਜਦੋਂ ਉਹ ਲਾਲ ਸਮੁੰਦਰ ਦੇ ਸਾਹਮਣੇ ਆਇਆ, ਉਹਦੇ ਹੱਥ ਦੇ ਦੁਆਰਾ ਹੀ ਪ੍ਰਭੂ ਨੇ ਉੱਥੇ ਰਸਤਾ ਬਣਾ ਦਿੱਤਾ। And when he prayed, the water came again. ਔਰ ਜਦੋਂ ਉਹਨੇ ਫਿਰ ਪ੍ਰਾਰਥਨਾ ਕੀਤੀ ਤਾਂ ਪਾਣੀ ਫਿਰ ਇਕੱਠੇ ਹੋ ਗਏ। When he stretched the rock, the water came out. ਔਰ ਜਦੋਂ ਉਹਨੇ ਪੱਥਰ ਨੂੰ ਕਿਹਾ, ਪਹਾੜ ਨੂੰ ਕਿਹਾ, ਤਾਂ ਉਹਨੇ ਪਾਣੀ ਦਿੱਤਾ। This kind of lot of miracles has happened through the hands of Moses. ਇਸੇ ਤਰ੍ਹਾਂ ਦੇ ਬਹੁਤ ਸਾਰੇ ਚਮਤਕਾਰ ਮੂਸਾ ਦੇ ਹੱਥੀਂ ਪ੍ਰਭੂ ਨੇ ਕੀਤੇ। But when he was in distress, ਪਰ ਜਦੋਂ ਉਹ ਦੁੱਖ ਵਿੱਚ ਆਉਂਦਾ we ਸੀ, can see he called upon the Lord. ਅਸੀਂ ਦੇਖ ਸਕਦੇ ਹਾਂ ਕਿ ਉਹਨੇ ਪ੍ਰਭੂ ਨੂੰ ਪੁਕਾਰਿਆ। When they had no water, ਜਦੋਂ ਉਹਨਾਂ ਦੇ ਕੋਲ ਪਾਣੀ ਨਹੀਂ ਸੀ, when they had no food, ਉਹਨਾਂ ਦੇ ਕੋਲ ਭੋਜਨ ਨਹੀਂ ਸੀ, the Israelites took stones to throw into him. ਤਾਂ ਇਜ਼ਰਾਈਲੀ ਲੋਕ ਪੱਥਰ ਚੁੱਕ ਕੇ ਉਹਨੂੰ ਮਾਰਨ ਲਈ ਗਏ। Then he called the Lord. ਫਿਰ ਉਹਨੇ ਪ੍ਰਭੂ ਨੂੰ ਪੁਕਾਰਿਆ। God answered him. ਪ੍ਰਭੂ ਨੇ ਫਿਰ ਉਹਨੂੰ ਜਵਾਬ ਦਿੱਤਾ। Joshua, ਯੋਸ਼ੂਆ when he was in distress, ਜਦੋਂ ਉਹ ਦੁੱਖ ਵਿੱਚ ਸੀ, they went for fighting and they failed. ਔਰ ਜਦੋਂ ਉਹ ਯੁੱਧ ਲੜਨ ਦੇ ਲਈ ਗਈ ਤਾਂ ਉਹ ਹਾਰ ਗਏ। Then Joshua called upon the Lord. ਔਰ ਫਿਰ ਯੋਸ਼ੂਆ ਨੇ ਪ੍ਰਭੂ ਨੂੰ ਪੁਕਾਰਿਆ God gave them a victory. ਔਰ ਪ੍ਰਭੂ ਨੇ ਉਹਨੂੰ ਜਿੱਤ ਦਿੱਤੀ। Prophet Samuel, ਸੈਮੂਅਲ, when he was in distress, ਨਬੀ ਸੈਮੂਅਲ ਜਦੋਂ ਦੁੱਖ ਦੇ ਵਿੱਚ ਸੀ he cried upon the Lord. ਔਰ ਪ੍ਰਭੂ ਦੇ ਸਾਹਮਣੇ ਉਹ ਰੋਇਆ। The Israel people, they asked a king to the Samuel. ਔਰ ਜਦੋਂ ਉਹ ਸੈਮੂਅਲ ਦੇ ਇਜ਼ਰਾਈਲ ਦੇ ਲੋਕ ਸੈਮੂਅਲ ਦੇ ਅੱਗੇ ਜਾ ਕੇ ਰਾਜੇ ਲਈ ਰੋ ਰਹੇ ਸਨ, All night he cried and he prayed. ਸਾਰੀ ਰਾਤ ਉਹ ਰੋਇਆ ਤੇ ਪ੍ਰਾਰਥਨਾ ਕੀਤੀ। God answered to him. ਪ੍ਰਭੂ ਨੇ ਉਹਨੂੰ ਜਵਾਬ ਦਿੱਤਾ। David, ਦਾਊਦ ਰਾਜਾ, the king, the best king in Israel, ਜਿਹੜਾ ਕਿ ਚੰਗਾ ਰਾਜਾ ਸੀਗਾ ਇਜ਼ਰਾਈਲ ਦੇ ਲਈ, though he was the chief commander of the military of King Saul, ਔਰ ਜਦੋਂ ਰਾਜੇ ਸ਼ਾਉਲ ਰਾਜੇ ਦੀ ਮਿਲਟਰੀ ਦੇ ਵਿੱਚ ਸੀਗਾ ਉਹ, he was anointed by God. ਔਰ ਪਰਮੇਸ਼ਰ ਦੇ ਦੁਆਰਾ, ਪ੍ਰਭੂ ਦੇ ਦੁਆਰਾ ਉਹ ਮਸਾ ਕੀਤਾ ਹੋਇਆ He ਸੀ। was prophesied as he will be the king of Israel. ਔਰ ਜਦੋਂ ਉਹਦੇ ਲਈ ਇਹ ਭਵਿੱਖਬਾਣੀ ਹੋਈ ਸੀ ਕਿ ਇਹ ਰਾਜਾ
ਜਾ ਕੇ ਅੱਗੇ ਬਣੇਗਾ But ਇਜ਼ਰਾਈਲ when he ਦਾ। was in distress, ਜਦੋਂ ਪਰ ਉਹ ਦੁੱਖ ਵਿੱਚ ਸੀ, he called upon the Lord. ਉਹਨੇ ਪ੍ਰਭੂ ਨੂੰ ਪੁਕਾਰਿਆ। He thought he will die. ਉਹਨੇ ਸੋਚਿਆ ਉਹ ਮਰ ਜਾਏਗਾ। He thought King Saul will kill him. ਉਹਨੂੰ ਪਤਾ ਲੱਗ ਗਿਆ ਕਿ ਉਹਨੂੰ ਲੱਗਦਾ ਸੀ ਕਿ ਰਾਜਾ ਸ਼ਾਉਲ ਉਹਨੂੰ ਮਾਰ ਦੇਗਾ। Oh, he called upon the Lord. ਉਹਨੇ ਪ੍ਰਭੂ ਨੂੰ ਪੁਕਾਰਿਆ। There are many people in the Bible. ਬਾਈਬਲ ਦੇ ਵਿੱਚ ਹੋਰ ਵੀ ਬਹੁਤ ਲੋਕ ਹਨ, Whenever they were in distress, ਜਦੋਂ ਵੀ ਉਹ ਦੁੱਖ ਵਿੱਚ ਹੁੰਦੇ ਸੀ, they got their trust in the Lord. ਉਹ ਆਪਣਾ ਭਰੋਸਾ ਪ੍ਰਭੂ ਤੇ ਲੈ ਕੇ ਆਉਂਦੇ ਸੀ। Their shield was God. ਉਹਨਾਂ ਦੀ ਢਾਲ ਪ੍ਰਭੂ ਸੀ, Their protection was God. ਉਹਨਾਂ ਦੀ ਸੁਰੱਖਿਆ ਪ੍ਰਭੂ ਸੀ। Hallelujah. ਹਾਲੇਲੂਇਆ, Hallelujah. ਹਾਲੇਲੂਇਆ। We will touch 2 or 3 persons from the Bible. ਅਸੀਂ 2-3 ਹੋਰ ਜਿਹੜੇ ਬਾਈਬਲ ਦੇ ਲੋਕ ਹਨ ਉਹਨਾਂ ਨੂੰ We ਦੇਖਾਂਗੇ। will look into this. ਅੱਜ ਉਹਨਾਂ ਨੂੰ ਦੇਖਾਂਗੇ ਆਪਾਂ, Their prayers ਉਹਨਾਂ ਦੀ ਪ੍ਰਾਰਥਨਾ and their ਦੇਖਾਂਗੇ, life ਉਹਨਾਂ ਦੇ ਜੀਵਨ ਨੂੰ and the ਦੇਖਾਂਗੇ, lesson what we can learn from that. ਔਰ ਉਸ ਜੋ ਸਿੱਖਿਆ ਸੀ ਉਹਨਾਂ ਤੋਂ ਸਿੱਖ ਸਕਦੇ ਹਾਂ, That is applicable to if it is applicable to our life. ਜਾ ਕੇ ਜਿਹੜੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਆਧਾਰ ਕਰ ਸਕਦੇ ਹਾਂ। Let us take from that. ਉਹਨਾਂ ਦੇ ਵਿੱਚੋਂ ਆਪਾਂ ਲਵਾਂਗੇ। When Hannah, ਤੁਹਾਨੂੰ ਪਤਾ ਹੈ ਹੰਨਾ ਬਾਰੇ, Prophet Samuel's mother, ਜੋ ਜਿਹੜੀ ਨਬੀ ਸੈਮੂਅਲ ਨਬੀ ਦੀ ਜੋ ਮਾਂ ਹੈ। in First Samuel chapter 1 verse 10 we can see that. ਪਹਿਲਾ ਸੈਮੂਅਲ 1 ਅਧਿਆਇ ਦਾ 10 ਵਚਨ ਅਸੀਂ ਦੇਖ ਸਕਦੇ ਹਾਂ। It says she was deeply distressed and prayed to the Lord and wept bitterly. ਤੁਸੀਂ ਪਹਿਲਾ ਸੈਮੂਅਲ 1 ਅਧਿਆਇ ਦਾ 10 ਵਚਨ ਵਿੱਚ ਜਦੋਂ ਪੜ੍ਹਦੇ ਹਾਂ ਕਿ ਅਤੇ ਉਹਦਾ ਮਨ ਬਹੁਤ ਉਦਾਸ ਹੋਇਆ, ਸੋ ਉਹਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ-ਮਾਰ ਕੇ ਰੋਈ। Hallelujah. ਹਾਲੇਲੂਇਆ। Hannah, ਹੰਨਾ, his husband was a good man. ਉਹਦਾ ਪਤੀ ਇੱਕ ਚੰਗਾ ਮਨੁੱਖ ਸੀ। He had 2 wives ਉਹਦੀਆਂ 2 ਪਤਨੀਆਂ ਸੀ, and Hannah had no children. ਔਰ ਹੰਨਾ ਦਾ ਕੋਈ ਵੀ ਸੰਤਾਨ ਨਹੀਂ ਸੀ। But the other wife had got children. ਔਰ ਜਿਹੜੀ ਦੂਸਰੀ ਉਹਦੀ ਨਾਲ ਦੀ ਉਹਦੀ ਪਤਨੀ ਸੀ ਉਹਦੇ ਪਤੀ ਦੀ, ਉਹਦੇ ਬਹੁਤ ਬੱਚੇ ਸਨ। And that other wife, sometimes she provoked her grievously to irritate her because the Lord had closed her womb. ਔਰ ਜਿਹੜੀ ਦੂਸਰੀ ਪਤਨੀ ਸੀਗੀ, ਉਹ ਦੂਸਰੀ ਜਿਹੜੀ ਉਹਦੀ ਸੌਂਕਣ ਸੀਗੀ, ਉਹ ਅਕਾਉਂਦੀ ਸੀ ਤੇ ਉਹਨੂੰ ਛੇੜਦੀ ਹੁੰਦੀ ਸੀਗੀ ਕਿ ਤੇਰੀ ਕੁੱਖ ਬੰਦ ਹੈ। Therefore Hannah wept and would not eat. ਔਰ ਜਿਹੜੀ ਹੰਨਾ ਸੀ ਉਹ ਰੋਂਦੀ ਰਹੀ ਔਰ ਉਸਨੇ ਕੁਝ ਵੀ ਨਾ ਖਾਧਾ। ਫਿਰ So when she was in her home, ਜਦੋਂ ਆਪਣੇ ਘਰ ਵਿੱਚ ਹੁੰਦੀ ਸੀ, whenever the distress come from the other wife, ਔਰ ਜਦੋਂ ਦੂਸਰੀ ਉਹਦੀ ਸੌਂਕਣ ਵੱਲੋਂ ਉਹਨੂੰ ਉਦਾਸੀ ਆਉਂਦੀ ਸੀ, ਦੁੱਖ ਆਉਂਦਾ ਸੀਗਾ, she used to wept and cry. ਉਹ ਰੋਂਦੀ ਸੀਗੀ। But one day ਪਰ ਇੱਕ ਦਿਨ they went to Jerusalem ਉਹ ਯਰੂਸ਼ਲਮ ਨੂੰ ਗਈ, with her husband Elkanah. ਉਹ ਆਪਣੇ ਪਤੀ ਦੇ ਨਾਲ ਗਈ। They used to go every year for prayer. ਔਰ ਹਰ ਸਾਲ ਉਹ ਜਾਂਦੇ ਹੁੰਦੇ ਸੀ ਪ੍ਰਾਰਥਨਾ ਕਰਨ ਦੇ ਲਈ। But this year also happened the same. ਇਸੇ ਤਰ੍ਹਾਂ ਵੀ ਇਸੇ ਸਾਲ ਵੀ ਇਸੇ ਤਰ੍ਹਾਂ ਹੀ ਹੋਇਆ। When they went to Jerusalem, they done the sacrifice, everything, they ate. ਔਰ ਜੋ ਵੀ ਉਹਨਾਂ ਨੇ ਕੁਰਬਾਨੀ ਉਸ ਵੇਲੇ ਕੀਤੀ ਤੇ ਉਹਨੂੰ ਖਾਧਾ। After they took the food, the verse 9 says, 1 Samuel chapter 1 verse 9, after they had eaten and drunk in Shiloh, Hannah rose. ਇੱਕ ਸੈਮੂਅਲ 1 ਦਾ 9 ਦੇ ਵਿੱਚ ਲਿਖਿਆ, ਗੱਲ ਕਾਦੀ ਜਾਂ ਉਹ ਸ਼ਿਲੋ ਵਿੱਚ ਖਾ ਪੀ ਚੁੱਕੇ ਤਾਂ ਹੰਨਾ ਉੱਠੀ ਅਤੇ ਉਸੇ ਵੇਲੇ ਏਲੀ ਯਾਜ਼ਕ ਯਹੋਵਾ ਦੀ ਹੈਕਲ ਇੱਕ ਚੁਗਾੜ ਉੱਤੇ ਗੱਦੀ ਉੱਤੇ ਜਾ ਬੈਠਾ ਹੋਇਆ ਸੀ। Let me tell you, my dear brothers, ਮੇਰੇ ਪਿਆਰੇ ਭਰਾਓ, ਮੈਂ ਤੁਹਾਨੂੰ ਕਹਿਣਾ if ਚਾਹੁੰਦਾ you ਹਾਂ, are in distress, ਅਗਰ ਤੁਸੀਂ ਉਦਾਸ ਹੋ, if your enemy is making some painful situation around you, ਅਗਰ ਵਿਰੋਧੀ ਨੇ ਤੁਹਾਡੇ ਆਲੇ ਦੁਆਲੇ ਦੁੱਖ ਦੇ ਹਾਲਾਤ maybe ਬਣਾਏ some ਹਨ, people are harming you with their words. ਸ਼ਾਇਦ ਕੁਝ ਲੋਕ ਆਪਣੇ ਮੂੰਹ ਦੇ ਸ਼ਬਦਾਂ ਦੇ ਨਾਲ ਤੁਹਾਨੂੰ ਦੁੱਖ ਦੇਣ, Some words in your heart are painful. ਕੁਝ ਸ਼ਬਦ ਜਿਹੜੇ ਤੁਹਾਡੇ ਦਿਲ ਨੂੰ ਉਦਾਸ ਕਰ ਦੇਣ, There is solution. ਉੱਥੇ ਇੱਕ ਹੱਲ ਹੈ। The Hannah found that solution. ਹੰਨਾ ਨੂੰ ਉਹ ਹੱਲ ਮਿਲ ਗਿਆ ਸੀਗਾ। First things, she arose. ਪਹਿਲੀ ਗੱਲ ਉਹ ਉੱਠੀ। Let us arose. ਆਓ ਉੱਠੋ। For what she arose? For what she arose? ਔਰ ਕਿੱਥੋਂ ਉਹ ਉੱਠੀ ਸੀਗੀ? She went for the prayer.
ਉਹ ਉੱਠੀ ਤੇ ਪ੍ਰਾਰਥਨਾ ਦੇ ਲਈ ਗਈ। If you are going through the distress, ਅਗਰ ਤੁਸੀਂ ਉਦਾਸੀ ਵਿੱਚ ਹੋ, ਦੁੱਖ ਵਿੱਚ ਹੋ, don't just sit in your crying and weeping. ਉੱਥੇ ਹੀ ਬੈਠੇ ਰੋਵੋ ਨਾ, ਦੁਖੀ ਨਾ ਹੋਵੋ। You need to arise from that. ਤੁਹਾਨੂੰ ਉਸ ਜਗ੍ਹਾ ਤੋਂ ਉੱਠਣਾ She ਪਵੇਗਾ। arose from her enemy. ਉਹ ਉੱਠੀ ਆਪਣੇ ਦੁਸ਼ਮਣ ਦੇ ਸਾਹਮਣੇ, Arose from the bad words. ਔਰ ਬੁਰੇ ਸ਼ਬਦਾਂ ਦੇ ਵਿੱਚੋਂ ਦੀ ਉਹ ਉੱਠੀ। She arose from her distress. ਉਹ ਆਪਣੇ ਦੁੱਖ ਦੇ ਵਿੱਚ ਉੱਠੀ, Went to the presence of God. ਫਿਰ ਉੱਠ ਕੇ ਉਹ ਪ੍ਰਭੂ ਦੀ ਮੌਜੂਦਗੀ 'ਚ ਗਈ। Let us go to the presence of God. ਪ੍ਰਭੂ ਦੀ ਮੌਜੂਦਗੀ 'ਚ ਜਾਓ। And she started prayer. ਔਰ ਪ੍ਰਾਰਥਨਾ ਸ਼ੁਰੂ ਕੀਤੀ। In verse 10 says, 10 ਅਧਿਆਇ 'ਚ ਲਿਖੇ, she ਵਚਨ was 'ਚ ਲਿਖਿਆ ਹੈ, deeply distressed and prayed to the Lord and wept bitterly. ਅਤੇ ਉਹਦਾ ਮਨ ਬਹੁਤ ਉਦਾਸ ਹੋਇਆ, ਸੋ ਉਹ ਯਹੋਵਾ ਦੇ ਅੱਗੇ ਬੇਨਤੀ ਕੀਤੀ ਤੇ ਭੁੱਬਾਂ ਮਾਰ ਕੇ ਰੋਈ। And she started prayer. ਔਰ ਉਹਨੇ ਪ੍ਰਾਰਥਨਾ ਸ਼ੁਰੂ ਕੀਤੀ। Her prayer was something special prayer. ਉਹਦੀ ਪ੍ਰਾਰਥਨਾ ਬੜੀ ਹੀ ਖਾਸ ਹੋ ਗਈ। In verse 11 says, she vowed to the God. 11 ਦੇ ਵਿੱਚ ਲਿਖਿਆ ਹੈ ਕਿ ਔਰ ਉਹਨੇ ਸੁਖਣਾ ਸੁਖੀ। She took a vow in front of the Lord. ਉਹਨੇ ਪ੍ਰਭੂ ਦੇ ਅੱਗੇ ਇੱਕ ਸੁਖਣਾ ਰੱਖੀ। Let me tell you, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। if you are in a distress, ਅਗਰ ਤੁਸੀਂ ਉਦਾਸ ਹੋ, ਦੁੱਖ ਵਿੱਚ go ਹੋ, to the presence of God. ਪ੍ਰਭੂ ਦੇ ਹਜ਼ੂਰੀ 'ਚ ਜਾਓ, Pour out your heart. ਆਪਣਾ ਦਿਲ ਖੋਲ ਦਿਓ, Cry ਰੋਵੋ, and take a vow before the Lord. ਔਰ ਇੱਕ ਗੱਲ, ਇੱਕ ਫੈਸਲਾ ਪ੍ਰਭੂ ਦੇ ਅੱਗੇ ਲਵੋ। Hannah's problem was she had no children. ਹੰਨਾ ਦੀ ਮੁਸ਼ਕਲ ਸੀਗੀ ਕਿ ਉਹਦਾ ਕੋਈ ਬੱਚਾ ਨਹੀਂ ਸੀ। You married long time back. ਉਹਨੇ ਵਿਆਹ, ਜਿਹੜਾ ਉਹਦਾ ਵਿਆਹ ਹੋਇਆ ਸੀ, ਬਹੁਤ ਪਹਿਲਾਂ ਹੋ ਚੁੱਕਾ Even ਸੀ। after long years after the marriage, you had no children. ਬਹੁਤ ਵਿਆਹ ਦੇ ਬਹੁਤ ਸਾਲ ਬਾਅਦ ਵੀ ਉਹਦੇ ਕੋਈ ਬੱਚਾ ਨਹੀਂ ਸੀਗਾ। Many people are speaking about that. ਔਰ ਉਹ ਕੁਝ ਲੋਕਾਂ ਨੇ ਉਹਦੇ ਬਾਰੇ, ਇਸ ਬੱਚਾ ਨਾ ਹੋਣ ਬਾਰੇ ਗੱਲਾਂ Maybe ਵੀ your ਕੀਤੀਆਂ। family consider that is a curse. ਔਰ ਕੋਈ ਲੋਕ ਕਹਿੰਦੇ ਪਰਿਵਾਰਕ ਵਿੱਚ ਇੱਕ ਕਰਜ਼ ਹੈ, ਸ਼ਰਾਪ Maybe ਹੈ। your community says it's a curse. ਤੁਹਾਡੀ ਜਾਤੀ ਸ਼ਾਇਦ ਕਵੇ ਕਿ ਇਹ ਇੱਕ ਸ਼ਰਾਪ ਹੈ। They are mocking you. ਇਹ ਤੁਹਾਡੇ ਖਿਲਾਫ ਗੱਲ ਕਰਨਗੇ। Maybe the medical science said it is not possible. ਸ਼ਾਇਦ ਮੈਡੀਕਲ ਸਾਇੰਸ ਕਵੇ ਕਿ ਇਹ ਮੁਸ਼ਕਿਲ ਹੈ। But as the way Hannah found, ਔਰ ਜੋ ਰਸਤਾ ਹੰਨਾ ਨੇ ਲੱਭਿਆ, let us tell you there is a way. ਉੱਥੇ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਹਾਂ There ਕਿ is ਇੱਕ ਰਾਹ ਹੈ, possibility. ਇੱਕ ਹੱਲ ਹੈ। Go to the presence of God ਪ੍ਰਭੂ ਦੀ ਹਜ਼ੂਰੀ 'ਚ ਜਾਓ, and take a vow ਇੱਕ ਨਿਰਣੇ ਲਵੋ। that as the Holy Spirit leads you. ਉਹ ਤੁਹਾਡੇ ਦਿਲ ਦੇ ਵਿੱਚ ਪਵਿੱਤਰ ਆਤਮਾ ਨੂੰ ਪਾਉਣ We ਦਿਓ। don't know how to pray. ਸਾਨੂੰ ਨਹੀਂ ਪਤਾ ਕਿ ਕਿਵੇਂ ਪ੍ਰਾਰਥਨਾ ਕਰਨੀ ਹੈ। In Romans chapter 8 verse 26 says, ਰੋਮੀਓ ਦੀ ਕਿਤਾਬ 8 verse 26, ਰੋਮੀਓ ਦੀ ਕਿਤਾਬ 8 ਅਧਿਆਇ ਦੇ 26 ਵਚਨ the 'ਚ ਲਿਖਿਆ ਹੈ, Spirit of God helps us in our weakness, for we do not know what to pray. ਔਰ ਨਿਰਬਲਤਾਈਆਂ ਦੇ ਵਿੱਚ ਪ੍ਰਭੂ ਦਾ ਆਤਮਾ ਸਾਡੀ ਮਦਦ ਕਰਦਾ ਹੈ ਤਾਂ ਕਿ ਅਸੀਂ ਪ੍ਰਾਰਥਨਾ ਕਰ ਸਕੀਏ। But the Spirit Himself intercedes for us with groanings too deep for words. ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤੂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਹਾਲੇਲੂਇਆ। Dearly beloveds, let me tell you, we don't know how to pray. ਮੇਰੇ ਪਿਆਰਿਓ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਸਾਨੂੰ ਨਹੀਂ ਪਤਾ ਪ੍ਰਾਰਥਨਾ ਕਿਵੇਂ ਕਰਨੀ ਹੈ। That our God knows. ਇਹ ਸਾਡੇ ਪ੍ਰਭੂ ਨੂੰ ਹੀ ਪਤਾ ਹੈ, And the Holy Spirit wrote it. ਔਰ ਇਹ ਪਵਿੱਤਰ ਆਤਮਾ ਦਾ ਲਿਖਿਆ The ਹੋਇਆ Bible ਵਚਨ ਹੈ। itself says that the Spirit helps us in our weakness, that for we do not know what to pray for us we ought, but the Spirit Himself intercedes for us with groanings too deep for words. ਪ੍ਰਭੂ ਦਾ ਆਤਮਾ ਇਸ ਵਚਨ 'ਚ ਸਾਨੂੰ ਇਹੀ ਸਿਖਾਉਂਦਾ ਹੈ ਕਿ ਆਤਮਾ ਆਪ ਸਾਡੀ ਦੁਰਬਲਤਾਈਆਂ ਦੇ ਵਿੱਚ ਸਹਾਇਤਾ ਕਰਦਾ ਹੈ। ਚਾਹੇ ਸਾਨੂੰ ਕਿਸੇ ਵਸਤੂ ਲਈ ਪ੍ਰਾਰਥਨਾ ਕਰਨੀ ਨਹੀਂ ਆਉਂਦੀ, ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਪ੍ਰਾਰਥਨਾ ਕਰਦਾ ਹੈ। Even if you don't know what to say to the Lord and what to pray, how to pray, don't worry. Go to the presence of God and kneel down and start to pour out your heart
because the Holy Spirit is interceding for you. ਭਾਵੇਂ ਤੁਹਾਨੂੰ ਨਹੀਂ ਪਤਾ ਕਿ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਿਵੇਂ ਕਰਨੀ ਹੈ, ਪਰ ਫਿਰ ਵੀ ਮੈਂ ਤੁਹਾਨੂੰ ਕਹਾਂਗਾ ਉਠੋ ਔਰ ਪ੍ਰਭੂ ਦੀ ਹਜ਼ੂਰੀ ਵਿੱਚ ਜਾਓ ਔਰ ਆਪਣਾ ਦਿਲ ਖੋਲ ਦਿਓ। ਪ੍ਰਭੂ ਦਾ ਆਤਮਾ ਆਪ ਤੁਹਾਨੂੰ ਪ੍ਰਾਰਥਨਾ ਸਿਖਾਏਗਾ। Verse 27 says that the Holy Spirit intercedes for the saints according to the will of God. ਔਰ 27 ਵਚਨ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਭਈ ਆਤਮਾ ਦੀ ਕੀ ਮਨਸ਼ਾ ਹੈ। Whenever you go for the prayer, allow Holy Spirit to intercede for you according to the will of God. ਜਦੋਂ ਵੀ ਤੁਸੀਂ ਪ੍ਰਭੂ ਦੀ ਹਜ਼ੂਰੀ 'ਚ ਜਾਓਗੇ ਤਾਂ ਪਵਿੱਤਰ ਆਤਮਾ ਨੂੰ ਮੌਕਾ ਦਿਓ ਕਿ ਤੁਹਾਡੇ ਦਿਲ ਨੂੰ ਜਾਂਚੇ ਔਰ ਉਹ ਤੁਹਾਡੇ ਦਿਲ ਨੂੰ ਖੋਲ Because ਦੇਵੇ। we don't know what is the will of God and what is to pray. और ਸਾਨੂੰ नहीं पता कि प्रभु की इच्छा की है और किस तरह प्रार्थना करनी है। And but when you allow Holy Spirit, He will take control in you and He will start to pray with you and intercede for you according to the will of God. और ਜਦੋਂ ਤੁਸੀਂ ਪ੍ਰਭੂ ਦੀ ਆਤਮਾ ਨੂੰ ਮੌਕਾ ਦਿੰਦੇ ਹੋ ਤਾਂ ਪ੍ਰਭੂ ਦਾ ਆਤਮਾ ਆਪ ਜਾਣਦਾ ਹੈ ਔਰ ਤੁਹਾਨੂੰ ਜਾਂਚਦਾ ਹੈ ਕਿ ਤੁਹਾਡੇ ਦਿਲਾਂ ਨੂੰ ਜਾਂਚ ਕੇ ਉਹ ਪ੍ਰਭੂ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ Here ਹੈ। Hannah start to pray. ਇੱਥੇ ਹੰਨਾ ਨੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਸ਼ੁਰੂ ਕੀਤੀ। You know when Hannah start to pray, ਤੁਹਾਨੂੰ ਪਤਾ ਹੈ ਜਦੋਂ ਹੰਨਾ ਨੇ ਪ੍ਰਾਰਥਨਾ ਸ਼ੁਰੂ ਕੀਤੀ Hannah took a vow. ਉਹਨੇ ਇੱਕ ਨਿਰਣੇ ਲਿਆ, ਇੱਕ ਸੁਖਣਾ ਸੁਖੀ। And in verse 13 says, ਔਰ 13 ਵਚਨ 'ਚ ਲਿਖਿਆ ਹੋਇਆ ਹੈ when Hannah was speaking in her heart, only her lips moved and her voice was not heard. ਔਰ 1 ਸੈਮੂਅਲ 1:13 ਦੇ ਵਿੱਚ ਲਿਖਿਆ ਹੋਇਆ ਹੈ ਪਰ ਹੰਨਾ ਆਪਣੇ ਮਨ ਵਿੱਚ ਹੀ ਪਈ ਆਖਦੀ ਸੀ, ਨਿਰੇ ਉਹਦੇ ਬੁੱਲ ਹੀ ਪਏ ਹਿਲਦੇ ਸਨ ਪਰ ਉਹਦੀ ਆਵਾਜ਼ ਨਾ ਸੁਣਾਈ ਦਿੰਦੀ ਸੀ। When we pray from our distress situation, ਜਦੋਂ ਅਸੀਂ ਆਪਣੇ ਉਦਾਸੀ ਔਰ ਦੁੱਖਾਂ ਦੇ ਦਿਨਾਂ ਦੇ ਵਿੱਚ ਪ੍ਰਾਰਥਨਾ when ਕਰਦੇ we ਹਾਂ pray in Holy Spirit, ਔਰ ਪ੍ਰਾਰਥਨਾ ਜਿਹੜੀ ਹੈ ਆਤਮਾ ਦੇ ਵਿੱਚ ਹੋਣ when we ਦਿਓ, allow Holy Spirit to intercede for you, ਜਦੋਂ ਪਵਿੱਤਰ ਆਤਮਾ ਨੂੰ ਅਸੀਂ ਮੌਕਾ ਦਿੰਦੇ ਹਾਂ ਉਹ ਸਾਡੇ ਦਿਲਾਂ ਦੇ ਵਿੱਚ ਆਉਂਦਾ ਹੈ। maybe there will not be any voice. ਭਾਵੇਂ ਉੱਥੇ ਫਿਰ ਕੋਈ ਆਵਾਜ਼ ਨਾ ਹੋਊਗੀ, Maybe your lips will not speak. ਤੁਹਾਡੇ ਬੁੱਲ ਸ਼ਾਇਦ ਨਾ ਉਸ ਵੇਲੇ ਬੋਲਣ, But the word says Hannah's heart was speaking. ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਹੰਨਾ ਦਾ ਦਿਲ ਪ੍ਰਭੂ ਦੇ ਅੱਗੇ ਗੱਲ ਕਰਦਾ In ਸੀ। her heart he was speaking with God. ਉਹ ਆਪਣੇ ਦਿਲ ਤੋਂ ਪ੍ਰਭੂ ਨਾਲ ਗੱਲ ਕਰਦੀ ਪਈ ਸੀ। That's how the Holy Spirit intercedes. ਇਸੇ ਤਰ੍ਹਾਂ ਹੀ ਪਵਿੱਤਰ ਆਤਮਾ ਤੁਹਾਡੇ ਨਾਲ ਕੰਮ ਕਰਦਾ The ਹੈ। New Testament says, ਨਵੇਂ ਨੇਮ 'ਚ ਕਿਹਾ ਗਿਆ ਹੈ even whatever you thought and whatever you pray, God will give you abundantly above than that. God can give you through the power which is working in you. ਪ੍ਰਭੂ ਦਾ ਵਚਨ ਇਸੇ ਲਈ ਕਹਿ ਰਿਹਾ ਹੈ ਜੋ ਤੁਹਾਡੀ ਇੱਛਾ ਤੋਂ ਵੀ ਵੱਧ ਹੈ, ਜੋ ਤੁਸੀਂ ਪ੍ਰਾਰਥਨਾ ਦੇ ਵਿੱਚ ਮੰਗਦੇ ਹੋ ਪ੍ਰਭੂ ਉਸ ਤੋਂ ਵੀ ਵੱਧ ਕੇ ਤੁਹਾਨੂੰ ਦੇਣ ਦੇ ਲਈ ਸਾਮਰਥ ਰੱਖਦਾ ਹੈ। Here when priest Eli looked to Hannah, ਇੱਥੇ ਜਦੋਂ ਨਬੀ ਏਲੀ ਸੀਗਾ ਉਹਨੇ ਜਦੋਂ ਹੰਨਾ ਦੀ ਵੱਲ ਦੇਖਿਆ he found something. ਉਹਨੇ ਕੁਝ ਆਪਣੇ ਵਿੱਚੋਂ ਨੇ ਕੁਝ ਉਹਨੇ ਦੇਖਿਆ। When Eli looking into Hannah, he could not hear any words. ਉਹ ਜਦੋਂ ਏਲੀ ਨੇ ਹੰਨਾ ਵੱਲ ਦੇਖਿਆ ਪਰ ਉਹ ਕੋਈ ਸ਼ਬਦ ਤਾਂ ਨਹੀਂ ਸੁਣ ਰਿਹਾ ਸੀ, But her lips is moving. ਪਰ ਉਹਦੇ ਬੁੱਲ ਜਿਹੜੇ ਸੀ ਉਹ ਹਿਲਦੇ ਸੀਗੇ। Eli thought she was drunk. ਏਲੀ ਨੇ ਕਿਹਾ ਸ਼ਾਇਦ ਇਹਨੇ ਪੀਤੀ ਹੋਈ ਹੈ। And what Hannah replied to Eli? ਪਰ ਹੰਨਾ ਨੇ ਏਲੀ ਨੂੰ ਪਤਾ ਕੀ ਕਿਹਾ? Verse 15 says, 15 ਵਿੱਚ ਲਿਖਿਆ ਹੋਇਆ ਹੈ I am a woman troubled in spirit. ਤਦ ਹੰਨਾ ਨੇ ਉੱਤਰ ਦਿੱਤਾ ਤੇ ਆਖਿਆ, ਨਹੀਂ ਸੁਆਮੀ ਜੀ ਮੈਂ ਤਾਂ ਉਦਾਸ ਮਨ ਦੀ ਤੀਵੀ ਹਾਂ। I have been pouring out my soul before my Lord. ਮੈਂ ਆਪਣਾ ਦਿਲ ਜਿਹੜਾ ਹੈ ਉਹ ਪ੍ਰਭੂ ਦੇ ਸਾਹਮਣੇ ਖੋਲ ਦਿੱਤਾ ਹੈ। My dear beloved, maybe you are going through a distress situation. ਮੇਰੇ ਪਿਆਰਿਓ ਸ਼ਾਇਦ ਤੁਸੀਂ ਵੀ ਦੁੱਖ ਉਦਾਸੀ ਦੇ ਵਿੱਚ ਦੀ ਲੰਘ ਰਹੇ ਹੋ। Oh, the painful situation. ਉਹ ਦਰਦਨਾਕ ਉਹ ਹਾਲਾਤ ਹਨ। You are thinking that I cannot pray. ਤੁਸੀਂ ਸ਼ਾਇਦ ਸੋਚਦੇ ਹੋ ਮੈਂ ਪ੍ਰਾਰਥਨਾ ਨਹੀਂ ਕਰ ਸਕਦਾ। But the word of God says that is the situation you can pray better prayer. ਇਹੀ ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਹੈ, ਇਹੀ ਉਹ ਵੇਲਾ ਹੈ ਜਦੋਂ ਅਸੀਂ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ। The painful situation is the best time for the
best prayer. ਦਰਦ ਭਰਿਆ ਵੇਲਾ ਹੀ ਉਹ ਵੇਲਾ ਹੈ ਜਿਹੜਾ ਸਾਨੂੰ ਪ੍ਰਾਰਥਨਾ ਉੱਤਮ ਪ੍ਰਾਰਥਨਾ ਸਿਖਾਉਂਦਾ Maybe ਹੈ। you are saying that in your room there are many people, so you cannot pray. ਸ਼ਾਇਦ ਤੁਸੀਂ ਕਹੋਗੇ ਕਿ ਸਾਡੇ ਕਮਰੇ ਦੇ ਵਿੱਚ ਬਹੁਤ ਸਾਰੇ ਲੋਕ ਹਨ, ਮੈਂ ਪ੍ਰਾਰਥਨਾ ਨਹੀਂ ਕਰ But you ਸਕਦਾ। can pray without noise. ਪਰ ਤੁਸੀਂ ਬਿਨਾਂ ਆਵਾਜ਼ ਤੋਂ ਵੀ ਪ੍ਰਾਰਥਨਾ You ਕਰ can ਸਕਦੇ pray ਹੋ। without a voice. ਤੁਸੀਂ ਬਿਨਾਂ ਆਵਾਜ਼ ਤੋਂ ਵੀ ਕਹਿ ਸਕਦੇ That ਹੋ। was the example of Hannah's prayer. ਇਹੀ ਹੰਨਾ ਦੀ ਇੱਕ ਉਦਾਹਰਨ ਪ੍ਰਭੂ ਨੇ ਸਾਨੂੰ Hannah ਦਿੱਤੀ was ਹੈ। pouring her heart to the Lord. ਹੰਨਾ ਨੇ ਆਪਣਾ ਦਿਲ ਪ੍ਰਭੂ ਦੇ ਅੱਗੇ ਖੋਲ ਦਿੱਤਾ। Hannah was praying from the heart, not from the mouth. ਹੰਨਾ ਜਿਹੜੀ ਹੈ ਉਹ ਦਿਲ ਤੋਂ ਪ੍ਰਾਰਥਨਾ ਕਰ ਰਹੀ ਸੀ, ਮੂੰਹ ਤੋਂ ਪ੍ਰਾਰਥਨਾ ਨਹੀਂ ਕਰ ਰਹੀ ਸੀ। Even that prayer answered. ਉਹ ਪ੍ਰਾਰਥਨਾ ਦਾ ਵੀ ਜਵਾਬ ਆਇਆ। We may pray 1 hour from our mouth. ਚਾਹੇ ਅਸੀਂ 1 ਘੰਟਾ ਆਪਣੇ ਮੂੰਹ ਤੋਂ You ਪ੍ਰਾਰਥਨਾ may be ਕਰਦੇ praying ਰਹੀਏ। last many years and after years, hours and hours, you are praying every day with your whole voice. ਚਾਹੇ ਤੁਸੀਂ ਪਿਛਲੇ ਸਾਲਾਂ ਤੋਂ ਕਈ ਸਾਲਾਂ ਤੋਂ ਮੂੰਹ ਤੋਂ ਸ਼ਬਦਾਂ ਦੇ ਨਾਲ ਪ੍ਰਾਰਥਨਾ ਕਰ ਰਹੇ ਹੋ, But the prayers are not answering. ਪਰ ਉਹ ਪ੍ਰਾਰਥਨਾ ਦਾ ਕੋਈ ਜਵਾਬ ਹੀ ਨਹੀਂ ਆਇਆ। Here, a small prayer from a lady ਇੱਕ ਔਰਤ ਦੇ ਦੁਆਰਾ ਛੋਟੀ ਜੀ ਪ੍ਰਾਰਥਨਾ without a voice, ਬਿਨਾਂ ਕਿਸੇ ਆਵਾਜ਼ ਤੋਂ, that is got answered. ਉਹੀ ਪ੍ਰਭੂ ਨੇ ਜਵਾਬ ਦਿੱਤਾ। Even the Eli who was looking here, ਉਹ ਜਿਹੜਾ ਨਬੀ ਏਲੀ ਸੀਗਾ, ਉਹਨੇ ਵੀ ਉਹਦੀ ਵੱਲ ਦੇਖਿਆ। he misunderstood her. ਉਹਨੇ ਵੀ ਉਹਨੂੰ ਸਮਝਣ ਦੇ ਲਈ ਉਹਨੂੰ ਸਮਝ ਵਿੱਚ ਨਹੀਂ Dear ਆਇਆ। brother and sister, maybe some people misunderstood you. ਮੇਰੇ ਭੈਣੋ ਤੇ ਭਰਾਵੋ, ਸ਼ਾਇਦ ਕੁਝ ਲੋਕ ਤੁਹਾਨੂੰ ਨਾ ਸਮਝਣ, Maybe they are mocking at you. ਸ਼ਾਇਦ ਤੁਹਾਡੇ ਖਿਲਾਫ ਉਹ ਬੋਲਣ। Don't listen that. ਉਹਨਾਂ ਨੂੰ ਨਾ ਸੁਣਿਓ, Don't give ear to that. ਉਹਨਾਂ ਦੇ ਲਈ ਆਪਣੇ ਕੰਨਾਂ ਨਾ ਖੋਲੋ। Go to the presence of God. ਪ੍ਰਭੂ ਦੇ ਹਜ਼ੂਰ ਵਿੱਚ ਜਾਓ, There is answer for you. ਉੱਥੇ ਤੁਹਾਡੇ ਲਈ ਜਵਾਬ ਹੈ, There is victory for ਉਹ you. ਤੁਹਾਡੇ ਲਈ ਜਿੱਤ ਹੈ। God is going to come into your presence. ਪ੍ਰਭੂ ਤੁਹਾਡੇ ਉਸ ਦੁੱਖ ਵਿੱਚ ਆਏਗਾ। God is going to listen your prayer. ਪ੍ਰਭੂ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ। See what happened. ਦੇਖੋ ਕੀ ਹੋਇਆ। Verse 18 says, 18 ਚ ਲਿਖਿਆ ਹੋਇਆ ਹੈ, Then the woman went her way and ate, and her face was no longer sad. 18 ਵਚਨ ਚ ਲਿਖਿਆ, ਉਸ ਨੇ ਆਖਿਆ, ਤੇਰੀ ਦਇਆ ਤੇਰੀ ਟਹਿਲਣ ਉੱਤੇ ਹੋਵੇ। ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ, ਫਿਰ ਉਹਦਾ ਮੂੰਹ ਉਦਾਸ ਨਾ ਹੋਇਆ। ਹਾਲੇਲੂਇਆ। Can you just smile in your distress situation? ਦੇਖੋ ਆਪਣੇ ਉਦਾਸੀ ਨੂੰ। Maybe many days you cannot smile. ਬਹੁਤ ਦਿਨ ਸ਼ਾਇਦ ਤੁਸੀਂ ਅਜੇ ਤੱਕ ਆਪਣੇ ਚਿਹਰੇ ਤੇ ਸਮਾਈਲ ਵੀ ਨਹੀਂ ਦੇਖੀ। Maybe many months you are not smiled. ਬਹੁਤ ਮਹੀਨਿਆਂ ਤੋਂ ਤੁਸੀਂ ਹੱਸੇ ਵੀ ਨਹੀਂ। Maybe the happiness is taken from you. ਸ਼ਾਇਦ ਖੁਸ਼ੀ ਜਿਹੜੀ ਹੈ ਉਹ ਤੁਹਾਡੇ ਤੋਂ ਚੁਰਾ ਲਈ ਗਈ ਹੈ। But as Hannah, ਜਿਵੇਂ ਹੰਨਾ, can you come to the presence and pray? ਕੀ ਤੁਸੀਂ ਪ੍ਰਭੂ ਦੀ ਹਜ਼ੂਰੀ ਚ ਆਓਗੇ ਉਦਾਸੀ ਦੇ ਵਿੱਚ ਔਰ ਪ੍ਰਾਰਥਨਾ ਕਰੋਗੇ? Pour out all the pains in your heart into the Lord. ਉਹ ਆਪਣੇ ਉਦਾਸੀ ਨੂੰ, ਆਪਣੇ ਦੁੱਖ ਨੂੰ ਪ੍ਰਭੂ ਦੇ ਅੱਗੇ ਖੋਲ ਕੇ ਰੱਖ ਦੋ। The word will give you a confirmation that your face will start to smile. ਪ੍ਰਭੂ ਦਾ ਵਚਨ ਤੁਹਾਨੂੰ ਪੱਕਾ ਕਹਿੰਦਾ ਹੈ ਕਿ ਤੁਹਾਡੇ ਚਿਹਰੇ ਤੇ ਉਦਾਸੀ ਨਾ ਰਹੇਗੀ। If you are a person who is having a continuous prayer life, ਅਗਰ ਤੁਸੀਂ ਐਸੇ ਮਨੁੱਖ ਹੋ ਜੋ ਲਗਾਤਾਰ ਪ੍ਰਾਰਥਨਾ ਕਰਦੇ ਹੋ, any situation you will not be sad. ਕਿਸੇ ਵੀ ਹਾਲਾਤ ਵਿੱਚ ਤੁਸੀਂ ਉਦਾਸ ਨਹੀਂ ਹੋਵੋਗੇ। If you are a person who is having a relationship with God, you will not be sad. ਅਗਰ ਤੁਸੀਂ ਇਦਾਂ ਦੇ ਮਨੁੱਖ ਹੋ ਕਿ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਹੈ, ਤਾਂ ਤੁਸੀਂ ਕਦੀ ਦੁੱਖ 'ਚ ਨਹੀਂ ਹੋਵੋਗੇ। Whatever the situation comes, ਜੋ ਵੀ ਹਾਲਾਤ ਹੋਣਗੇ, whatever the distress comes, ਜੋ ਵੀ ਦੁੱਖ ਹੋਣਗੇ, whatever the sorrows comes, ਜੋ ਵੀ ਉਦਾਸੀ ਦੁੱਖ ਹੋਣਗੇ, but your face will be happy. ਤੁਹਾਡਾ ਚਿਹਰਾ ਹਮੇਸ਼ਾ ਖੁਸ਼ ਰਹੇਗਾ। No sadness can come to your life. ਕੋਈ ਉਦਾਸੀ ਤੁਹਾਡੇ ਜੀਵਨ 'ਚ ਨਹੀਂ ਆਏਗੀ। The word is confirming you. ਪਰਮੇਸ਼ਵਰ ਤੁਹਾਨੂੰ ਪੱਕਾ ਕਹਿੰਦਾ ਹੈ, If you are pouring your heart to the Lord in every situation, you will be the best happiness person. ਅਗਰ ਤੁਸੀਂ ਪ੍ਰਭੂ ਦੇ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ ਦੋਗੇ ਤਾਂ ਤੁਸੀਂ ਖੁਸ਼ੀ
खुश रहने वाले मनुख बन जाओगे। Prayer person is the happiest person. प्रार्थना करने वाला मनुख खुश रहने वाला मनुख You है, cannot be sad. वो कभी दुख च नहीं आਉਂਦਾ। Hallelujah. हालेलुया। And her prayer is answered. ਉਹਦਾ ਪ੍ਰਾਰਥਨਾ ਜੋ ਸੀ ਉਹਨੂੰ ਜਵਾਬ The ਮਿਲਿਆ। very next year she got a child. ਅਗਲੇ ਹੀ ਸਾਲ ਉਹਨੂੰ ਬੱਚਾ ਮਿਲਿਆ, ਬੇਟਾ ਮਿਲਿਆ। That is Prophet Samuel. ਉਹ ਹੈ ਨਬੀ ਸੈਮੂਅਲ। Hallelujah. ਹਾਲੇਲੂਇਆ। How many of you are happy? ਕਿੰਨੇ ਜਣੇ ਤੁਸੀਂ ਖੁਸ਼ Are ਹੋ? you ready for the prayer? ਕੀ ਤੁਸੀਂ ਪ੍ਰਾਰਥਨਾ ਦੇ ਲਈ You ਤਿਆਰ may ਹੋ? be saying that, Pastor, my situation is worse than Hannah. ਸ਼ਾਇਦ ਤੁਸੀਂ ਕਹੋਗੇ ਪਾਸਟਰ ਜੀ ਮੇਰੇ ਹਾਲਾਤ ਹੰਨਾ ਤੋਂ ਵੀ ਵਿਗੜੇ ਹੋਏ ਹਨ। My problem is not the problem of a child. ਮੇਰਾ ਜਿਹੜਾ ਮੁਸ਼ਕਿਲ ਕੋਈ ਬੱਚੇ ਦੀ ਮੁਸ਼ਕਿਲ ਨਹੀਂ ਹੈ। My problem is like death. ਮੇਰਾ ਜੋ ਮੁਸ਼ਕਿਲ ਹੈ ਉਹ ਮੌਤ ਤੋਂ ਬਿਹਤਰ ਹੈ। My life is in between the death and life. ਮੇਰਾ ਜੋ ਹਾਲਾਤ ਹੈ ਮੌਤ ਔਰ ਜੀਵਨ ਦੇ ਵਿੱਚ ਹੈ। Don't worry. ਚਿੰਤਾ ਨਾ ਕਰੋ, Go to the presence of God. ਪ੍ਰਭੂ ਦੀ ਹਜ਼ੂਰੀ 'ਚ ਜਾਓ, There is answer for you. ਉੱਥੇ ਤੁਹਾਡੇ ਲਈ ਜਵਾਬ ਹੈ। Maybe your relative is in a distress situation. ਸ਼ਾਇਦ ਤੁਹਾਡੇ ਜਿਹੜੇ ਰਿਸ਼ਤੇਦਾਰ ਦੁੱਖ ਵਿੱਚ ਹੋਣਗੇ, Maybe your loved one is struggling for life. ਸ਼ਾਇਦ ਤੁਹਾਡੇ ਪਿਆਰੇ ਜਿਹੜੇ ਹਨ ਉਹ ਆਪਣੇ ਜੀਵਨ ਨੂੰ ਗਵਾ ਰਹੇ ਹਨ। There is answer in this Bible. ਇਸ ਬਾਈਬਲ ਦੇ ਵਿੱਚ ਜਵਾਬ ਹੈ, There is solution from the Lord. ਪ੍ਰਭੂ ਦੀ ਵੱਲੋਂ ਉੱਥੇ ਹੱਲ ਹੈ। When King Hezekiah was ruling in Judah, ਔਰ ਜਦੋਂ ਰਾਜਾ ਹਿਜਕਿਯਾ ਯਹੂਦਾ ਤੇ ਰਾਜ ਕਰਦਾ ਸੀ, he was sick. He was under sickness. ਉਹ ਬਿਮਾਰੀ ਦੇ ਵਿੱਚ ਆ ਗਿਆ, He was supposed to die. ਉਹ ਮਰਨ ਵਾਲਾ ਸੀ। Prophet Isaiah came into him. ਉਹ ਜਿਹੜਾ Prophet Isaiah came to him. ਯਸ਼ਾਇਆ ਨਬੀ ਉਹਦੇ ਕੋਲ ਆਇਆ। 2 Kings chapter 20 verse 1 to 6. If you read, you can see that. ਦੂਸਰਾ ਰਾਜਾ And 20 prophet ਅਧਿਆਏ ਦਾ 1 ਤੋਂ 6 ਵਚਨ ਤੱਕ ਤੁਸੀਂ ਜਦੋਂ ਪੜੋਗੇ, and prophet Isaiah is telling to King Hezekiah. ਔਰ ਨਬੀ ਯਸ਼ਾਇਆ ਕਹਿ ਰਿਹਾ ਸੀ ਹਿਜਕਿਯਾ ਰਾਜਾ ਨੂੰ। Say 2 Kings chapter 20 verse 1 to 6. ਦੂਸਰਾ ਰਾਜਾ 20 ਅਧਿਆਏ ਦਾ 1 ਵਚਨ ਤੋਂ ਮੈਂ ਪੜਾਂਗਾ ਤੁਹਾਡੇ ਲਈ। ਉਹਨੀ ਦਿਨੀ ਹਿਜਕਿਯਾ ਬਿਮਾਰ ਹੋ ਕੇ ਮਰਨ ਲੱਗਾ ਸੀ, ਪਰ ਔਰ ਅਮੋਸ ਦਾ ਪੁੱਤਰ ਯਸ਼ਾਇਆ ਨਬੀ ਉਹਦੇ ਕੋਲ ਆਇਆ ਔਰ ਉਹਨੂੰ ਆਖਿਆ, ਯਹੋਵਾ ਇਉਂ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨਾਉ ਹੈ ਅਤੇ ਨਹੀਂ ਬਚੇਗਾ। Here prophet is coming according to the guidance of God and telling to King Hezekiah that you are going to die. ਇੱਥੇ ਨਬੀ ਹਿਜਕਿਯਾ ਜਿਹੜਾ ਯਸ਼ਾਇਆ ਸੀਗਾ, ਉਹ ਹਿਜਕਿਯਾ ਰਾਜਾ ਦੇ ਕੋਲ ਆਇਆ ਪ੍ਰਭੂ ਦੀ ਅਗਵਾਈ ਦੇ ਨਾਲ। Now King Hezekiah is in between death and life. ਹੁਣ ਇੱਥੇ ਰਾਜਾ ਹਿਜਕਿਯਾ ਜੀਵਨ ਅਤੇ ਮੌਤ ਦੇ ਵਿਚਕਾਰ ਹੈ। You know what he done? ਤੁਹਾਨੂੰ ਪਤਾ ਉਹਨੇ ਕੀ ਕੀਤਾ? If we are in this situation, ਸ਼ਾਇਦ ਅਸੀਂ ਇਸ ਹਾਲਾਤ 'ਚ ਹੋਵਾਂਗੇ, if we get a dream ਅਗਰ ਕੋਈ ਸਾਨੂੰ ਇਦਾਂ ਦਾ ਸੁਪਨਾ ਮਿਲ ਗਿਆ that going to die, ਕਿ ਤੁਸੀਂ ਮਰਨ ਜਾ ਰਹੇ ਹੋ, or if some doctors spoken to you that you are going to die in next 3 months or 6 months, ਅਗਰ ਡਾਕਟਰ ਤੁਹਾਨੂੰ ਕਹਿਣ ਕਿ ਅਗਲੇ 3 ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਤੁਸੀਂ ਮਰ ਜਾਓਗੇ, or if some prophet came and telling you that the death is in front of you, ਅਗਰ ਕੋਈ ਨਬੀ ਆਣ ਕੇ ਤੁਹਾਨੂੰ ਕਹੇਗਾ ਕਿ ਤੁਸੀਂ ਹੁਣ ਮਰਨ ਜਾ ਰਹੇ ਹੋ, ਤੁਹਾਡੇ ਅੱਗੇ ਮੌਤ ਹੈ, don't worry. ਚਿੰਤਾ ਨਾ ਕਰਨਾ, Come to the presence of God. ਪ੍ਰਭੂ ਦੇ ਹਜ਼ੂਰ ਆ ਜਾਓ। What King Hezekiah done? ਜੋ ਰਾਜਾ ਹਿਜਕਿਯਾ ਨੇ ਕੀਤਾ, When he heard from the prophet that God is telling him that you are going to die, ਜਦੋਂ ਹਿਜਕਿਯਾ ਨਬੀ ਨੇ ਆਣ ਕੇ ਹਿਜਕਿਯਾ ਰਾਜਾ ਨੂੰ ਯਸ਼ਾਇਆ ਨਬੀ ਨੇ ਆਣ ਕੇ ਕਿਹਾ ਕਿ ਪ੍ਰਭੂ ਕਹਿ ਰਿਹਾ ਕਿ ਤੂੰ ਹੁਣ ਮਰਨ ਜਾ ਰਿਹਾ ਹੈ। verse 2 says, Then Hezekiah turned his face to the wall and prayed to the Lord. ਔਰ ਦੂਸਰੇ ਵਚਨ 'ਚ ਲਿਖਿਆ ਹੈ, ਤਦ ਉਹਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾ ਕੋਲੋਂ ਇਹ ਪ੍ਰਾਰਥਨਾ ਕੀਤੀ। King, he didn't punish the prophet. ਰਾਜੇ ਨੇ ਨਬੀ ਨੂੰ ਕੋਈ ਸਜ਼ਾ ਤਾਂ ਨਹੀਂ ਦਿੱਤੀ। King did not speak a word against the prophet. ਉਹਨੇ ਨਬੀ ਦੇ ਖਿਲਾਫ ਇੱਕ ਵੀ ਵਚਨ ਨਾ ਬੋਲਿਆ। If we hear this kind of some prophecy, whatever we'll say,
ਅਗਰ ਇਸ ਤਰ੍ਹਾਂ ਦੀ ਭਵਿੱਖਬਾਣੀ ਅਸੀਂ ਸੁਣਾਂਗੇ ਤਾਂ ਕੀ ਕਵਾਂਗੇ? People will tell the prophet himself that this is how you have to tell this. ਉਹ ਤਾਂ ਅਸੀਂ ਕਵਾਂਗੇ ਭਵਿੱਖਵਕਤਾ ਨੂੰ ਕਿ ਭਾਈ ਤੂੰ ਇਦਾਂ ਕਹਿੰਦਾ ਹੈ ਸਾਨੂੰ You have to tell this in another way. ਤੂੰ ਕਹਿ ਸਕਦਾ ਹੈ ਪਰ ਦੂਜੇ ਰਾਹ ਧਾਣੀ। My dear friends, death, how to tell the death? ਔਰ ਮੇਰੇ ਭਰਾਵੋ ਮੌਤ ਦਾ ਦੱਸਣਾ ਕਿਵੇਂ ਦੂਸਰੇ ਤਰੀਕੇ ਨਾਲ ਦੱਸੇਗਾ? This is the way the God is speaking. ਇਸੇ ਤਰ੍ਹਾਂ ਹੀ ਪ੍ਰਭੂ ਨੇ ਗੱਲ ਕੀਤੀ। God is telling directly. ਪ੍ਰਭੂ ਨੇ ਸਿੱਧੀ ਗੱਲ ਕੀਤੀ। He said you are going to die. ਉਹਨੇ ਪ੍ਰਭੂ ਨੇ ਕਿਹਾ ਕਿ ਤੂੰ ਮਰਨ ਜਾ ਰਿਹਾ ਹੈ। So if somebody is in between death and life, go and tell them that if you die, where you go? ਅਗਰ ਕੋਈ ਜੀਵਨ ਅਤੇ ਮੌਤ ਵਿੱਚ ਹੋਵੇਗਾ ਤਾਂ ਉਹਨੂੰ ਕਿਹਾ ਜਾਏਗਾ ਕਿ ਤੂੰ ਮਰਨ ਜਾ ਰਿਹਾ ਹੈ ਤਾਂ ਕੀ ਹੋਵੇਗਾ? If you are not accepted Jesus Christ, you will go to the hell. ਅਗਰ ਤੁਸੀਂ ਪ੍ਰਭੂ ਯੀਸ਼ੂ ਨੂੰ ਨਹੀਂ ਆਪਣਾ ਉਧਾਰਕਰਤਾ ਮੰਨਦੇ ਤਾਂ ਤੁਸੀਂ ਨਰਕ ਵਿੱਚ ਜਾਓਗੇ। If you are dying in your sin, you will go to the hell. ਅਗਰ ਤੁਸੀਂ ਆਪਣੇ ਪਾਪ ਦੇ ਵਿੱਚ ਮਰੋਗੇ ਤਾਂ ਤੁਸੀਂ ਨਰਕ ਵਿੱਚ ਜਾਓਗੇ। You need to be washed by the precious blood of our Lord Jesus Christ. ਤੁਸੀਂ ਪ੍ਰਭੂ ਯੀਸ਼ੂ ਮਸੀਹਾ ਦੇ ਪਵਿੱਤਰ ਲਹੂ ਦੁਆਰਾ ਧੋਤੇ ਹੋਣੇ ਚਾਹੀਦੇ ਹੋ। You need to repent of your sins. ਤੁਹਾਨੂੰ ਆਪਣੇ ਪਾਪ ਦੇ ਵੱਲੋਂ ਤੌਬਾ ਕਰਨੀ ਪਏਗੀ। Then you will enter into the kingdom of ਫਿਰ ਹੀ God. ਤੁਸੀਂ ਪ੍ਰਭੂ ਦੇ ਰਾਜ ਵਿੱਚ ਆ ਸਕਦੇ ਹੋ। Tell them straightway. ਇਸੇ ਤਰ੍ਹਾਂ ਹੀ ਕਹੋ। Then they will got saved. ਫਿਰ ਉਹ ਬਚ ਜਾਣਗੇ। Here King Hezekiah turned to the wall and he started prayer. ਇੱਥੇ ਹਿਜਕਿਆ ਰਾਜਾ ਉਹ ਕੰਧ ਦੀ ਵੱਲ ਮੁੜਿਆ ਔਰ ਪ੍ਰਾਰਥਨਾ ਸ਼ੁਰੂ ਕੀਤੀ। In the distress situation, ਇਸ ਦੁੱਖ ਦੇ ਟਾਈਮ ਦੇ ਵੇਲੇ, in the painful ਇਹ situation, ਦਰਦ ਦੇ ਸਮੇਂ, even he was a king. ਭਾਵੇਂ ਉਹ ਰਾਜਾ ਸੀ, He did not trust in his money. ਉਹਨੇ ਆਪਣੇ ਪੈਸੇ ਤੇ ਭਰੋਸਾ ਨਹੀਂ ਕੀਤਾ। There was many physicians around him, ਔਰ ਉਹਦੇ ਆਲੇ ਦੁਆਲੇ ਬਹੁਤ ਸਾਰੇ ਲੋਕ but he ਸੀ, did not trust them. ਉਹਨਾਂ ਦੇ ਉੱਤੇ ਭਰੋਸਾ ਨਹੀਂ ਕੀਤਾ। He trusted in his God. ਉਹਨੇ ਆਪਣੇ ਪ੍ਰਭੂ ਤੇ ਭਰੋਸਾ ਕੀਤਾ। Even God himself prophesied him, you are going to ਉਹ die. ਭਾਵੇਂ ਪ੍ਰਭੂ ਨੇ ਉਹਦੇ ਲਈ ਭਵਿੱਖਬਾਣੀ ਕੀਤੀ ਸੀ ਕਿ ਤੂੰ ਮਰਨ ਜਾ ਰਿਹਾ ਹੈ, But Hezekiah said, I will pray to the Lord. ਔਰ ਫਿਰ ਵੀ ਹਿਜਕਿਆ ਨੇ ਕਿਹਾ ਮੈਂ ਪ੍ਰਭੂ ਦੇ ਅੱਗੇ I ਪ੍ਰਾਰਥਨਾ will ਕਰਾਂਗਾ। speak to the same God who spoke through the prophet, but I will speak to him directly. ਉਹ ਪ੍ਰਭੂ ਜਿਨੇ ਯਿਸ਼ਾਇਆ ਨਬੀ ਦੁਆਰਾ ਗੱਲ ਕੀਤੀ, ਰਾਜਾ ਨੇ ਕਿਹਾ ਮੈਂ ਉਸੇ ਪ੍ਰਭੂ ਦੇ ਨਾਲ ਆ ਪ੍ਰਾਰਥਨਾ ਕਰਾਂਗਾ। Even God has spoken to you and me through some people or through dream, even though you can speak to the Lord directly. ਭਾਵੇਂ ਪ੍ਰਭੂ ਨੇ ਤੁਹਾਡੇ ਨਾਲ ਸੁਪਨਿਆਂ ਦੇ ਦੁਆਰਾ ਗੱਲ ਕੀਤੀ ਹੋਵੇ, ਕੁਝ ਲੋਕਾਂ ਦੁਆਰਾ ਗੱਲ ਕੀਤੀ ਹੋਵੇ, ਤਾਂ ਵੀ ਤੁਸੀਂ ਸਿੱਧੇ ਹੀ ਪ੍ਰਭੂ ਨਾਲ ਗੱਲ ਕਰ Through ਸਕਦੇ ਹੋ। Jesus Christ we have an access to the Father in heaven. ਪ੍ਰਭੂ ਯੀਸ਼ੂ ਮਸੀਹ ਦੁਆਰਾ ਸਾਨੂੰ ਇਹ ਰਸਤਾ ਮਿਲਿਆ ਹੈ ਕਿ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ। Even you are in the first step of the death, you can go to the heaven. ਭਾਵੇਂ ਤੁਸੀਂ ਮੌਤ ਦੇ ਮੂੰਹ ਦੇ ਸਾਹਮਣੇ ਖੜੇ ਹੋ ਤਾਂ ਵੀ ਤੁਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਕੇ ਸਵਰਗ ਵੱਲ ਜਾ Even ਸਕਦੇ the ਹੋ। death is in front of you, call upon the Lord, he will save you. ਭਾਵੇਂ ਮੌਤ ਤੁਹਾਡੇ ਸਾਹਮਣੇ ਖੜੀ ਹੋਵੇ, ਤੁਸੀਂ ਪ੍ਰਭੂ ਨੂੰ ਪੁਕਾਰੋ, ਉਹ ਤੁਹਾਨੂੰ ਬਚਾ ਲਵੇਗਾ। King Hezekiah cried unto the Lord, ਉਹ ਰਾਜਾ ਹਿਜਕਿਆ ਪ੍ਰਭੂ ਦੀ ਵੱਲ ਉਹਨੇ ਰੋ ਕੇ ਪੁਕਾਰਿਆ। and God spoke to again the prophet Isaiah. ਫਿਰ ਪ੍ਰਭੂ ਨੇ ਯਿਸ਼ਾਇਆ ਨਬੀ ਦੇ ਨਾਲ ਗੱਲ He ਕੀਤੀ। came back ਉਹ ਵਾਪਸ ਆਇਆ, and he said, ਉਹਨੇ ਕਿਹਾ, see how he has done. ਦੇਖੋ ਉਹਨੇ ਇੱਥੇ ਕੀ ਕਿਹਾ। God said to Isaiah, ਫਿਰ ਪ੍ਰਭੂ ਨੇ ਯਿਸ਼ਾਇਆ ਨੂੰ ਕਿਹਾ, verse 5 says, 5 ਵਚਨ ਚ ਲਿਖਿਆ ਹੈ, turn back and say to Hezekiah, the leader of my people, thus says the Lord, the God of David your father, I have heard your prayer. ਔਰ ਦੇਖੋ ਫਿਰ ਦੂਸਰਾ ਰਾਜਾ 20 ਅਧਿਆਇ ਦਾ 5 ਵਚਨ ਚ ਪ੍ਰਭੂ ਨੇ ਯਿਸ਼ਾਇਆ ਨੂੰ ਕੀ ਕਿਹਾ ਕਿ ਮੁੜ ਜਾ ਔਰ ਤੂੰ ਮੇਰੀ ਪ੍ਰਜਾ ਦੇ ਪ੍ਰਧਾਨ ਹਿਜਕਿਆ ਨੂੰ ਆਖ, ਯਹੋਵਾ ਤੇਰੇ ਪਿਤਾ ਦਾਊਦ ਦਾ ਪਰਮੇਸ਼ਵਰ ਤੈਨੂੰ ਆਖਦਾ ਹੈ, Hallelujah. ਮੈਂ ਤੇਰੀ ਪ੍ਰਾਰਥਨਾ ਸੁਣ ਲਈ। ਹਾਲੇਲੂਇਆ, Hallelujah. ਹਾਲੇਲੂਇਆ। Even God decided to end his life of Hezekiah, but when he prayed,
God heard his prayer. ਭਾਵੇਂ ਪ੍ਰਭੂ ਨੇ ਇਹ ਨਿਰਣੇ ਲੈ ਲਿਆ ਸੀ ਕਿ ਰਾਜਾ ਹਿਜਕਿਯਾ ਦਾ ਜੀਵਨ ਖਤਮ ਕਰਨਾ ਹੈ, ਫਿਰ ਵੀ ਉਹ ਪ੍ਰਭੂ ਦੇ ਅੱਗੇ ਰੋਇਆ ਔਰ ਪ੍ਰਭੂ ਨੇ ਗੱਲ ਕੀਤੀ। Even the medical science told you that you are going to die within few days. Even you have a few days, you can pray to the Lord. Oh, the God is going to answer your prayer. ਭਾਵੇਂ ਮੈਡੀਕਲ ਸਾਇੰਸ ਦੀਆਂ ਰਿਪੋਰਟਾਂ ਤੁਹਾਨੂੰ ਕਹਿਣ ਕੁਝ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਤੁਸੀਂ ਮਰਨ ਜਾ ਰਹੇ ਹੋ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ, ਪ੍ਰਭੂ ਤੁਹਾਨੂੰ ਬਚਾ Just see ਲਵੇਗਾ। how King Hezekiah prayed. ਦੇਖੋ ਰਾਜਾ ਹਿਜਕਿਯਾ ਨੇ ਕਿਵੇਂ ਪ੍ਰਾਰਥਨਾ ਕੀਤੀ। Verse 3 he is saying, 3 ਵਚਨ ਚ ਲਿਖਿਆ ਹੈ, Now, O Lord, please remember how I have walked before you in faithfulness and with a whole heart, and have done what is good in your sight. ਉਹਨੇ ਇਹ ਕਿਵੇਂ ਪ੍ਰਾਰਥਨਾ ਕੀਤੀ, ਹੇ ਯਹੋਵਾ ਮੈਂ ਤੇਰੀ ਮਿਹਨਤ ਕਰਦਾ ਹਾਂ, ਚੇਤੇ ਕਰ ਭਈ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ, ਔਰ ਜੋ ਤੇਰੀ ਨਿਗਾਹ ਵਿੱਚ ਚੰਗਾ ਭਲਾ ਲੱਗਾ ਉਹ ਮੈਂ ਕੀਤਾ। ਤਾਂ ਹਿਜਕਿਯਾ ਭੁੱਬਾਂ ਮਾਰ ਕੇ ਰੋਇਆ। When King Hezekiah heard that he is going to die, he started to cry and wept and prayed to the Lord, cry unto the Lord and said, O Lord, remember me. ਔਰ ਜਦੋਂ ਰਾਜਾ ਹਿਜਕਿਯਾ ਨੂੰ ਪਤਾ ਲੱਗਾ ਕਿ ਉਹ ਮਰਨ ਜਾ ਰਿਹਾ ਹੈ, ਤਾਂ ਉਹ ਪ੍ਰਭੂ ਦੇ ਅੱਗੇ ਭੁੱਬਾਂ ਮਾਰ ਮਾਰ ਕੇ ਰੋਇਆ ਔਰ ਉਹਨੇ ਕਿਹਾ, ਪ੍ਰਭੂ ਮੈਨੂੰ ਚੇਤੇ ਕਰ। Then God said, ਔਰ ਫਿਰ ਪ੍ਰਭੂ ਨੇ ਕਿਹਾ, I have seen your tears. ਔਰ ਪ੍ਰਭੂ ਨੇ ਕਿਹਾ, ਮੈਂ ਤੇਰੇ ਅਥਰੂ ਦੇਖ ਲਏ ਹਨ, I will heal you. ਮੈਂ ਤੈਨੂੰ ਅੱਛਾ ਕਰਨ ਵਾਲਾ On ਹਾਂ। the third day you shall go up to the house of the Lord, and I will add 15 years to your life. ਉਹ ਤੀਜੇ ਦਿਹਾੜੇ ਤੂੰ ਯਹੋਵਾ ਦੇ ਭਵਨ ਵਿੱਚ ਜਾਏਗਾ ਔਰ ਮੈਂ ਤੇਰੇ ਦਿਨਾਂ ਵਿੱਚ 15 ਵਰੇ ਹੋਰ ਵਧਾਵਾਂਗਾ। ਹਾਲੇਲੂਇਆ। From the worst distress situation, God is bringing back King Hezekiah to the life. ਔਰ ਦੇਖੋ ਬੁਰੇ ਹਾਲਾਤਾਂ ਦੇ ਵਿੱਚੋਂ ਵੀ ਪ੍ਰਭੂ ਯੀਸ਼ੂ ਨੇ ਹਿਜਕਿਯਾ ਨੂੰ ਵਾਪਸ ਜੀਵਨ Dearly ਵਿੱਚ ਲੈ ਕੇ beloved ਆਂਦਾ। people, maybe you are the one who is going to the worst situation. ਕੁਝ ਲੋਕ ਤੁਹਾਨੂੰ ਕਹਿਣਗੇ ਜਾਂ ਤੁਸੀਂ ਇਸ ਹਾਲਾਤਾਂ ਚੋਂ ਲੰਘ ਰਹੇ ਹੋਵੋਗੇ, ਬੁਰੇ ਤੋਂ ਬੁਰੇ ਹਾਲਾਤ ਵਿੱਚ। May it be a situation of the death, ਸ਼ਾਇਦ ਮੌਤ ਦੇ ਹਾਲਾਤ ਹੋਣਗੇ, but cry unto the Lord. ਪਰ ਪ੍ਰਭੂ ਦੇ ਅੱਗੇ ਰੋਵੋ। Our God can bring back to you into the life. ਸਾਡਾ ਪ੍ਰਭੂ ਉਸ ਮੌਤ ਵਿੱਚੋਂ ਕੱਢ ਕੇ ਵੀ ਤੁਹਾਨੂੰ ਦੁਬਾਰਾ ਜੀਵਨ 'ਚ ਲੈ ਕੇ ਆ ਸਕਦਾ Pray ਹੈ। right now. ਪ੍ਰਾਰਥਨਾ ਕਰੋ ਹੁਣੇ, Cry unto the Lord. ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ। Maybe you are in the deathbed. ਸ਼ਾਇਦ ਤੁਸੀਂ ਮੌਤ ਦੇ ਬਿਸਤਰ ਤੇ The ਹੋ। Holy Spirit is telling you to cry unto the Lord. ਪਵਿੱਤਰ ਆਤਮਾ ਤੁਹਾਨੂੰ ਕਹਿ ਰਿਹਾ ਹੈ, ਪ੍ਰਭੂ ਦੇ ਅੱਗੇ ਭੁੱਬਾ ਮਾਰ ਕੇ ਰੋਵੋ, Repent from your sins. ਆਪਣੇ ਪਾਪ ਦੀ ਤੋਬਾ ਕਰੋ। God will give you life again. ਪ੍ਰਭੂ ਤੁਹਾਨੂੰ ਫਿਰ ਜੀਵਨ ਦੇਵੇਗਾ। The God who can increase the life next 15 years to King Hezekiah, the same God can increase your life. ਅਗਰ ਪ੍ਰਭੂ ਰਾਜਾ ਹਿਜਕਿਯਾ ਦੇ ਜੀਵਨ 'ਚ 15 ਸਾਲ ਵਧਾ ਸਕਦਾ ਹੈ, ਉਹੀ ਪ੍ਰਭੂ ਤੁਹਾਨੂੰ ਵੀ ਜੀਵਨ ਦੇ ਸਕਦਾ ਹੈ। Cry and weep and call unto the Lord God Almighty. Through the name of the Lord Jesus Christ, I pronounce there is life upon these people. ਪ੍ਰਭੂ ਯੀਸ਼ੂ ਦੇ ਨਾਮ ਨੂੰ ਪੁਕਾਰ ਕੇ ਰੋਵੋ, ਭੁੱਬਾ ਮਾਰ ਕੇ ਰੋਵੋ ਪ੍ਰਭੂ ਦੇ ਅੱਗੇ। ਮੈਂ ਪ੍ਰਭੂ ਯੀਸ਼ੂ ਦੇ ਨਾਮ 'ਚ ਤੁਹਾਨੂੰ ਕਹਿੰਦਾ ਹਾਂ, ਪ੍ਰਭੂ ਤੁਹਾਡੇ ਜੀਵਨ ਨੂੰ Right now ਬਦਲ we ਦੇਗਾ। are praying for the people who are sick and in the sick bed. Come back to the normal life in the name of the Lord Jesus Christ. ਪ੍ਰਭੂ ਯੀਸ਼ੂ ਮਸੀਹਾ ਦੇ ਨਾਮ 'ਚ ਜੋ ਬਿਸਤਰ ਦੇ ਉੱਤੇ ਹਨ, ਜੋ ਬਿਮਾਰ ਹਨ, ਮੈਂ ਉਹਨਾਂ ਨੂੰ ਕਹਿੰਦਾ ਵਾਪਸ ਚੰਗੇ ਹੋ ਜਾਓ। Those who are going through the distress situation like Hannah without a child, we are praying that you should have a child in the name of the Lord Jesus ਜੋ ਵੀ Christ. ਹੰਨਾ ਦੀ ਤਰ੍ਹਾਂ ਬੱਚੇ ਦੀ ਪਾਲ ਦੇ ਵਿੱਚ ਦੁੱਖ ਵਿੱਚ ਹਨ, ਜੋ ਅੱਜ ਮੈਂ ਉਹਨਾਂ ਨੂੰ ਕਹਿਣਾ ਹਾਂ, ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਤੁਹਾਡੇ ਦਿਨ ਬਦਲ ਜਾਣਗੇ, ਤੁਹਾਨੂੰ ਪ੍ਰਭੂ We ਆਸ਼ੀਸ਼ are ਕਰੇਗਾ। praying for those who are going through the painful situation. Yes. Right now in the mighty name of Lord Jesus Christ, let your situation come to the normal life. ਜੋ ਵੀ ਇੱਥੇ ਦੁੱਖਾਂ ਤਕਲੀਫਾਂ ਦੇ ਵਿੱਚ ਹਨ, ਮੈਂ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਤੁਹਾਡਾ ਜੀਵਨ ਆਮ ਜੀਵਨ ਹੋ ਜਾਏਗਾ। Believe it and take it as a prophecy right now in the name of the Lord Jesus Christ. Let your cry and weep to the Lord that God is going to extend your life
next 15 years. ਪ੍ਰਭੂ ਯੀਸ਼ੂ ਮਸੀਹਾ ਦੇ ਨਾਮ ਦੇ ਵਿੱਚ ਇਸ ਵਚਨ ਨੂੰ ਭਵਿੱਖਬਾਣੀ ਲੈ ਕੇ ਆਪਣੇ ਜੀਵਨ 'ਚ ਲਓ ਔਰ ਪ੍ਰਭੂ ਯੀਸ਼ੂ ਮਸੀਹਾ ਤੁਹਾਡੇ ਜੀਵਨ ਨੂੰ ਹੋਰ ਵੀ 15 ਸਾਲ ਤੱਕ ਆਸ਼ੀਸ਼ ਕਰੇਗਾ। Maybe you are a woman who is going through the troubled spirit. Maybe you are a man who is going for death. Right now we are praying for you in the name of Jesus Christ. Let your life be a happy life from today onwards. ਚਾਹੇ ਤੁਸੀਂ ਇੱਕ ਐਸੀ ਔਰਤ ਹੋ ਜੋ ਤੰਗੀ ਦੇ ਵਿੱਚ ਦੀ ਲੰਘ ਰਹੇ ਹੋ, ਚਾਹੇ ਤੁਸੀਂ ਇੱਕ ਐਸੇ ਮਨੁੱਖ ਹੋ ਜੋ ਮੌਤ ਦੇ ਸਾਹਮਣੇ ਖੜੇ ਹੋ, ਪਰ ਮੈਂ ਤੁਹਾਨੂੰ ਕਹਿੰਦਾ ਹਾਂ ਪ੍ਰਭੂ ਯੀਸ਼ੂ ਮਸੀਹਾ ਦੇ ਨਾਮ ਦੇ ਵਿੱਚ ਅੱਜ ਤੋਂ ਬਾਅਦ ਤੁਹਾਡਾ ਜੀਵਨ ਖੁਸ਼ੀ ਦਾ ਜੀਵਨ ਹੋ ਜਾਏਗਾ। Now, right now, in the name of the Lord Jesus Christ, we command the death to go away out of these people right now. ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਮੌਤ ਇਹਨਾਂ ਦੇ ਜੀਵਨ ਚੋਂ ਇਸੇ ਵਕਤ ਇਸ ਮਨੁੱਖ ਤੋਂ ਦੂਰ ਚਲੀ ਜਾ। Our Lord Jesus Christ has took victory over the death and took the keys of the hell. In the name of Lord Jesus Christ, we cancel the death from the children of God. ਜਿਵੇਂ ਪ੍ਰਭੂ ਯੀਸ਼ੂ ਮਸੀਹਾ ਜੀ ਨੇ ਮੌਤ ਉੱਤੇ ਫਤਿਹ ਪਾਈ ਔਰ ਨਰਕ ਦੀਆਂ ਕੁੰਜੀਆਂ ਇਹਨਾਂ ਦੇ ਕੋਲ ਹਨ, ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇਸੇ ਵਕਤ ਮੌਤ ਇਹਨਾਂ ਤੋਂ ਟਲ ਜਾਏ। The Lord Jesus Christ is the Lord of life. In the name of Jesus Christ, we pronounce life upon these people right now. ਪ੍ਰਭੂ ਯੀਸ਼ੂ ਮਸੀਹਾ ਹੀ ਜੀਵਨ ਹਨ, ਅੱਜ ਅਸੀਂ ਉਸੇ ਜੀਵਨ ਨੂੰ ਤੁਹਾਡੇ ਜੀਵਨ ਉੱਤੇ ਮੰਗਦੇ ਹਾਂ। The prayer can bring you into the happiest life in your life. ਪ੍ਰਾਰਥਨਾ ਹੀ ਇੱਕ ਐਸਾ ਆਧਾਰ ਹੈ ਜਿਹੜਾ ਤੁਹਾਨੂੰ ਖੁਸ਼ੀ ਦੇ ਜੀਵਨ 'ਚ ਲੈ ਕੇ ਆ ਸਕਦਾ ਹੈ। Our God is the one who can bring your sadness into the happiest life. ਪ੍ਰਾਰਥਨਾ ਹੀ ਇੱਕ ਐਸਾ ਤਰੀਕਾ ਹੈ ਜੋ ਪ੍ਰਭੂ ਦੇ ਵਿੱਚੋਂ ਉਹ ਦੁੱਖਾਂ ਦੇ ਵਿੱਚੋਂ ਤੁਹਾਨੂੰ ਖੁਸ਼ੀਆਂ ਲੈ ਕੇ ਆ ਸਕਦਾ ਹੈ। Are you ready for a prayer life? ਕੀ ਤੁਸੀਂ ਪ੍ਰਾਰਥਨਾ ਦੇ ਜੀਵਨ ਦੇ ਲਈ ਤਿਆਰ ਹੋ? No situation can stop your prayer. ਕੋਈ ਵੀ ਹਾਲਾਤ ਤੁਹਾਡੀ ਪ੍ਰਾਰਥਨਾ ਨੂੰ ਰੋਕ ਨਹੀਂ Even in the ਸਕਦੇ। worst situation, ਭਾਵੇਂ ਕਿੰਨੇ ਵੀ ਖਰਾਬ ਹਾਲਾਤ the ਹੋਣਗੇ, best way is for prayer. ਇੱਕੋ ਹੀ ਚੰਗਾ ਰਾਹ ਹੈ ਪ੍ਰਾਰਥਨਾ ਦੇ ਲਈ। Whatever your surrounding says, ਜੋ ਵੀ ਆਲਾ ਦੁਆਲਾ ਤੁਹਾਨੂੰ ਕਹਿੰਦਾ ਹੈ, even some people are mocking at you. ਸ਼ਾਇਦ ਕੁਝ ਲੋਕ ਤੁਹਾਡੇ ਖਿਲਾਫ ਬੋਲਦੇ ਹੋਣ, Don't listen to the words. Go to the word of God. Go to the Lord and cry unto the Lord. ਉਹਨਾਂ ਸ਼ਬਦਾਂ ਨੂੰ ਨਾ ਸੁਣੋ, ਪਰ ਪ੍ਰਭੂ ਦੇ ਵਚਨ ਵੱਲ ਦੇਖੋ, ਪ੍ਰਭੂ ਦੀ ਵੱਲ ਜਾਓ ਔਰ ਉੱਥੇ ਆਪਣੇ ਭੁੱਬਾ ਮਾਰ ਕੇ ਰੋਵੋ। When our Lord Jesus Christ was in a distress situation, ਜਦੋਂ ਸਾਡਾ ਪ੍ਰਭੂ ਯੀਸ਼ੂ ਜੀ ਇਨ ਦੁੱਖਾਂ ਦੇ ਦਿਨ ਤੇ he was going through the sorrowful situation. ਉਹ ਦੁੱਖ ਦੇ ਹਾਲਾਤ ਦੇ ਵਿੱਚ ਸੀ, He found peace in prayer. ਉਹ ਪ੍ਰਾਰਥਨਾ ਦੇ ਵਿੱਚ ਉਹਨਾਂ ਨੂੰ ਸ਼ਾਂਤੀ ਮਿਲੀ। He was going through the painful situation. He went for the prayer. ਜਦੋਂ ਉਹ ਦੁੱਖ ਦੇ ਹਾਲਾਤ ਵਿੱਚ ਸੀ, ਉਹਨਾਂ ਨੇ ਪ੍ਰਾਰਥਨਾ ਸ਼ੁਰੂ ਕੀਤੀ। In Luke chapter 22, ਲੂਕਾ ਦੀ ਅੰਜੀਲ the Bible 22 ਅਧਿਆਇ, says that. ਬਾਈਬਲ ਦੇ ਵਿੱਚ ਕਿਹਾ Verse ਹੈ, 41 to 44, if you read. ਜਦੋਂ 41 ਵਚਨ ਤੋਂ ਲੈ ਕੇ 44 ਵਚਨ ਤੱਕ Our ਤੁਸੀਂ Lord ਪੜ੍ਹਦੇ ਹੋ, Jesus went, He knelt down and prayed. ਜਦੋਂ ਸਾਡੇ ਪ੍ਰਭੂ ਜੀ ਬਾਹਰ ਆਏ ਔਰ ਉਹਨਾਂ ਨੇ ਘੁਟਨੇ ਪਾਰ ਜਾ ਕੇ ਪ੍ਰਾਰਥਨਾ Death was ਕੀਤੀ। in front of him. ਮੌਤ ਜਿਹੜੀ ਉਹਨਾਂ ਦੇ ਸਾਹਮਣੇ ਸੀ। After next few minutes, he is going to die. ਕੁਝ ਹੀ ਘੰਟਿਆਂ ਦੇ ਬਾਅਦ ਉਹਨਾਂ ਨੂੰ ਮਰਨਾ ਪੈਣਾ ਸੀ। He came to know that. ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। So his heart got troubled. ਉਹਨਾਂ ਦਾ ਦਿਲ His ਉਦਾਸ mind ਹੋਇਆ, troubled. ਉਹਨਾਂ ਦਾ ਮਨ ਉਦਾਸ ਹੋਇਆ। He did not run away, ਉਹ ਉਸ ਤੋਂ ਭੱਜੇ ਨਹੀਂ, but he went to the garden. ਉਹ ਬਾਗ ਵਿੱਚ ਗਏ। He kneeled down for the prayer. ਉਹਨਾਂ ਨੇ ਪ੍ਰਾਰਥਨਾ ਦੇ ਲਈ ਆਪਣੇ ਆਪ ਨੂੰ ਝੁਕਾਇਆ। In prayer, how was his prayer in this garden? ਉਸ ਬਾਗ ਦੇ ਵਿੱਚ ਉਹਨਾਂ ਦੀ ਪ੍ਰਾਰਥਨਾ ਕੀ ਸੀ? Verse 42 says, 42 ਵਚਨ 'ਚ ਲਿਖਿਆ ਹੈ, Father, if you are willing, ਹੇ ਪਿਤਾ ਤੈਨੂੰ ਜੇ ਭਾਵੇ remove this cup from me. ਤਾਂ ਇਹ ਪਿਆਲਾ ਮੇਰੇ ਤੋਂ ਹਟਾ ਦੇ। Nevertheless, not my will, but yours be done. ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ। The prayer is to know the will of God. ਪ੍ਰਾਰਥਨਾ ਪ੍ਰਭੂ ਦੀ ਇੱਛਾ ਨੂੰ ਜਾਣਨਾ But ਹੈ, we don't know what is the will of God. ਪਰ ਸਾਨੂੰ ਨਹੀਂ ਪਤਾ ਕਿ ਪ੍ਰਭੂ ਦੀ In ਇੱਛਾ the ਕੀ ਹੈ। beginning, as we said from Romans chapter 8, verse 26, ਜਿਵੇਂ ਕਿ ਅਸੀਂ ਰੋਮੀਓ ਦੀ ਕਿਤਾਬ ਦੇ we ਵਿੱਚ do not know 8:26 what ਲਿਖਿਆ is ਹੈ, how to pray.
ਸਾਨੂੰ ਨਹੀਂ ਪਤਾ ਕਿ ਅਸੀਂ ਕੀ ਪ੍ਰਾਰਥਨਾ ਕਰਨੀ ਹੈ We don't know what is the will of God. ਸਾਨੂੰ ਨਹੀਂ ਪਤਾ ਕਿ ਪ੍ਰਭੂ ਦੀ ਇੱਛਾ ਕੀ ਹੈ But one who knows, ਪਰ ਇੱਕ ਨੂੰ ਪਤਾ ਹੈ that is Holy ਉਹ Spirit. ਹੈ ਪਵਿੱਤਰ ਆਤਮਾ So when you are sitting for prayer, ਜਦੋਂ ਤੁਸੀਂ ਪ੍ਰਾਰਥਨਾ ਲਈ ਬੈਠਦੇ ਹੋ sit with Holy Spirit. ਪਵਿੱਤਰ ਆਤਮਾ ਦੇ ਵਿੱਚ ਹੋ ਕੇ Allow ਬੈਠੋ Holy Spirit. ਪਵਿੱਤਰ ਆਤਮਾ ਨੂੰ ਮੌਕਾ He ਦਿਓ will help you in prayer. ਉਹ ਤੁਹਾਡੀ ਮਦਦ ਕਰਨਗੇ ਪ੍ਰਾਰਥਨਾ ਲਈ He know what is the will of God. ਉਹਨੂੰ ਪਤਾ ਹੈ ਪ੍ਰਭੂ ਦੀ ਮਰਜ਼ੀ ਕੀ ਹੈ He will allow you to pray according to the will of God. ਉਹ ਪ੍ਰਭੂ ਦੀ ਇੱਛਾ ਦੇ ਵਿੱਚ ਤੁਹਾਨੂੰ ਪ੍ਰਾਰਥਨਾ ਦਾ ਮੌਕਾ Here ਦੇਵੇਗਾ Jesus is praying. ਇੱਥੇ ਪ੍ਰਭੂ ਯਿਸੂ ਜੀ He ਪ੍ਰਾਰਥਨਾ ਕਰ ਰਹੇ knows ਹਨ the will of God. ਉਹ ਪ੍ਰਭੂ ਦੀ ਇੱਛਾ ਨੂੰ ਜਾਣਦੇ ਸੀ Even though he is praying, ਜਦੋਂ ਵੀ ਉਹ ਪ੍ਰਾਰਥਨਾ ਕੀਤੀ Father, remove this cup from me. ਉਹਨੇ ਜਦੋਂ ਵੀ ਪ੍ਰਾਰਥਨਾ ਕੀਤੀ ਕਿ Because it ਪਿਤਾ is very ਇਹ ਕੱਪ painful ਟਲ cup. ਜਾਏ ਇਹ ਬਹੁਤ ਦਰਦ ਦਾ It ਕੱਪ is ਹੈ sorrowful. ਇਹ ਬਹੁਤ ਹੀ ਦੁੱਖਾਂ ਭਰਿਆ ਹੈ It is very distress. ਇਹ ਬਹੁਤ ਹੀ ਉਦਾਸੀ ਦਾ ਹੈ Father, remove this. ਇਹਨੂੰ ਹਟਾ ਦਿਓ But immediately he knew that it is not the will of God. ਜਦੋਂ ਉਹਨੂੰ ਪਤਾ ਲੱਗਾ ਕਿ ਇਹ ਪ੍ਰਭੂ ਦੀ ਇੱਛਾ ਨਹੀਂ ਹੈ So he again prayed, ਫਿਰ ਉਹਨਾਂ ਨੇ ਪ੍ਰਾਰਥਨਾ Father, ਕੀਤੀ it is not my will to be done, ਪਿਤਾ ਇਹ ਮੇਰੀ ਇੱਛਾ ਨਾ ਹੋਵੇ but your will be done. ਤੁਹਾਡੀ ਇੱਛਾ ਪੂਰੀ ਹੋ So whenever you pray, ਜਦੋਂ ਵੀ ਪ੍ਰਾਰਥਨਾ ਕਰੋ pray according to the will of God. ਪ੍ਰਭੂ ਦੀ ਇੱਛਾ 'ਚ ਪ੍ਰਾਰਥਨਾ ਕਰੋ Let the will of God be done in my life. ਪ੍ਰਭੂ ਦੀ ਇੱਛਾ ਸਾਡੇ ਜੀਵਨ 'ਚ ਪੂਰੀ How many ਹੋਵੇ of you can pray that? ਕਿੰਨੇ ਇਦਾਂ ਪ੍ਰਾਰਥਨਾ ਕਰ In ਸਕਦੇ verse ਹਨ 43 says, 43 ਵਚਨ 'ਚ ਲਿਖਿਆ ਹੈ And there appeared to him an angel from heaven. ਅਤੇ ਸੁਰਗੋਂ ਇੱਕ ਦੂਤ ਉਹਦੀ ਵਿਖਾਈ ਦੇ ਕੇ ਉਹਨੂੰ ਸਹਾਰਾ ਦਿੰਦਾ ਸੀ Not only for Jesus. ਯਿਸੂ ਮਸੀਹਾ ਜੀ ਨੂੰ Any ਨਹੀਂ children of God sits for the prayer. ਜਦੋਂ ਵੀ ਕੋਈ ਵੀ ਪਰਮੇਸ਼ਵਰ ਦੇ ਬੱਚੇ ਪ੍ਰਾਰਥਨਾ ਲਈ Any ਬੈਠਦੇ of ਹਨ us is speaking with Father in heaven. ਜਦੋਂ ਵੀ ਤੁਸੀਂ ਪਿਤਾ ਜੋ ਸਵਰਗ ਵਿੱਚ ਉਹਨਾਂ ਗੱਲ Holy ਕਰਦੇ ਹੋ angels are surrounding us. ਜਿਹੜੇ ਸਵਰਗਦੂਤ ਹਨ ਤੁਹਾਡੇ ਦੁਆਲੇ They will ਆਉਂਦੇ come. ਉਹ ਤੁਹਾਡੇ ਕੋਲ ਆਉਂਦੇ ਹਨ Here Jesus was very weak. ਇੱਥੇ ਪ੍ਰਭੂ ਯਿਸੂ ਜੀ ਚਾਹੇ ਕਮਜ਼ੋਰ ਲੱਗਦੇ That's why ਸਨ he prayed that, Father, let this cup remove from me. ਔਰ ਕਹਿ ਰਹੇ ਸਨ ਕਿ ਇਹ ਕੱਪ ਮੇਰੇ ਤੋਂ ਟਲ ਜਾਏ He was very weak in his mind ਉਹਨਾਂ ਦੇ ਮਨੋਂ ਉਹ ਉਦਾਸ ਸਨ because he came to know that what is going to happen. ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਨਾਲ ਕੀ ਹੋਣਾ ਹੈ Those who are hearing us, ਜੋ ਸਾਨੂੰ ਸੁਣ ਰਹੇ ਹਨ you may know what is going to happen within the next few days. ਸ਼ਾਇਦ ਤੁਹਾਨੂੰ ਪਤਾ ਹੈ ਕਿ ਅਗਲੇ ਕੁਝ ਦਿਨਾਂ 'ਚ ਤੁਹਾਡੇ ਨਾਲ ਕੀ Because ਹੋਣਾ of ਹੈ that, your heart is distressed. ਸ਼ਾਇਦ ਉਹਦਾ ਕਰਕੇ ਤੁਹਾਡਾ ਦਿਲ ਉਦਾਸ ਹੈ Somebody told you what is going to happen future. ਕਿਸੇ ਨੇ ਤੁਹਾਨੂੰ ਦੱਸਿਆ ਹੋਵੇ ਤੁਹਾਡੇ ਨਾਲ ਕੀ ਹੋਣਾ ਹੈ Because of that, your heart is troubled. ਸ਼ਾਇਦ ਉਹਦਾ ਕਰਕੇ ਤੁਹਾਡਾ ਦਿਲ ਤੰਗੀ 'ਚ ਹੋਵੇ But with that troubled heart, ਉਸ ਤੰਗੀ ਦੇ ਹਾਲਾਤ ਵਿੱਚ ਵੀ if you kneel down for prayer, ਅਗਰ ਤੁਸੀਂ ਉਸ ਵਿੱਚ ਵੀ ਤੁਸੀਂ ਪ੍ਰਭੂ ਦੇ ਅੱਗੇ ਘੁਟਨੇ ਟੇਕੋ the word is guarantee you that angels will appear there. ਪ੍ਰਭੂ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤਾਂ ਸਵਰਗਦੂਤ ਤੁਹਾਡੇ ਲਈ ਆ What ਜਾਏਗਾ। angels has done here with Jesus, ਇੱਥੇ ਪ੍ਰਭੂ ਯਿਸੂ ਦੇ ਲਈ ਸਵਰਗਦੂਤ ਕੀ ਕਰ ਰਿਹਾ they ਸੀ strengthen him. ਉਹ ਉਹਨੂੰ ਸਹਾਰਾ ਦਿੰਦਾ ਸੀ The angels came and strengthening Jesus. ਸਵਰਗਦੂਤ ਆ ਕੇ ਪ੍ਰਭੂ ਯਿਸੂ ਨੂੰ ਸਹਾਰਾ ਦਿੰਦਾ ਸੀ See, my dear brothers, ਮੇਰੇ ਪਿਆਰੇ ਭਾਈਓ my dear sisters, ਮੇਰੀ ਪਿਆਰੀ ਭੈਣੋ if you are not able to go through the situation, ਅਗਰ ਇੰਨੇ ਯੋਗ ਤੁਸੀਂ ਨਹੀਂ ਹੋ ਕਿ ਹਾਲਾਤਾਂ the ਨੂੰ ਦੇਖ situation ਸਕੋ according to the will of God. ਅਗਰ ਉਹ ਇੱਛਾ ਪ੍ਰਭੂ ਦੇ ਉਹ ਹਾਲਾਤ ਪ੍ਰਭੂ ਦੀ ਇੱਛਾ ਦੇ ਵਿੱਚ ਹਨ Sometime if it is the will of God also, maybe it is painful situation. ਸ਼ਾਇਦ ਪ੍ਰਭੂ ਦੀ ਇੱਛਾ ਹੋਣ ਦੇ ਬਾਵਜੂਦ ਹੀ ਉਹ ਸ਼ਾਇਦ ਦਰਦਨਾਕ ਹੋਵੇ Listen carefully. ਬਹੁਤ ਧਿਆਨ ਨਾਲ ਸੁਣੋ Here the Holy Spirit want to speak to us. ਪ੍ਰਭੂ ਦੀ ਆਤਮਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ Sometime we know that this is the will of God, ਕਈ ਵਾਰੀ ਸਾਨੂੰ ਪਤਾ ਹੁੰਦਾ ਹੈ ਕਿ ਪ੍ਰਭੂ ਦੀ ਇੱਛਾ ਹੈ but we know that if I go through this, that is a painful situation. ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਅਗਰ ਮੈਂ ਇੱਥੋਂ ਲੰਘਾਂਗਾ ਤਾਂ ਬਹੁਤ ਦਰਦ ਭਰਿਆ We ਹੋਵੇਗਾ may want to avoid that will of God. ਔਰ ਅਸੀਂ ਉਸ ਪ੍ਰਭੂ ਦੀ ਇੱਛਾ ਤੋਂ ਆਪਣੇ ਆਪ ਨੂੰ ਹਟਾਉਣਾ ਚਾਹੁੰਦੇ ਹਾਂ We came to know that this situation is sorrowful. ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬਹੁਤ ਦਰਦ ਭਰਿਆ At ਹੋਵੇਗਾ the same time, we know that is the will of God. ਉਸੇ ਵੇਲੇ ਸਾਨੂੰ ਇਹ ਵੀ ਪਤਾ ਹੁੰਦਾ ਕਿ ਪ੍ਰਭੂ ਦੀ ਇੱਛਾ ਹੈ We will try to avoid that situation, and we will find ways to avoid that situation, sorrowful situation, even though it is the will of God. ਉਹ ਭਾਵੇਂ ਪ੍ਰਭੂ ਦੀ ਇੱਛਾ ਦੇ ਵਿੱਚ ਦੀ ਉਦਾਸੀ ਦੇ ਦਿਨ ਹੋਣ ਦੁੱਖਾਂ ਦੇ ਦਿਨ ਹੋਣ ਫਿਰ ਵੀ ਅਸੀਂ ਉਹ ਤੋਂ ਆਪਣੇ ਆਪ ਨੂੰ ਹਟਾ ਕੇ ਦੂਸਰੇ ਰਸਤਿਆਂ ਥਾਣੀ ਲੰਘਣਾ ਚਾਹੁੰਦੇ ਹਾਂ But let us tell you, don't do that. ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਇਸ ਤਰ੍ਹਾਂ ਨਾ ਕਰਨਾ If the will of God, what is in your life, even if it is a painful situation, it is not longer than
your painful other situations. ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਜਦੋਂ ਇਹ ਪ੍ਰਭੂ ਦੀ ਇੱਛਾ ਦੇ ਵਿੱਚ ਤੁਹਾਡੇ ਲਈ ਭਾਵੇਂ ਦਰਦ ਭਰੇ ਦਿਨ ਹੋਣ ਪਰ ਫਿਰ ਵੀ ਮੈਂ ਤੁਹਾਨੂੰ ਕਹਾਂਗਾ ਕਿ ਇਹਦੇ ਵਿੱਚੋਂ ਦੀ ਲੰਘੋ That distress situation which came to our life, if it is the will of God, it will no longer than much time. ਇਹ ਜਿਹੜੇ ਦੁੱਖ ਦੇ ਦਿਨ ਹੋਣਗੇ ਅਗਰ ਪ੍ਰਭੂ ਦੀ ਇੱਛਾ ਨਾਲ ਹੋਣਗੇ ਇਹ ਜ਼ਿਆਦਾ ਦਿਨ ਤੱਕ ਖੜੇ ਨਹੀਂ ਰਹਿਣਗੇ। There will be an end day. ਉਥੇ ਇੱਕ ਦਿਨ ਜਿਹੜਾ ਠਹਿਰਾਇਆ ਹੋਇਆ God ਹੈ will bring out of that situation. ਉਸ ਹਾਲਾਤ ਚੋਂ ਪ੍ਰਭੂ ਬਾਹਰ ਲੈ ਕੇ ਆਏਗਾ। The prophet said, ਨਬੀ ਨੇ ਕਿਹਾ even if you go through the fire, ਚਾਹੇ ਤੁਸੀਂ ਅੱਗ ਦੇ ਵਿੱਚੋਂ ਦੀ you ਲੰਘੋਗੇ will not be burned. ਤੁਸੀਂ ਉਹਦੇ ਵਿੱਚ ਨਹੀਂ ਸੜੋਗੇ। If you go through the waters, ਪਾਣੀਆਂ ਵਿੱਚੋਂ ਦੀ ਲੰਘੋਗੇ waters will not cover you. ਪਾਣੀ ਤੁਹਾਨੂੰ ਨਾ ਢੱਕ ਲੈਣਗੇ He will come out of that. ਤੁਸੀਂ ਉਸ ਤੋਂ ਬਾਹਰ ਆ That ਜਾਓਗੇ। is how our God is doing. ਇਸੇ ਤਰ੍ਹਾਂ ਹੀ ਪ੍ਰਭੂ ਸਾਨੂੰ ਕਹਿ ਰਿਹਾ ਹੈ। That is how our God. ਇਹੀ ਹੈ ਪ੍ਰਭੂ ਸਾਡਾ। That is how our God works for his children. ਇਹੀ ਪ੍ਰਭੂ ਦਾ ਜੋ ਆਪਣੇ ਬੱਚਿਆਂ ਲਈ ਕਰਨਾ ਚਾਹੁੰਦਾ ਹੈ। Here God knew that Jesus wanted to move out that cup. ਔਰ ਇੱਥੇ ਪ੍ਰਭੂ ਹੁਣ ਜੋ ਉਸ ਕੱਪ ਦੇ ਵਿੱਚੋਂ ਦੀ ਲੰਘਣਾ ਚਾਹੁੰਦੇ Then ਹਨ he sent an angel. ਉੱਥੇ ਪ੍ਰਭੂ ਨੇ ਉਹਦੇ ਲਈ ਇੱਕ He ਸਵਰਗਦੂਤ strengthened ਭੇਜਿਆ। Jesus. ਉਹ ਉੱਥੇ ਪ੍ਰਭੂ ਨੂੰ ਸਹਾਰਾ ਦੇ ਰਿਹਾ। My dear brothers and sisters, maybe you are weary and you are weak. ਮੇਰੇ ਭੈਣੋ ਤੇ ਭਰਾਵੋ ਸ਼ਾਇਦ ਤੁਸੀਂ ਬਹੁਤ ਹੀ ਕਮਜ਼ੋਰ ਹੋਵੋਗੇ। Go into the prayer room. ਪ੍ਰਾਰਥਨਾ ਦੇ ਰੂਮ 'ਚ ਜਾਓ। Kneel down in the presence of God. ਪ੍ਰਭੂ ਦੀ ਹਜ਼ੂਰੀ 'ਚ ਜਾਓ। You pour out your heart. ਆਪਣਾ ਦਿਲ ਖੋਲ ਦਿਓ। Cry out to the Lord. ਪ੍ਰਭੂ ਦੇ ਅੱਗੇ ਰੋਵੋ। I'm sure God will send you an angel ਪ੍ਰਭੂ ਤੁਹਾਡੇ ਲਈ ਸਵਰਗਦੂਤ ਭੇਜੇਗਾ to strengthen us ਜੋ ਤੁਹਾਨੂੰ ਸਹਾਰਾ in ਦੇਵੇਗਾ। our weak areas. ਆਪਣੀ ਕਮਜ਼ੋਰੀਆਂ ਦੇ ਵਿੱਚ God will strengthen us. ਪ੍ਰਭੂ ਸਾਨੂੰ ਤਾਕਤ He will ਦੇਵੇਗਾ। pour his strength into us. ਆਪਣੀ ਤਾਕਤ ਸਾਡੇ ਉੱਤੇ He will give us his Holy Spirit ਉਹ ਆਪਣੀ ਪਵਿੱਤਰ ਆਤਮਾ ਸਾਨੂੰ ਦੇਵੇਗਾ as he done with Jesus Christ. ਜਿੱਦਾਂ ਉਹਨਾਂ ਨੇ ਪ੍ਰਭੂ ਯਿਸੂ ਲਈ ਕੀਤਾ। It is guaranteed to you that he is going to send his angel to strengthen you ਉਹ and me. ਤੁਹਾਡੇ ਜੀਵਨ ਦੇ ਲਈ ਪੱਕਾ ਕਰਦੇ ਹਨ ਕਿ ਉਹ ਤੁਹਾਨੂੰ ਸਵਰਗਦੂਤ ਸਹਾਰਾ ਦੇ ਲਈ In ਦੇਣਗੇ। verse 44 when we come, 44 ਦੇ ਵਿੱਚ ਆਪਾਂ ਪੜ੍ਹਦੇ ਹਾਂ and being in agony he prayed more earnestly, ਅਤੇ ਉਹ ਮਹਾ ਕਸ਼ਟ ਵਿੱਚ ਪੈ ਕੇ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ and his sweat became like great drops of blood falling down to the ground. ਅਤੇ ਉਹਦਾ ਮੁੜਕਾ ਲਹੂ ਦੀਆਂ ਬੂੰਦਾਂ ਵਾਂਗੂ ਪੁੰਜੇ ਡਿੱਗਦਾ ਸੀ। When the angel of God strengthened Jesus, he started to pray more. ਔਰ ਜਦੋਂ ਸਵਰਗਦੂਤ ਨੇ ਆਣ ਕੇ ਪ੍ਰਭੂ ਯਿਸੂ ਦੇ ਵਿੱਚ ਸਹਾਰਾ ਦਿੱਤਾ ਤਾਂ ਉਹ ਹੋਰ ਵੀ ਤਾਕਤ ਨਾਲ ਪ੍ਰਾਰਥਨਾ When ਕਰਨ the angel ਲੱਗਾ। of God came and strengthened Jesus, he started to pray more earnestly. ਔਰ ਜਦੋਂ ਸਵਰਗਦੂਤ ਨੇ ਆਣ ਕੇ ਪ੍ਰਭੂ ਯਿਸੂ ਨੂੰ ਸਹਾਰਾ ਦਿੱਤਾ ਉਹ ਹੋਰ ਵੀ ਪ੍ਰਾਰਥਨਾ ਕਰਨ ਲੱਗ When ਪਏ। his sweat became drop of blood, he prayed. ਉਹਨਾਂ ਦਾ ਪਸੀਨਾ ਲਹੂ ਬਣ ਕੇ ਆਉਣ ਲੱਗਾ ਫਿਰ ਵੀ ਉਹ ਪ੍ਰਾਰਥਨਾ ਕਰਨ ਲੱਗੇ। Are you ready for that kind of a prayer? ਕੀ ਇਸ ਤਰ੍ਹਾਂ ਦੀ ਪ੍ਰਾਰਥਨਾ ਦੇ ਲਈ ਤੁਸੀਂ ਤਿਆਰ ਹੋ? You will be out of your distress. ਤੁਸੀਂ ਆਪਣੇ ਉਦਾਸੀ ਤੋਂ ਬਾਹਰ ਆ Are you ਜਾਓ। ready to go to your prayer room? ਕੀ ਤੁਸੀਂ ਆਪਣੇ ਪ੍ਰਾਰਥਨਾ ਰੂਮ 'ਚ ਜਾਓਗੇ? God is ready to send his angel and strengthen you in your weak ways. ਔਰ ਪ੍ਰਭੂ ਆਪਣਾ ਸਵਰਗਦੂਤ ਤੁਹਾਡੇ ਕਮਜ਼ੋਰੀਆਂ ਦੇ ਵਿੱਚ ਭੇਜੇਗਾ। Are you ready to kneel down and cry unto the Lord? ਕੀ ਤੁਸੀਂ ਤਿਆਰ ਹੋ ਆਪਣੇ ਘੁਟਨਿਆਂ ਪਰ ਆ ਕੇ ਪ੍ਰਭੂ ਦੇ ਲਈ ਰੋਣ ਦੇ ਲਈ? God will bring back to you to the life. ਪ੍ਰਭੂ ਤੁਹਾਨੂੰ ਵਾਪਸ ਜੀਵਨ ਵਿੱਚ ਲੈ ਕੇ ਆਏਗਾ। Let us take a decision. ਆਓ ਇੱਕ ਨਿਰਣੇ ਲਓ As Hannah prayed, ਜਿਵੇਂ ਹੰਨਾ ਨੇ ਪ੍ਰਾਰਥਨਾ ਕੀਤੀ। take a vow before God. ਪ੍ਰਭੂ ਦੇ ਅੱਗੇ ਇੱਕ ਨਿਰਣੇ ਲਵੋ। As King Hezekiah prayed, ਜਿਵੇਂ ਕਿ ਰਾਜਾ ਹਿਜਕੀਆ ਨੇ ਪ੍ਰਾਰਥਨਾ ਕੀਤੀ। speak to the Lord and remember him. ਪ੍ਰਭੂ ਦੀ ਅੱਗੇ ਪ੍ਰਾਰਥਨਾ ਕਰੋ ਤੇ ਯਾਦ ਕਰੋ। As Jesus prayed, ਜਿਵੇਂ ਪ੍ਰਭੂ ਯਿਸੂ ਜੀ ਨੇ ਪ੍ਰਾਰਥਨਾ pray earnestly. ਜੋਸ਼ ਦੇ ਨਾਲ ਪ੍ਰਾਰਥਨਾ ਕਰੋ। We are going to pray for you. ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨ Let ਜਾ us ਰਹੇ ਹਾਂ। all close our eyes. ਆਪਣੀਆਂ ਅੱਖਾਂ ਨੂੰ ਬੰਦ ਕਰੋ। Kneel down if you can. ਆਪਣੇ ਅਗਰ ਤੁਸੀਂ ਕਰ ਸਕਦੇ ਹੋ ਤਾਂ ਘੁਟਨੇ Lift ਪਰ your ਆ ਜਾਓ। hands and surrender to the Lord. ਆਪਣੇ ਹੱਥਾਂ ਨੂੰ ਉਠਾਓ ਤੇ ਆਪਣੇ ਆਪ ਨੂੰ ਸਮਰਪਣ ਕਰੋ। Ah, hallelujah. Speak from your mouth. Cry from your distress situation. Oh Lord. Thank you, Holy Spirit. उठाकर गाऊंगा Oh Jesus. तेरा Let your presence come, Father. ऊंचा। Let the death be cancelled in the name of the Lord Jesus Christ. Father, we believe that you raised your Son Jesus
from the death. And He holds the key of the life. We believe in Him and we receive the health and life from our Lord Jesus Christ. तू ही सहारा है मेरा, मुश्किल समय में तू ही दिलासा। Give worship to the Lord. Worship from your heart. Worship in spirit. भलाई तेरी Cry unto the Lord. Jesus. सदा रहेगी मुझ पर तेरी विश्वास योग्यता, देखूंगा मैं उम्र भर हाथ उठाकर गाएंगे, यीशु तेरा नाम है ऊंचा। हम हाथ उठाकर गाएंगे, यीशु तेरा नाम है ऊंचा। There is no name other than the name of the Lord Jesus Christ, उसे कोई दूजा नाम ही नहीं है प्रभु यीशु के नाम तो बिना, who went to the Mount of Calvary, जो कलवरी पहाड़ उत्ते गया, who took the cross, जिन्हें क्रूस चुकिया, who died on the cross, जो क्रूस उत्ते मर गया, and who rose the third day, और जो तीजे दिन जिंदा हो गया, and who is living in the right hand of the और Lord जो God स्वर्ग Almighty. दे विच जिंदा है, In the name of the Lord Jesus प्रभु Christ, यीशु के नाम दे विच we cancel the death और मौत नु कैंसिल करते हां, and we receive the life from our Lord और Jesus प्रभु Christ. यीशु तो से जीवन पाਉਂਦੇ हां, We pray for the healing of the और ਅਸੀਂ sicknesses. ਤੁਹਾਡੀ ਚੰਗਿਆਈ ਲਈ ਪ੍ਰਾਰਥਨਾ In ਕਰਦੇ the name ਹਾਂ, of Jesus, let the sicknesses go out of the people प्रभु right यीशु now. ਦੇ ਨਾਮ 'ਚ ਸਾਰੇ ਲੋਕਾਂ 'ਚੋਂ ਬਿਮਾਰੀ ਨਿਕਲ ਜਾਏ, Be healed in the mighty name of Lord Jesus प्रभु Christ. यीशु ਦੇ ਨਾਮ 'ਚ ਚੰਗੇ ਹੋ ਜਾਓ, Let all the evil spirits bringing the troubles and the sorrows get away from the people right प्रभु now. यीशु ਦੇ ਨਾਮ ਦੇ ਵਿੱਚ ਹਰ ਇੱਕ ਦੇ ਵਿੱਚੋਂ ਉਹ ਦੁੱਖਾਂ ਦੀ ਆਤਮਾ ਨਿਕਲ ਜਾਏ, In Jesus' name we command, let everyone receive the happiest life through Jesus Christ. प्रभु यीशु ਦੇ ਨਾਮ ਦੇ ਵਿੱਚ ਹਰ ਇੱਕ ਖੁਸ਼ੀ ਦਾ ਜੀਵਨ ਪਾਏ, By the word of God and the power of God, we command, let the sorrows and the sadness get out of the people प्रभु right यीशु now. ਦੇ ਨਾਮ ਦੇ ਵਿੱਚ ਸਾਰੀ ਉਦਾਸੀ ਸਾਰੇ ਦੁੱਖ We ਨਿਕਲ ਜਾਣ, pray that everyone to receive this word and receive that the presence of the Lord God Almighty. प्रभु यीशु ਦੇ ਨਾਮ 'ਚ ਹਰ ਇੱਕ ਜਨ ਇਸੇ ਵਕਤ ਪ੍ਰਭੂ ਦੀ ਹਜ਼ੂਰੀ ਨੂੰ ਪਾ ਲੈਣ, Lord, we pray for each and everyone. ਪ੍ਰਭੂ ਅਸੀਂ ਹਰ ਇੱਕ ਦੇ ਲਈ ਪ੍ਰਾਰਥਨਾ ਕਰਦੇ ਹਾਂ, Thank you for your word. ਇਸ ਵਚਨ ਦੇ ਦੁਆਰਾ We receive the anointing through that ਅਸੀਂ word. ਮਸਾ ਪਾਉਂਦੇ ਹਾਂ, ਇਸ ਵਚਨ ਦੇ We ਦੁਆਰਾ receive Jesus Christ through that word. ਇਸ ਵਚਨ ਦੁਆਰਾ ਅਸੀਂ ਪ੍ਰਭੂ ਯੀਸ਼ੂ ਨੂੰ We ਪਾਉਂਦੇ ਹਾਂ, receive each and every healing through that word. ਇਸ ਵਚਨ ਦੇ ਦੁਆਰਾ ਅਸੀਂ ਪ੍ਰਭੂ ਦੀ ਚੰਗਿਆਈ We ਪਾਉਂਦੇ ਹਾਂ, receive the life in that ਇਸ word. ਵਚਨ ਦੁਆਰਾ ਪ੍ਰਭੂ ਦੀ ਜੀਵਨ ਪਾਉਂਦੇ ਹਾਂ, And we believe that you have healed everyone. ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਹਰ ਇੱਕ ਨੂੰ ਚੰਗਾ ਪਾਉਂਦੇ Protect ਹਾਂ, each and everyone, Father. ਇਸ ਪ੍ਰਭੂ ਦੇ ਨਾਮ ਦੇ ਵਿੱਚ ਹੋ We ਜਾਏ, pray for our church. ਅਸੀਂ ਕਲੀਸਿਆ ਲਈ ਪ੍ਰਾਰਥਨਾ And ਕਰਦੇ each and ਹਾਂ, every believers we are praying. ਅਸੀਂ ਹਰ ਇੱਕ ਵਿਸ਼ਵਾਸੀ ਲਈ ਪ੍ਰਾਰਥਨਾ ਕਰਦੇ Oh, ਹਾਂ, protect each and everyone, Father. ਪ੍ਰਭੂ ਹਰ ਇੱਕ ਨੂੰ ਸੁਰੱਖਿਆ ਦਿਓ, We are praying those who are going through the difficult situation. ਜੋ ਕਿ ਤੰਗੀ ਦੇ ਵਿੱਚ ਦੀ ਲੰਘਦੇ ਹਨ, Let them come out. ਉਹ ਬਾਹਰ ਆ ਜਾਣ, Give us a prayer life. ਉਹਨਾਂ ਦਾ ਜੀਵਨ ਪ੍ਰਾਰਥਨਾ ਦਾ ਹੋ ਜਾਏ, Like Hannah, ਹੰਨਾ ਦੀ ਤਰ੍ਹਾਂ, like King Hezekiah, ਹਿਜਕਿਆ ਦੀ ਤਰ੍ਹਾਂ, like as Jesus Christ ਪ੍ਰਭੂ prayed. ਯੀਸ਼ੂ ਦੀ ਤਰ੍ਹਾਂ Give us a prayer life. ਉਹਨਾਂ ਦਾ ਜੀਵਨ ਪ੍ਰਾਰਥਨਾ ਦਾ We ਹੋ pray ਜਾਏ, for the Holy Spirit to come and be with us for the prayer. ਪਵਿੱਤਰ ਆਤਮਾ ਦੇ ਵਿੱਚ ਆ ਕੇ ਉਹ ਪ੍ਰਾਰਥਨਾ ਦੇ ਵਿੱਚ ਆ We ਜਾਣ, thank you for this wonderful ਇਸ service. ਵਚਨ ਦੇ ਔਰ ਸਰਵਿਸ ਦੇ ਦਿਲ We give ਧੰਨਵਾਦ, all glory and honor and adoration unto you, Father. ਅਸੀਂ ਸਾਰਾ ਆਦਰ ਮਹਿਮਾ ਸਭ ਕੁਝ ਤੁਹਾਨੂੰ ਹੀ ਦਿੰਦੇ ਹਾਂ, In Jesus' name we ਪ੍ਰਭੂ pray. ਯੀਸ਼ੂ ਦੇ ਨਾਮ 'ਚ ਪ੍ਰਾਰਥਨਾ Amen. ਕਰਦੇ ਹਾਂ, ਆਮੀਨ, Hallelujah. ਹਾਲੇਲੂਇਆ, Glory to the Lord Jesus. ਪ੍ਰਭੂ ਦੀ ਮਹਿਮਾ ਹੋਵੇ, Thank you very much. God ਧੰਨਵਾਦ bless you. ਕਰਦੇ ਹਾਂ, ਪ੍ਰਭੂ ਯੀਸ਼ੂ ਦੇ ਵਿੱਚ ਤੁਹਾਨੂੰ ਆਸ਼ੀਸ਼ ਮਿਲੇ, ਆਮੀਨ, ਗੋਡ ਬlesਸ ਯੂ ਆਲ।